ਲਓ ਜੀ, ਆ ਦੇਖ ਰਹੇ ਆ ਤੁਸੀਂ ਅਲਬਰਟਾ ਦੇ ਵਿੱਚ ਸਰੋਂ ਦੇ ਖੇਤ, ਤੇ ਖੇਤ ਵੀ ਵਾਹਵਾ ਦੂਰ ਤੱਕ ਆ। ਅਸੀਂ ਅੱਗੇ ਸ਼ਰਤਾਂ ਹੀ ਲਾਉਂਦੇ ਹਟੇ ਆ ਵੀ ਹੁਣ ਇਹ ਪਤਾ ਨਹੀਂ ਕਿੰਨੇ ਏਕੜ ਬਣਦੀ ਕਿੰਨੇ ਨਹੀਂ ਏਕੜ ਬਣਦੀ। ਮੈਂ ਵੈਸੇ ਇਹਨੂੰ 100-150 ਏਕੜ ਦੇ ਲਾਗੇ ਬੰਨੇ ਆਖਦਾ। ਬਾਠ ਸਾਹਿਬ ਆਪਾਂ ਨੂੰ ਬਿਲਕੁਲ ਸਹੀ ਦੱਸਣਗੇ, ਮਰਲਿਆਂ ਸਰਸਾਈਆਂ ਤੱਕ ਇਹਨਾਂ ਨੇ ਨਾਪ ਤੋਲ ਕਰ ਲਿਆ। ਬਾਠ ਸਾਹਿਬ ਕਿੰਨਾ ਥਾਂ ਜੀ? ਸੰਧਾਲੀਆ ਸਾਹਿਬ ਜਦੋਂ ਤੁਸੀਂ ਕਿਹਾ ਸੀ ਨਾ ਕਿ 150 ਕਿਹਾ ਤੁਸੀਂ 150 ਦੇ ਲਾਗੇ ਬੰਨੇ ਹੋਊਗਾ। ਮੈਨੂੰ ਇਹ ਲੱਗਦਾ ਸੀ ਕਿ ਸੰਧਾਲੀਆ ਸਾਹਿਬ ਨੇ 150 ਕਹਿਤਾ, ਚਲੋ ਕੋਈ ਗੱਲ ਨਹੀਂ। ਮੈਨੂੰ ਇਹ ਲੱਗਦਾ ਸੀ ਕਿ 136 ਏਕੜ 6 ਮਰਲੇ ਤੇ ਨਾਲ ਕਨਾਲ ਕੋਈ ਨਹੀਂ। ਅੱਛਾ, ਜਾਨੀ ਇੰਨੇ ਕਿਹਾ ਸਰਸਾਈਆਂ 3। ਜੇ ਇਹਨਾਂ ਨੂੰ ਕੋਈ ਇਹਦੇ ਵਿੱਚ ਦਿੱਕਤ ਲੱਗਦੀ ਆ ਵੀ ਇੰਨਾ ਹੈ ਨਹੀਂਗਾ ਤੇ ਜਾ ਕੇ ਮਿਣੇ, ਹੁਣ ਜਰੀਬ ਗੱਡੀ 'ਚ ਪਈ ਆ, ਇਹਨੂੰ ਦੇ ਦਿੰਦੇ ਆ। ਆਪੇ ਮੈਂ ਇੱਥੇ ਮਤਲਬ 3-4 ਦਿਨ ਮਿਲਦਾ ਹੀ ਰਵਾਂ ਮੁੜ ਕੇ। ਨਹੀਂ ਦੇਖੋ, ਮੈਂ ਇਦਾਂ ਨਹੀਂ ਕਹਿਣਾ, ਮੈਂ ਤਾਂ ਤੁਹਾਨੂੰ ਦੱਸ, ਤੁਸੀਂ ਤਕਰੀਬਨ ਦੱਸਿਆ, ਮੈਂ ਤੁਹਾਨੂੰ ਕਲੀਅਰ ਕਰ ਦਿੱਤਾ। ਕਿਉਂਕਿ ਜਦੋਂ ਤੁਸੀਂ ਆਉਣਾ ਸੀ ਨਾ, ਉਦੋਂ ਸੋਚਦੇ ਸੀ ਕਿ ਭਰਾ ਖੇਤੀਬਾੜੀ ਕਰਦਾ ਆਉਣ ਲੱਗਾ, ਸ਼ੌਂਕ ਹੈਗਾ ਤੂਤਾਂ ਥੱਲੇ ਮੰਜਾ ਢਾ ਕੇ ਸੌਣ ਦਾ, ਸਰੋਂ ਦਾ ਸਾਗ ਖਾਣ ਦਾ, ਇਹਨਾਂ ਨੂੰ ਟੱਕ ਲੈ ਦਈਏ। ਉਦੋਂ ਹੀ ਮਿਣਤੀ ਕਰਾਈ, ਫਰਦ ਕਢਾਈ ਸੀ। ਪਟਵਾਰੀ ਆਪਣਾ ਹੀ ਇੱਥੇ, ਉਹ ਇੱਥੇ ਕੋਈ ਕਰਜ਼ਾ ਤਾਂ ਨਹੀਂ ਨਾ ਹੈਗਾ ਜ਼ਮੀਨ ਸਾਹਿਬ? ਨਹੀਂ, ਲਾਲ ਅੱਖਰਾਂ ਹੀ ਤਾਂ ਨਹੀਂ ਲਿਖੀ, ਮੁਸ਼ਤਰਕਾ ਖਾਤਾ ਨਹੀਂ ਚਾਹੀਦਾ। ਸੋ ਗੱਲ ਇਹ ਆ ਜੀ ਕਿ ਵੀ ਅਸੀਂ ਅਜੇ ਵੀ ਅਲਬਰਟਾ 'ਚ ਹਾਂ। ਇੱਥੋਂ ਅਸੀਂ ਅੱਜ ਸ਼ਾਇਦ ਵਾਪਸੀ ਕਰ ਲਵਾਂਗੇ। ਕੈਲਗਰੀ ਐਡਮਿੰਟਨ ਦੇ ਵਿਚਾਲੇ ਰੋਡ ਦੇ ਕੰਢੇ ਸਾਨੂੰ ਇਹ ਸਰੋਂ ਨਜ਼ਰ ਆਈ, ਤੇ ਅਸੀਂ ਸੋਚਿਆ ਵੀ ਚਲੋ ਨਾਲੇ ਥੋੜਾ ਜਿਹਾ ਪੰਜਾਬ ਦਾ ਮਾਹੌਲ ਨਜ਼ਰ ਆ ਜਾਊਗਾ, ਤੇ ਨਾਲੇ ਅਸੀਂ ਆਪਣੇ ਨਾਲ ਗੱਲਾਂ ਬਾਤਾਂ ਵੀ ਕਰ ਲਾਂਗੇ। ਉਹ ਗੱਡੀ ਸਾਡੇ ਕੋਲ ਵਾਹਵਾ ਤਗੜੀ ਹੈ, ਟੈਂਕ ਟਾਈਪ ਆ। ਜਮਨ ਭਾਈ ਨੇ ਥੱਲੇ ਹੀ ਲਾ ਲਈ, ਹੁਣ ਲੱਥ ਗਈ ਤਾਂ ਚੜਾਉਣ ਲਈ ਕੋਈ ਸਾਨੂੰ ਕਿਸੇ ਗੋਰੇ ਦਾ ਟਰੈਕਟਰ ਆਵਾਜ਼ ਮਾਰਨਾ ਪਵੇ ਤੇ ਪਤਾ ਕੋਈ ਨਹੀਂ। ਤਾਂ ਅਗਲਾ ਵੀ ਕਹੇ ਟਰੈਕਟਰ ਤਾਂ ਮੈਂ ਲੈ ਆਉਣਾ, ਟੋਚਨ ਹੈ ਨਹੀਂ, ਰੱਸਾ ਤੁਸੀਂ ਆਪਣਾ ਲੈ ਕੇ ਆਓ। ਸੰਧਾਲੀਆ ਸਾਹਿਬ, ਮੈਨੂੰ ਇੱਕ ਹੋਰ ਗੱਲ ਲੱਗਦੀ ਸੀ ਜੀ। ਆਪਾਂ ਉੱਥੇ ਜਦੋਂ ਖੇਤੀ ਕਰਦੇ ਆ ਪੰਜਾਬ ਦੇ ਵਿੱਚ ਨਾ, ਸਭ ਤੋਂ ਵੱਡੀ ਉੱਥੇ ਗੱਲ ਕੀ ਹੁੰਦੀ ਹੈ ਕਿ ਐਤਕੀ ਨਾ ਕਣਕ ਵੱਢ ਕੇ ਮੜ ਜਾ ਖੇਤ ਕਰਾਉਣਾ, ਇਹਨੂੰ ਪੱਧਰਾ ਕਰ ਲਈਏ। ਇੱਥੇ ਸ਼ਾਇਦ ਹੀ ਕੋਈ ਖੇਤ ਹੋਊਗਾ ਜਿਹੜਾ ਲੈਵਲ ਦੇ ਵਿੱਚ ਹੋਊਗਾ, ਜਿਹੜਾ ਪੱਧਰਾ ਹੋਊਗਾ, ਨਹੀਂ ਤਾਂ ਸਾਰੇ ਹੀ ਉੱਚੇ ਨੀਵੇਂ ਆ। ਕਿਉਂਕਿ ਪਾਣੀ ਲਾਉਣ ਦਾ ਢੰਗ ਤਰੀਕਾ ਵੱਖਰਾ, ਨਾ ਤਾਂ ਆਪਣੇ ਵਾਂਗੂ ਆੜ ਪਾਉਣੀ ਆ, ਨਾ ਆਪਣੇ ਵਾਂਗੂ ਇਹਨਾਂ ਨੇ ਉੱਪਰ ਤੱਕ ਪਾਣੀ ਹਰਨਾ। ਫੁਹਾਰਾ ਸਿਸਟਮ ਜਿਹਾ ਹੈਗਾ ਤੇ ਕੰਮ ਚੱਕ ਦਿੰਦੇ ਆ। ਨਹੀਂ, ਇਹ ਤਾਂ ਹੈ, ਇਹ ਗੱਲ ਵਾਕਿਆ ਨੋਟ ਕਰਨ ਵਾਲੀ ਹੈ ਵੀ ਏਡੇ ਵੱਡੇ ਟੱਕ 'ਚ ਨਾ ਤੇ ਕੋਈ ਵਾਟਿਆ, ਤੇ ਨਾ ਇਹਨੂੰ ਜਿੱਦਾਂ ਆਪਾਂ ਆ ਹੁਣ ਝੋਨੇ ਦਾ ਕਰਕੇ ਤੁਸੀਂ ਵੇਖੋ ਵੀ ਕਿੱਲਾ ਅੱਧਾ ਕਿੱਲਾ ਵੀ ਆਪਾਂ ਲੇਜ਼ਰ ਲੈਵਲ ਕਰਾਉਨੇ ਆ ਜੀ। ਇੱਥੇ ਕੋਈ ਲੇਜ਼ਰ ਲੈਵਲ ਨਹੀਂਗਾ, ਉਹਦੇ ਹਿਸਾਬ ਨਾਲ ਹੀ ਅਗਲੇ ਬੀਜ ਕੇ ਵਿਹਲੇ ਹੁੰਦੇ। ਵੈਸੇ ਆ ਸਰੋਂ ਆ ਦੇ ਸੜਕ ਦੇ ਪਰਲੇ ਪਾਰ, ਪਰ ਹੁਣ ਨਜ਼ਰ ਤਾਂ ਨਹੀਂ ਆਉਣੀ, ਕਣਕ ਵੀ ਹੈਗੀ ਆ। ਸੋ ਸਰੋਂ ਤੇ ਕਣਕ ਜਿਹੜੀ ਹੈ ਇਸ ਵਕਤ ਤੁਸੀਂ ਦੇਖ ਰਹੇ ਹੋ ਕੈਨੇਡਾ ਦੀ, ਤੇ ਅਸੀਂ ਤੁਹਾਨੂੰ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਸੁਣਾਵਾਂਗੇ, ਖਬਰਾਂ ਦੀਆਂ ਵੀ ਕਰਾਂਗੇ। ਸੰਧਾਲੀਆ ਸਾਹਿਬ, ਜੇ ਕਿਸੇ ਦਿਨ ਸੂਤ ਲੱਗਾ ਨਾ, ਮੇਰਾ ਇਰਾਦਾ ਕਿ ਆਪਾਂ ਕਣਕ ਦੇ ਖੇਤਾਂ ਦੇ ਵਿੱਚ ਵੀ ਇੱਕ ਦਿਨ ਫੋਕਸ ਕਰ ਹੀ ਦੇਣਾ ਹੈ, ਜਿਹਦੇ ਨਾਲ ਕਿ ਦੇਖੋ ਕਹਿੰਦੇ ਹੁੰਦੇ ਨਾ ਕਿ ਖੇਤੀਬਾੜੀ ਮਸ਼ੀਨਾਂ ਨਾਲ ਹੁਣ ਘਾਹ ਇੱਥੇ ਵੀ ਹੈਗਾ, ਆ ਕੰਡੇ ਭਖੜੇ ਪੋਲੀ ਜੀ ਇੱਥੇ ਵੀ ਹੈਗੀ ਆ। ਥੋੜਾ ਜਿਹਾ ਹਿਸਾਬ ਕਿਤਾਬ ਲਾਉਣਾ ਪੈਂਦਾ, ਭਾਵੇਂ ਬੱਟ ਦਾ ਰੌਲਾ ਕੋਈ ਨਹੀਂ ਹੋਣਾ। ਤੁਸੀਂ ਆਹ ਦੇਖੋ, ਇੱਥੇ ਸਰੋਂ ਮੁੱਕਦੀ ਹੈ, ਮੁੜ ਕੇ ਪਰਲੇ ਪਾਸੇ ਕੰਮ ਖੁੱਲਾ ਹੀ ਪਿਆ। ਨਹੀਂ ਤਾਂ ਆਪਣੇ ਸਭ ਤੋਂ ਵੱਡਾ ਰੌਲਾ ਜਿਹੜਾ ਹੁੰਦਾ ਉਹ ਬੱਟ ਦਾ ਹੀ ਹੁੰਦਾ ਕਿ ਤੂੰ ਮੇਰੀ ਬੱਟ ਵੱਢ ਲਈ ਓਏ, ਤੂੰ ਮੇਰਾ ਦਰਖਤ ਵੱਢ ਲਿਆ, ਟਾਹਲੀ ਛਾਂਗ ਦਿੱਤੀ ਓਏ। ਨਹੀਂ, ਇਹ ਤੇ ਗੱਲ ਹੈਗੀ। ਸੋ ਗੱਲ ਇਹ ਆ ਜੀ ਕਿ ਵੀ ਇਹ ਨਾਲ ਦੀ ਨਾਲ ਤੁਸੀਂ ਅੱਜ ਖੁੱਲੇ ਥਾਂ ਤੋਂ ਇਹ ਕੈਨੇਡਾ ਦੀ ਖੇਤੀ ਦੀ ਫੀਲਿੰਗ ਲਈ ਜਾਇਓ, ਤੇ ਨਾਲੇ ਆਪਾਂ ਖਬਰਾਂ ਦੀ ਗੱਲ ਕਰੀਏ। ਨੇ ਖਬਰਾਂ ਦੀ ਗੱਲ ਕਰੀਏ ਬਾਠ ਸਾਹਿਬ, ਤੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਗੱਲ ਕਰਨੀ ਬਣਦੀ ਆ ਸ਼ਹੀਦਾਂ ਦੀ। ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਜਿਨ੍ਹਾਂ ਦੇ ਸਦਕਾ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜੀ, ਉਹਨਾਂ ਦਾ ਨਾਂ ਲੈਣਾ ਤੇ ਬਣਦਾ ਕਿ ਨਹੀਂ? ਸੰਧਾਲੀਆ ਸਾਹਿਬ, ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਹੀਦ ਊਧਮ ਸਿੰਘ ਦਾ ਜਦੋਂ ਜ਼ਿਕਰ ਆਉਂਦਾ, ਬਹਿ ਕੇ ਕਰੀਏ ਗੱਲ। ਮੈਂ ਕਹਿੰਦਾ ਮੁੜ ਕੇ ਉੱਠ ਪੈਨੇ ਆ। ਹੁਣ ਜਦੋਂ ਸ਼ਹੀਦ ਊਧਮ ਸਿੰਘ ਦਾ ਜ਼ਿਕਰ ਆਉਂਦਾ ਆ ਜੀ, ਤਾਂ ਬਹੁਤ ਸਾਰੀਆਂ ਚੀਜ਼ਾਂ ਚੇਤੇ ਆਉਂਦੀਆਂ। ਮੈਂ ਅੱਜ ਇਸ ਕਰਕੇ ਇਹ ਗੱਲ ਜਿਹੜੀ ਬਹੁਤ ਚੇਤਿਆਂ 'ਚ ਕਰਨਾ ਚਾਹੁੰਦਾ, ਸਰੋਂ ਦੇ ਇਸ ਖੇਤ ਦੇ ਵਿੱਚ ਬੈਠ ਕੇ, ਕਿਉਂਕਿ ਖੇਤੀ ਤੋਂ ਪਵਿੱਤਰ ਕਿੱਤਾ ਕੋਈ ਨਹੀਂ, ਜਿਹਦੇ ਨਾਲ ਸਾਰੀ ਦੁਨੀਆ ਦੇ ਲੋਕਾਂ ਦਾ ਢਿੱਡ ਭਰਦਾ, ਜਿੱਥੇ ਮਿਹਨਤ ਮੁਸ਼ੱਕਤ ਕਿਸਾਨ ਕਰਦਾ। ਤੁਸੀਂ ਇਹ ਦੇਖੋ ਕਿ ਅਸੀਂ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਬਹੁਤ ਛੇਤੀ ਹਾਰ ਜਾਂਦੇ ਆ, ਹੰਭ ਜਾਂਦੇ ਆ, ਸਾਨੂੰ ਐਂ ਲੱਗਦਾ ਕਿ ਕੁਝ ਵੀ ਨਹੀਂ ਬਚਿਆ। ਜੇ ਅੱਜ ਜਦੋਂ ਆਪਾਂ ਕਹਿੰਦੇ ਆ ਕਿ ਨਹੀਂ ਬਈ ਐਤਕੀ ਮੈਂ ਪੇਪਰਾਂ 'ਚੋਂ ਫੇਲ ਹੋ ਗਿਆ, ਮੇਰੇ ਨੰਬਰ ਘੱਟ ਆਏ ਆ, ਮੈਨੂੰ ਐਤਕੀ ਟੈਂਡਰ ਨਹੀਂ ਮਿਲਿਆ, ਮੇਰਾ ਵੀਜ਼ਾ ਨਹੀਂ ਲੱਗਾ, ਬੜਾ ਕੁਝ ਹੁੰਦਾ, ਨੌਕਰੀ ਨਹੀਂ ਮਿਲੀ, ਅਗਲੇ ਸਾਲ ਫੇਰ ਮੌਕਾ ਮਿਲ ਜਾਣਾ ਹੁੰਦਾ, ਪਰ ਅਸੀਂ ਹਿੰਮਤ ਹਾਰ ਜਾਂਦੇ। ਤੁਸੀਂ ਇਹ ਦੇਖੋ ਕਿ ਕਿੰਨੇ ਦਹਾਕਿਆਂ ਬਾਅਦ ਇੱਕੋ ਹੀ ਟੀਚਾ ਰੱਖ ਕੇ ਸ਼ਹੀਦ ਊਧਮ ਸਿੰਘ ਨੇ ਜਾ ਕੇ ਉਸ ਆਪਣੇ ਪ੍ਰਣ ਨੂੰ ਪੂਰਾ ਕੀਤਾ, ਬਦਲਾ ਲਿਆ ਜੀ। ਉਦੋਂ ਤੱਕ ਉਹਦੀ ਉਮਰ ਵੀ ਵੱਡੀ ਹੋ ਗਈ ਸੀ, ਉਹਦੀਆਂ ਪ੍ਰਾਇਓਰਟੀਜ਼ ਵੀ ਚੇਂਜ ਹੋ ਗਈਆਂ ਹੋਣਗੀਆਂ, ਉਦੋਂ ਤੱਕ ਲੋਕਾਂ ਦਾ ਸੋਚਣ ਵਿਚਾਰਨ ਵੀ ਤਬਦੀਲ ਹੋ ਗਿਆ ਹੋਣਾ, ਪਰ ਬੰਦੇ ਨੇ ਆਪਣਾ ਜਿਹੜਾ ਟੀਚਾ ਰੱਖਿਆ ਸੀ ਉਹ ਨਹੀਂ ਬਦਲਿਆ। ਉਹ ਵੱਖਰੀ ਗੱਲ ਹੈ ਕਿ ਉਹਦੇ
ਇਹਨਾਂ ਦਿਨਾਂ ਦੇ ਉੱਤੇ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਆਪਣੇ ਵੱਖਰੇ ਟੀਚੇ ਪ੍ਰਾਪਤ ਕਰਨ ਨੂੰ ਫਿਰਦੇ ਰਹਿੰਦੇ ਆ। ਨਹੀਂ ਇਹ ਤੇ ਗੱਲ ਹੈਗੀ। ਸੋ ਇਹ ਬਹੁਤ ਵੱਡੀ ਗੱਲ ਹੈ ਵੈਸੇ ਬਾਠ ਸਾਹਿਬ, ਕਿਉਂਕਿ ਬੰਦਾ ਹੋ ਸਕਦਾ, ਕਿਉਂਕਿ ਜਦੋਂ ਉਹ ਚਰਚਾ ਚੱਲਦੀ ਆ ਕਿ ਜਲਿਆਂਵਾਲੇ ਬਾਗ ਦਾ ਸਾਕਾ ਜੋ ਕੁਝ ਹੋਇਆ ਵਾਪਰਿਆ, ਜੋ ਉਦੋਂ ਇੱਕ ਵਾਰ ਅਸਰ ਹੋਇਆ ਹੋਊਗਾ ਕਿ ਯਾਰ ਆਹ ਕੀ ਹੋ ਗਿਆ, ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਇਹਦਾ ਬਦਲਾ ਲੈਣਾ। ਫਿਰ ਇਹ ਵੀ ਪਤਾ ਲੱਗਾ ਹੋਊਗਾ ਵੀ ਓਕੇ, ਬਦਲਾ ਲੈਣ ਦੇ ਲਈ ਮੈਨੂੰ ਉੱਥੇ ਜਾਣਾ ਪੈਣਾ, ਉੱਥੇ ਜਾਣ ਦੇ ਢੰਗ ਤਰੀਕੇ ਕੁਝ ਹੋਰ ਹੋਣਗੇ। ਫਿਰ ਉਹ ਜਿਹੜਾ ਕੈਕਸਟਨ ਹਾਲ ਆ ਫਲਾਨੀ ਉਸ ਜਗ੍ਹਾ ਦੇ ਉੱਪਰ ਉਸ ਈਵੈਂਟ ਤੱਕ ਆਪੜਨਾ। ਸੋ ਇੰਨੇ ਦਹਾਕਿਆਂ ਤੱਕ ਮਨ ਦੇ ਵਿੱਚ ਉਸ ਅੱਗ ਨੂੰ ਬਾਲੀ ਰੱਖਣਾ, ਇਹ ਕਿੱਡੀ ਵੱਡੀ ਗੱਲ ਹੈ। ਕਿਉਂਕਿ ਹੋ ਸਕਦਾ ਵੀ ਇਹ ਗੱਲ ਕਿਸੇ ਨੂੰ ਰੈਲੇਵੈਂਟ ਲੱਗੇ ਨਾ ਲੱਗੇ, ਪਰ ਮੈਨੂੰ ਇਹ ਜਾਪਦਾ ਕਿ ਆਪਾਂ ਬਹੁਤ ਛੇਤੀ ਭੁੱਲ ਜਾਂਦੇ ਹਾਂ। ਪੰਜਾਬ ਨਾਲ ਰਿਲੇਟਡ ਹੀ ਲਾ ਲਓ ਮਸਲੇ ਕਿੰਨੇ ਨੇ। ਜਿਉਂ ਪੰਜਾਬ ਵੱਖਰਾ ਹੋਇਆ, ਆਪਾਂ 66 ਤੋਂ ਬਾਅਦ ਦੀਆਂ ਗੱਲਾਂ ਕਰ ਲੈਂਦੇ, ਤੇ ਅੱਜ 2021 ਚੱਲਦਾ ਜੀ। ਕਿੰਨੀਆਂ ਐਸੀਆਂ ਮੂਵਮੈਂਟਸ ਨੇ, ਕਿੰਨੇ ਐਸੇ ਸਾਲ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹਾ ਕੁਝ ਵਾਪਰਿਆ ਜਿਨ੍ਹਾਂ ਬਾਰੇ ਲੋਕ ਇਹ ਕਹਿੰਦੇ ਸੀ ਵੀ ਉਹ ਤੇਰਾ ਭਲਾ ਹੋ ਜੇ ਆਹ ਹੋ ਗਿਆ ਨਾ ਤੇ ਬਸ ਇਹਦੋਂ ਬਾਅਦ ਲੋਕਾਂ ਨੇ ਭੁੱਲਣਾ ਨਹੀਂ। ਪਰ ਆਪਾਂ ਠੀਕ 6 ਮਹੀਨੇ ਬਾਅਦ ਭੁੱਲ ਜਾਂਦੇ ਜਾਂ ਦੇ ਕੋਈ ਝੂਠ। ਪਰ ਫਿਰ ਵੀ ਜੇ ਊਧਮ ਸਿੰਘ ਹੋਰਾਂ ਨੇ ਉਹ ਸਾਰਾ ਕੁਝ ਨਾ ਭੁੱਲ ਕੇ ਦਹਾਕਿਆਂ ਬੱਧੀ ਯਾਦ ਰੱਖ ਕੇ ਉਹ ਸਾਰਾ ਕੁਝ ਕੀਤਾ ਤੇ ਉਹ ਸਲੂਟ ਤੇ ਬਣਦਾ ਉਹਨਾਂ ਨੂੰ। ਸੰਧਾਲੀਆ ਸਾਹਿਬ ਆਪਣੇ ਪੰਜਾਬ ਦਾ ਯੋਧਾ, ਪੰਜਾਬ ਦੇ ਲਈ ਉਹਨਾਂ ਨੇ ਇਹ ਕੰਮ ਕੀਤਾ। ਅੱਜ ਮੈਨੂੰ ਲੱਗਦਾ ਹੁੰਦਾ ਕਿ ਇਹ ਦਿਨਾਂ ਦੇ ਵਿੱਚ ਨਾ ਸਾਨੂੰ ਸੋਚਣਾ ਵੱਖਰੇ ਤਰ੍ਹਾਂ ਨਾਲ ਪਊਗਾ। ਉਹਦਾ ਕਾਰਨ ਕੀ ਹੈ? ਸਾਨੂੰ ਲੱਗਦਾ 7 ਮਹੀਨਿਆਂ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਪਾਣੀ ਥੱਲੇ ਚਲੇ ਗਿਆ, ਹੁਣ ਅਸੀਂ ਖਤਮ ਆ। ਕਿਸੇ ਨੂੰ ਐਂ ਲੱਗਦਾ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਇੰਨਾ ਕੰਮ ਖਰਾਬ ਕਰ ਦਿੱਤਾ ਇਹ ਕਦੇ ਸੁਧਰ ਨਹੀਂ ਸਕਦਾ। ਉਹਦੇ ਲਈ ਲੱਗਣਾ ਸਮਾਂ। ਅਸੀਂ 5 ਮਹੀਨਿਆਂ ਬਾਅਦ ਵੋਟਾਂ ਪਾ ਕੇ ਇੱਕ ਦਿਨ 'ਚ ਚੇਂਜ ਚਾਹੁੰਦੇ ਆ, ਪਰ ਇਦਾਂ ਹੋਣੀ ਨਹੀਂ। ਉਹਨੂੰ ਲੱਗਣਾ ਟਾਈਮ। ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਲੋਕਾਂ ਦਾ ਇੱਕ ਚੰਗਾ ਟੀਚਾ ਰੱਖ ਕੇ ਉਧਰ ਨੂੰ ਲਗਾਤਾਰ ਤੁਰਨ ਦੀ ਲੋੜ ਹੈ। ਜਿੱਦਾਂ ਸਾਡੇ ਬਹੁਤ ਸਾਰੇ ਪਲੇਅਰ ਘੱਟ ਸਹੂਲਤਾਂ ਦੇ ਬਾਵਜੂਦ ਵੀ 올림픽 ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਆ। ਇਹ ਤਾਂ ਨਹੀਂ ਕਿ ਉਹਨਾਂ ਨੇ 2 ਦਿਨ ਪ੍ਰੈਕਟਿਸ ਕੀਤੀ ਸੀ ਤਾਂ 올림픽 ਚਲੇ ਗਏ। 10-10, 12-12, 15-15 ਉਹਨਾਂ ਨੂੰ ਸਾਲ ਲੱਗੇ। ਇਸ ਕਰਕੇ ਪੰਜਾਬ ਦੇ ਲੋਕ ਇਸ ਗੱਲ ਤੋਂ ਨਿਰਾਸ਼ ਨਾ ਹੋਣ ਕਿ ਭਾਈ ਪਤਾ ਨਹੀਂ 5 ਸਾਲਾਂ ਬਾਅਦ ਵੋਟਾਂ ਪੈ ਕੇ ਸਰਕਾਰ ਕਿਸੇ ਦੀ ਬਣ ਗਈ ਤਾਂ ਉਹਨੇ ਕੀਤਾ ਕੁਛ ਨਹੀਂ। ਇਹਨੂੰ ਟਾਈਮ ਲੱਗਣਾ। ਤੁਸੀਂ ਆਪਣੇ ਟੀਚੇ ਚੰਗੇ ਰੱਖੋ, ਨਫ਼ਰਤ ਤੋਂ ਰਹਿਤ ਰੱਖੋ, ਵਧੀਆ ਰੱਖੋ, ਤੇ ਜਦੋਂ ਵੀ ਕਦੇ ਨਿਰਾਸ਼ਾ ਹੁੰਦੀ ਹੈ, ਜਦੋਂ ਵੀ ਕਦੇ ਲੱਗਦਾ ਕਿ ਮੋਰੇ ਹਨੇਰਾ, ਚਾਨਣ ਹੋਣਾ ਹੀ ਨਹੀਂ, ਇੱਕ ਬੰਦੇ ਨੂੰ ਚੇਤਾ ਕਰਨਾ ਜਿਹਦਾ ਨਾਮ ਹੈ ਸ਼ਹੀਦ ਊਧਮ ਸਿੰਘ। ਤੇ ਇਸ ਗੱਲ ਦਾ ਵੀ ਚੇਤਾ ਕਰਨਾ ਕਿ ਉਹ ਬੰਦਾ ਆਪਣੇ ਉਸ ਟੀਚੇ ਦੀ ਪ੍ਰਾਪਤੀ ਦੇ ਲਈ ਵਿਦੇਸ਼ ਤੱਕ ਪੁੱਜਿਆ। ਉੱਥੇ ਨੌਕਰੀਆਂ ਨਹੀਂ ਲੱਭੀਆਂ, ਉੱਥੇ ਕੋਠੀਆਂ ਤੇ ਕਾਰਾਂ ਨਹੀਂ ਲੱਭੀਆਂ, ਉੱਥੇ ਇਹ ਨਹੀਂ ਦੇਖਿਆ ਕਿ ਭਾਈ ਮੇਰਾ ਕਾਰੋਬਾਰ ਸਭ ਤੋਂ ਵੱਡਾ ਕਿੱਦਾਂ ਹੋਵੇ। ਇਹ ਦੇਖਿਆ ਕਿ ਭਾਈ ਕਈ ਦਹਾਕੇ ਪਹਿਲਾਂ ਜੋ ਕੁਝ ਵਾਪਰਿਆ ਸੀ ਮੈਂ ਉਹਦੇ ਜ਼ਿੰਮੇਵਾਰ ਬੰਦੇ ਨੂੰ ਸਜ਼ਾ ਦੇਣੀ ਹੈ। ਹੁਣ ਸੰਧਾਲੀਆ ਸਾਹਿਬ ਉਹਦੇ ਤੋਂ ਅਗਲਾ ਮਸਲਾ, ਨਵਜੋਤ ਸਿੰਘ ਸਿੱਧੂ ਗਏ, ਸ਼ਰਧਾਂਜਲੀ ਭੇਂਟ ਕੀਤੀ। ਭਗਵੰਤ ਮਾਨ ਸਾਹਿਬ ਆਪਣੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਗਏ, ਸ਼ਰਧਾਂਜਲੀ ਭੇਂਟ ਕੀਤੀ। ਅਕਾਲੀ ਦਲ ਤੇ ਬਸਪਾ ਦੇ ਲੀਡਰ ਗਏ, ਕਾਮਰੇਡ ਗਏ, ਸਾਰੇ ਗਏ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਗਏ ਜੀ, ਸ਼ਹੀਦ ਊਧਮ ਸਿੰਘ ਹੋਰਾਂ ਦੇ ਨਾਲ ਸੰਬੰਧਿਤ ਮਿਊਜ਼ੀਅਮ ਦਾ ਉਦਘਾਟਨ ਕਰਤਾ, ਉਹਨਾਂ ਦੇ ਬੁੱਤ ਦਾ ਉਦਘਾਟਨ ਕਰਤਾ। ਬਹੁਤ ਚੰਗਾ, ਤੁਹਾਡਾ ਧੰਨਵਾਦ। ਪਰ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਕਿ ਸ਼ਹੀਦ ਤਾਂ ਰੋਜ਼ ਦੇ ਸ਼ਹੀਦ ਨੇ ਸਾਡੇ ਜੀ। ਪਿਛਲੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚੇਤਾ ਹੀ ਨਹੀਂ ਆਇਆ ਕਿ ਭਾਈ ਮੈਂ ਸ਼ਹੀਦ ਊਧਮ ਸਿੰਘ ਹੋਰਾਂ ਦੇ ਉਸ ਥਾਂ ਦੇ ਉੱਤੇ ਜਾਣਾ ਹੈ। ਬਾਕੀ ਸਾਰੇ ਲੀਡਰਾਂ ਨੂੰ ਵੀ ਚੇਤਾ ਨਹੀਂ ਆਇਆ। ਜੇ ਕੋਈ ਜਾਂਦਾ ਵੀ ਸੀ ਤਾਂ ਫਾਰਮੈਲਿਟੀ ਪੂਰੀ ਕਰਕੇ ਆ ਜਾਂਦਾ ਸੀ। ਅੱਜ ਸਵਾਲ ਇਹ ਨਹੀਂ ਕਿ ਸ਼ਹੀਦ ਊਧਮ ਸਿੰਘ ਹੋਰਾਂ ਦੇ ਨਾਂ ਤੇ ਮਿਊਜ਼ੀਅਮ ਬਣਾਤਾ ਤੇ ਬੁੱਤ ਬਣਾਤਾ। ਸਵਾਲ ਇਹ ਹੈ ਕਿ ਉਹਨਾਂ ਦੇ ਨਾਲ ਜਿਹੜੇ ਬਾਕੀ ਸਾਡੇ ਆਜ਼ਾਦੀ ਘੁਲਾਟੀਏ ਨੇ, ਜਿਹੜੇ ਬਾਕੀ ਸਾਡੇ ਕ੍ਰਾਂਤੀਕਾਰੀ ਨੇ, ਜਿਨ੍ਹਾਂ ਨੇ ਇੰਨੀਆਂ ਵੱਡੀਆਂ ਸਜ਼ਾਵਾਂ ਭੁਗਤੀਆਂ, ਕੀ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਘਰ ਸਾਂਭ ਲਿਆ? ਕੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਨਾਲ ਸੰਬੰਧਿਤ ਜਿੰਨੀਆਂ ਯਾਦਗਾਰਾਂ ਸੀ ਅਸੀਂ ਸਾਂਭ ਲਈਆਂ? ਕੀ ਮਦਨ ਲਾਲ ਢੀਂਗਰਾ ਹੋਰਾਂ ਦਾ ਚੇਤਾ ਸਾਨੂੰ ਆਇਆ? ਸੰਧਾਲੀਆ ਸਾਹਿਬ, ਸਾਡੇ ਸਿਆਸਤਦਾਨ ਥੋੜਾ ਜਿਹਾ ਆਪਣੀ ਅਕਲ ਨੂੰ ਹੱਥ ਮਾਰਨ, ਉਹਨਾਂ ਦੇ ਨਾਂ ਦੇ ਉੱਤੇ ਰੋਟੀਆਂ ਨਾ ਸੇਕਣ। ਮਹਾਰਾਜਾ ਰਣਜੀਤ ਸਿੰਘ ਨੇ ਬਡਰੁੱਖਾ ਪਿੰਡ ਦੇ ਵਿੱਚ ਬੁੱਤ ਕਿੱਦਣ ਦਾ ਲੱਗਦਾ? 20 ਸਾਲ ਹੋ ਗਏ। ਹਰ ਇੱਕ ਮੁੱਖ ਮੰਤਰੀ ਇੱਕ ਤੋਂ ਵੱਧ ਵਾਰ ਉੱਥੇ ਜਾ ਕੇ ਝੂਠ ਬੋਲੀ ਜਾਂਦਾ। ਪਾਰਕ ਬਣਾ ਦੇਵਾਂਗੇ, ਮਿਊਜ਼ੀਅਮ ਬਣਾ ਦੇਵਾਂਗੇ, ਬੁੱਤ ਲਾ ਦੇਵਾਂਗੇ। ਉਹ ਭਲਿਓ ਲੋਕੋ, ਜਿਹੜੇ ਲੋਕਤੰਤਰ ਦੇ ਵਿੱਚ ਵੋਟਾਂ ਦੇ ਰਾਹੀਂ ਤੁਸੀਂ ਤਾਕਤ ਲੈ ਕੇ ਕੁਰਸੀ ਤੇ ਬੈਠ ਕੇ ਸੱਤਾ ਦੀਆਂ ਰੋਟੀਆਂ ਸੇਕਦੇ ਹੋ, ਉਹ ਸੱਤਾ ਦੀਆਂ ਰੋਟੀਆਂ ਤੁਹਾਨੂੰ ਇਹਨਾਂ ਸ਼ਹੀਦਾਂ ਦੀ ਬਦੌਲਤ ਮਿਲੀਆਂ ਤੇ ਤੁਸੀਂ ਉਹਨਾਂ ਦੇ ਨਾਂ ਤੇ ਵੀ ਸਿਆਸਤ ਕਰੀ ਜਾਂਦੇ ਹੋ। ਅੱਜ ਵਿਰੋਧੀ ਧਿਰ ਵਾਲੇ ਕਹਿੰਦੇ ਇਹਨਾਂ ਨੇ ਕੀਤਾ ਕੁਛ ਨਹੀਂ, ਤੁਸੀਂ ਤਾਂ ਕਿਤੇ ਧਰਨੇ ਲਾ ਕੇ ਬੈਠੇ ਰਹੇ ਇਹਨਾਂ ਦੇ ਲਈ। ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਹੀਦ ਊਧਮ ਸਿੰਘ ਹੋਰਾਂ ਦੇ ਉੱਤੇ ਆ ਕੇ ਸੰਤੁਸ਼ਟ ਨਾ ਹੋ ਜਾਣ। ਪੰਜਾਬ ਦੇ ਸ਼ਹੀਦਾਂ ਦੀਆਂ ਲਿਸਟਾਂ ਤੇ ਕੋਲ ਹੋਣੀਆਂ, ਉਹਨਾਂ ਦੇ ਘਰਾਂ ਦਾ ਕੀ ਹਾਲਾਤ ਹੈ, ਉਹਨਾਂ ਦੇ ਵਾਰਸਾਂ ਦੇ ਕੀ ਹਾਲਾਤ ਹੈ,
ਕਿੰਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨੇ ਜਿਹੜੇ ਕਹਿੰਦੇ ਕਿ ਭਾਈ ਮੁੜ ਕੇ ਪੈਨਸ਼ਨ ਹੀ ਨਹੀਂ ਲੱਗੀ। ਕਿੰਨੀਆਂ ਖਬਰਾਂ ਲੱਗਦੀਆਂ ਹੁੰਦੀਆਂ ਕਿ ਸਾਨੂੰ ਸਰਕਾਰੀ ਦਫ਼ਤਰਾਂ 'ਚ ਧੱਕੇ ਪੈਂਦੇ ਆ, ਕਿਸੇ ਦੇ ਪਲਾਟ ਤੇ ਕਬਜ਼ਾ ਹੋ ਗਿਆ, ਕਿਸੇ ਦੇ ਘਰ ਤੇ ਕਬਜ਼ਾ ਹੋ ਗਿਆ। ਇਦਾਂ ਦੀਆਂ ਵੀ ਖਬਰਾਂ ਛਪੀਆਂ ਸੀ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤਾਂ ਮੰਗੀਆਂ ਜਾ ਰਹੀਆਂ। ਸੰਧਾਲੀਆ ਸਾਹਿਬ ਕਿੱਥੇ ਹੈ ਸਾਰਾ ਕੁਝ? ਇਹ ਨਹੀਂ ਕਿ ਅੱਜ ਵੋਟਾਂ ਨੇੜੇ ਹੈ ਹਰ ਇੱਕ ਲੀਡਰ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਤੇ ਸ਼ਹੀਦ ਊਧਮ ਸਿੰਘ ਹੋਰਾਂ ਦੇ ਉਸ ਥਾਂ ਦੇ ਉੱਤੇ ਚਲਾ ਗਿਆ। ਬਿਲਕੁਲ ਸਹੀ। ਨਹੀਂ ਇਹ ਤੇ ਗੱਲ ਹੈਗੀ ਆ। ਇਹ ਖੈਰ ਜਦੋਂ ਇਹ ਦਿਨ ਤਿਉਹਾਰ ਆਉਂਦੇ ਨੇ ਉਦੋਂ ਕਈ ਵਾਰ ਲੀਡਰਾਂ ਨੂੰ ਚੇਤਾ ਭੁੱਲ ਜਾਂਦਾ, ਕਿਉਂਕਿ ਉਹਨੂੰ ਲੱਗਦਾ ਹੁੰਦਾ ਵੀ ਦਿਨ ਤਿਉਹਾਰ ਤੇ ਆ ਗਿਆ ਪਰ ਵੋਟਾਂ ਦੂਰ ਨੇ ਜੀ। ਤੇ ਜਦੋਂ ਉਹਨੂੰ ਲੱਗਦਾ ਵੀ ਦਿਨ ਤਿਉਹਾਰ ਭਾਈ ਸਾਹਿਬ ਕੱਢ ਕੇ ਲਿਆਓ, ਲੱਭ ਕੇ ਲਿਆਓ, ਕਿਉਂਕਿ ਵੋਟਾਂ ਨੇੜੇ ਨੇ, ਉਹ ਜਿਹੜਾ ਫਰਕ ਆ ਉਹ ਹੁਣ ਲੋਕ ਕਰਨਾ ਸਿੱਖ ਗਏ ਆ। ਐਂਡ ਜੇ ਇਸ ਫਰਕ ਨੂੰ ਆਪਾਂ ਜੇ ਸ਼ਹੀਦ ਊਧਮ ਸਿੰਘ ਹੋਰਾਂ ਦੀ ਸ਼ਹੀਦੀ ਤੋਂ, ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈ ਕੇ ਇਦਾਂ ਕਰ ਲਈਏ ਕਿ ਯਾਰ ਜੇ ਦਹਾਕਿਆਂ ਬੱਧੀ ਉਹ ਮਨ ਦੇ ਵਿੱਚ, ਦਿਲ ਦੇ ਵਿੱਚ ਉਹ ਅੱਗ ਰੱਖ ਸਕਦੇ ਆ, ਤੇ ਫਿਰ ਜਿਹੜੀ ਚੇਂਜ ਦੀ ਇੱਕ ਤਬਦੀਲੀ ਦੀ ਅੱਗ ਲੈ ਕੇ ਇਸ ਵਕਤ ਚਾਹੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਜਾਂ ਬਾਕੀ ਜਿਹੜੀਆਂ ਜਥੇਬੰਦੀਆਂ ਵੱਖਰੇ ਵੱਖਰੇ ਥਾਵਾਂ ਦੇ ਉੱਪਰ ਆਪਣਾ ਟਿੱਲ ਲਾਉਂਦੀਆਂ ਪਈਆਂ ਵੀ ਆਪਾਂ ਇਸ ਸਿਸਟਮ ਨੂੰ ਸੁਧਾਰਨਾ, ਉਹਨਾਂ ਨੂੰ ਮੇਰੇ ਖਿਆਲ ਨਾਲ ਇਹਦੇ ਤੋਂ ਇੱਕ ਸੇਧ ਮਿਲਦੀ ਆ ਵੀ ਯਾਰ ਕੋਈ ਫਰਕ ਨਹੀਂ ਪੈਂਦਾ। ਮਹੀਨੇ ਜੇ 6 ਲੱਗੇ ਆ ਤੇ 6 ਹੋਰ ਲੱਗ ਜਾਣਗੇ, ਜੇ ਸਾਲ 1 ਲੱਗਾ ਤੇ 2 ਲੱਗ ਜਾਣਗੇ, ਪਰ ਤਬਦੀਲੀ ਆਊਗੀ ਜੇ ਲਿਆਵਾਂਗੇ ਤੇ। ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਆ। ਮੈਨੂੰ ਸਰਜੀਤ ਸਿੰਘ ਧਵਾਨ ਚੇਤੇ ਆਉਂਦਾ, ਕਾਂਗਰਸ ਦਾ MLA ਹੈ। ਤੁਹਾਨੂੰ ਯਾਦ ਹੋਣਾ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣੀ ਨੂੰ ਥੋੜੇ ਮਹੀਨੇ ਹੋਏ ਸੀ, ਆਹੀ ਸਮਾਗਮ ਆ ਗਿਆ ਸੀ। ਉਹੀ ਸੁਨਾਮ ਜਿਹਨੂੰ ਸ਼ਹੀਦ ਊਧਮ ਸਿੰਘ ਵਾਲਾ ਕਹਿੰਦੇ ਆ, ਉੱਥੇ ਸਟੇਜ ਲੱਗੀ ਸੀ ਤਾਂ ਕਾਂਗਰਸ ਪਾਰਟੀ ਜਿਹੜੀ ਕਿ ਸੱਤਾਧਾਰੀ, ਲੋਕਾਂ ਨੂੰ ਚੇਤਾ ਹੋਣਾ, ਸੁਰਜੀਤ ਸਿੰਘ ਧਵਾਨ ਨੇ ਸਟੇਜ ਤੇ ਖੜ ਕੇ ਕਿਹਾ ਸੀ ਕਿ ਸ਼ਹੀਦਾਂ ਦਾ ਦੇਸ਼, ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਇਹ ਧਰਤੀ, ਉਸ ਧਰਤੀ ਦੇ ਉੱਤੇ ਨਸ਼ਾ ਵਿਕਦਾ ਹੈ। ਮੇਰਾ ਬਿਆਨ ਨਹੀਂ, ਤੁਹਾਡਾ ਬਿਆਨ ਨਹੀਂ, ਇਹ ਕਾਂਗਰਸ ਪਾਰਟੀ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦਾ 4 ਸਾਲ ਪਹਿਲਾਂ ਦਿੱਤਾ ਬਿਆਨ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅੱਜ ਜੇ ਕਹਿੰਦੇ ਆ ਨਾ ਕਿ ਨਸ਼ਾ ਮੁੱਕ ਗਿਆ, ਨਹੀਂ ਮੁੱਕਿਆ। ਉਹ ਕਹਿੰਦੇ ਮੈਂ ਸੱਤਾਧਾਰੀ ਧਿਰ ਦਾ MLA ਆ, ਮੈਂ ਅਫਸਰਾਂ ਨੂੰ ਦੱਸਦਾ ਕਿ ਫਲਾਨਾ ਬੰਦਾ ਨਸ਼ਾ ਵੇਚਦਾ, ਨਿਆਣੇ ਮਰ ਰਹੇ ਆ, ਫੜੋ। ਕਹਿੰਦੇ ਫੜਦੇ ਨਹੀਂ। ਉਹ ਕਹਿੰਦੇ ਅਫਸਰ ਖੜੇ ਆ ਸਾਰੇ। ਸਟੇਜ ਤੋਂ ਸੁਰਜੀਤ ਸਿੰਘ ਧਵਾਨ ਬੋਲ ਰਿਹਾ, ਮੈਂ ਨਹੀਂ ਕਹਿੰਦਾ ਉਹ ਲੀਡਰ ਚੰਗੇ ਨੇ ਜਾਂ ਮਾੜੇ, ਮੈਨੂੰ ਤਾਂ ਬਿਆਨ ਚੇਤੇ ਆ। ਉਹ ਕਹਿੰਦੇ ਅਫਸਰ ਖੜੇ ਆ, ਜੇ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਕਿ ਸਾਨੂੰ ਨਹੀਂ ਪਤਾ ਜੀ ਨਸ਼ਾ ਕੌਣ ਵੇਚਦਾ, ਉਹ ਕਹਿੰਦੇ ਮੈਂ ਦੱਸਦਾ। ਅੱਜ 4 ਸਾਲ ਹੋ ਗਏ ਉਸ ਗੱਲ ਨੂੰ। ਬੁੱਤ ਤੋਂ ਪਰਦਾ ਲਾਤਾ, ਮਿਊਜ਼ੀਅਮ ਚਲਾਤਾ, ਲੋਕ ਦੇਖਣਗੇ, ਲੋਕ ਅੱਖਾਂ 'ਚ ਪਾਣੀ ਭਰਿਆ ਕਰਨਗੇ, ਲੋਕਾਂ ਨੂੰ ਹੌਸਲਾ ਹੋਇਆ ਕਰੂਗਾ, ਲੋਕਾਂ ਦੇ ਵਿੱਚ ਦ੍ਰਿੜਤਾ ਆਊਗੀ। ਪਰ ਕੀ 4 ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਆਪਣੇ ਵਿਧਾਇਕ ਵੱਲੋਂ ਜਿਹੜਾ ਨਸ਼ਿਆਂ ਦਾ ਮੁੱਦਾ ਉੱਥੇ ਚੁੱਕਿਆ ਗਿਆ ਸੀ, ਸ਼ਹੀਦ ਨੂੰ ਅਸਲ ਸ਼ਰਧਾਂਜਲੀ ਤਾਂ ਇਹ ਹੁੰਦੀ ਕਿ ਉੱਥੇ ਬਾਂਹ ਖੜੀ ਕਰਕੇ ਕਹਿੰਦੇ ਅੱਜ ਹੈ ਨਹੀਂ ਨਸ਼ਾ, ਰੋਕਤਾ ਹੀ ਅਸੀਂ। ਸ਼ਹੀਦਾਂ ਨੂੰ ਸੁਣਾ ਕੇ ਕਹਿੰਦੇ ਸ਼ਹੀਦੋ ਦੇਖ ਲਓ, ਤੁਸੀਂ ਦੇਸ਼ ਸਾਨੂੰ ਦਿੱਤਾ, ਤੁਸੀਂ ਸੂਬਾ ਸਾਨੂੰ ਦਿੱਤਾ, ਅਸੀਂ ਨਸ਼ਿਆਂ ਤੋਂ ਮੁਕਤ ਕਰ ਦਿੱਤਾ। ਮੁੰਡੇ ਤਾਂ ਟੀਕਿਆਂ ਵਾਲੇ ਅੱਜ ਵੀ ਲੱਭੀ ਜਾਂਦੇ ਆ। ਇਹ ਲੱਭੀ ਜਾਂਦੇ ਆ WhatsApp ਪਰ ਗੱਲ ਉਹੀ ਹੈ ਨਾ ਕਿ ਵੀ ਅੰਦਰ ਕੁਝ ਕਰਨ ਦਾ ਮਾਦਾ ਜੇ ਕੋਈ ਲੀਡਰ ਰੱਖੇ ਤਾਂ ਜ਼ਰੂਰ ਹੋ ਸਕਦਾ, ਪਰ ਜੇ ਆਪਾਂ ਸਿਰਫ ਇਹੋ ਰੱਖਣਾ ਵੀ ਹਾਂ ਯਾਰ ਕੁਰਸੀ ਮਿਲਣੀ ਚਾਹੀਦੀ ਤੇ ਕਿੱਦਾਂ ਮਿਲਦੀ ਹੈ, ਕਿੰਨਾ ਕੁ ਹਿਸਾਬ ਲਾਇਆ ਮਿਲਦੀ ਹੈ, ਜੇ ਕਹਾਣੀ ਉੱਥੇ ਜੇ ਰੱਖਣੀ ਹੈ ਤਾਂ ਫਿਰ ਤਾਂ ਰੋੜੇ ਪਿਆ ਹੀ ਜਾਂਦਾ ਪੰਜਾਬ। ਅੱਜ ਨਹੀਂ ਕੱਲ ਨਹੀਂ ਪਰਸੋਂ, ਜਦੋਂ ਮੁੱਕ ਜੂਗਾ ਫਿਰ ਉਹਦੇ ਤੇ ਵੀ ਪਿੱਟੀ ਜਾਣਗੇ ਵੀ ਹਾਂ ਸਾਂਭਿਆ ਜਾ ਸਕਦਾ ਸੀ, ਕੀਤਾ ਜਾ ਸਕਦਾ ਸੀ। ਮੈਨੂੰ ਤਾਂ ਇਹ ਵੀ ਕਈ ਵਾਰ ਸ਼ੱਕ ਹੁੰਦਾ ਵੀ ਜੇ ਮੰਨ ਲਓ ਇਹ 50 ਸਾਲ ਨਹੀਂ ਤੇ 1 ਸਦੀ ਵੱਧ ਤੋਂ ਵੱਧ ਕੱਢ ਵੀ ਲੈ ਰਹੇ ਨੇ ਵੀ ਪੰਜਾਬ ਸੀ, ਹੋ ਸਕਦਾ 1 ਸਦੀ ਬਾਅਦ ਪੰਜਾਬ 'ਚ ਸਿਆਸਤ पता ਕੀ ਹੋਇਆ करे, वो थे हमारे वहाँ पर वो पंजाबी, तो हम पंजाब फिर वापस लेंगे। ये मैं डेलीबरेटली ये भाषा बोल रहे हैं। हो सकता है कि उस तो बाद मतलब इस चीज़ के उपर जो कोई बचे खोचे पंजाबी उन्होंने को वोटां पवाई जान कि हाँ हम दोबारा पंजाब बनाकर देंगे आपको, आप बस हमारी पार्टी के साथ जुड़ो। हो सकता हो जाए, मैंने ये नहीं लगता भी अज मैं, क्योंकि उदों तक तो आप किहड़ा जीउंदे रहना, पर गल लगती है हो सकता भी इस तरह हो जाए। ਸੰਧਾਲੀਆ ਸਾਹਿਬ, ਇਸ ਗੱਲ ਦੇ ਉੱਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਕਿ ਕੋਈ ਹੋਰ ਭਾਸ਼ਾ ਬੋਲਣ ਵਾਲਾ ਪੰਜਾਬ 'ਚ ਆ ਰਿਹਾ, ਕਿ ਅਸੀਂ ਵੀ ਉਹਨਾਂ ਦੇਸ਼ਾਂ ਦੇ ਵਿੱਚ ਆ ਕੇ ਬੈਠੇ ਹਾਂ ਜਿੱਥੇ ਹੋਰ ਭਾਸ਼ਾ ਬੋਲੀ ਜਾਂਦੀ ਸੀ, ਤੇ ਅੱਜ ਪੰਜਾਬੀ ਦਾ ਜਦੋਂ ਉੱਥੇ ਝੰਡਾ ਲਹਿਰਾਉਂਦਾ, ਉੱਥੋਂ ਦੇ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ, ਉੱਥੋਂ ਦੇ 에ਅਰਪੋਰਟਾਂ ਦੇ ਉੱਤੇ ਬੋਰਡ ਲੱਗਦੇ ਆ, ਉੱਥੋਂ ਦੀ ਗਲੀਆਂ ਦੇ ਨਾਂ ਜਿਹੜੇ ਪੰਜਾਬੀ 'ਚ ਲਿਖੇ ਜਾਂਦੇ ਆ, ਉੱਥੋਂ ਦੀਆਂ ਬੱਸਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਹੁੰਦੇ ਆ, ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ। ਜੇ ਇੱਥੇ ਜਾਓ ਉਹਨਾਂ ਨੂੰ ਦੱਸ ਦਿਓ ਕਿ ਅਸੀਂ ਪੰਜਾਬੀ ਭਾਸ਼ਾ 'ਚ ਗੱਲ ਕਰਨੀ ਆ, ਸਾਨੂੰ ਉਹ ਕਰਮਚਾਰੀ ਦਿੰਦੇ ਆ। ਇਸ ਗੱਲ ਦਾ ਰੌਲਾ ਨਹੀਂ ਕਿ ਕੋਈ ਪੰਜਾਬ ਦੇ ਵਿੱਚ ਆ ਕੇ ਕਿਸੇ ਹੋਰ ਭਾਸ਼ਾ ਨੂੰ ਬੋਲਦਾ, ਰੌਲਾ ਇਸ ਗੱਲ ਦਾ ਬਾਕੀਆਂ ਨੂੰ ਜੀ ਆਇਆਂ ਨੂੰ ਆਖੋ, ਪਰ ਆਪਣੀ ਭਾਸ਼ਾ ਨੂੰ ਜਿਉਂਦੀ ਰੱਖਣ ਦੇ ਲਈ, ਉਹਨੂੰ ਜਵਾਨ ਰੱਖਣ ਦੇ ਲਈ, ਉਹਨੂੰ ਵਿਕਸਿਤ ਹੋਣ ਦੇ ਲਈ, ਉਹਨੂੰ ਸੁਰੱਖਿਅਤ ਰੱਖਣ ਦੇ ਲਈ ਅਸੀਂ ਆਪਣੇ ਕਰਤੱਵਾਂ ਦਾ, ਆਪਣੇ ਫਰਜ਼ਾਂ ਦੀ ਪਾਲਣਾ ਕਰੀਏ। ਕਿਉਂਕਿ ਉਹ ਗੱਲ ਕਿਸੇ ਹੋਰ ਤਰੀਕੇ ਜਾਊਗੀ ਕਿ ਪੰਜਾਬ ਦੇ ਵਿੱਚ ਇਕੱਲੀ ਪੰਜਾਬੀ ਚਾਹੀਦੀ ਹੈ
ਜਿੰਨਾ ਹੋ ਸਕੇ ਪ੍ਰਚਾਰ ਪ੍ਰਸਾਰ ਚਾਹੀਦਾ, ਸਿਲੇਬਸ ਹੋਵੇ ਉਹਦੇ ਵਿੱਚ ਸਾਰੀ ਪੜ੍ਹਾਈ ਹੋਵੇ, ਹਰ ਸਕੂਲ ਦੇ ਵਿੱਚ ਕੰਪਲਸਰੀ ਹੋਵੇ। ਪਰ ਅਸੀਂ ਬਹੁਤ ਆਪਣਾ ਸਿਰ ਉੱਚਾ ਕਰਦੇ ਹਾਂ ਕਿ ਆਸਟ੍ਰੇਲੀਆ 'ਚ ਦੇਖੋ, ਨਿਊਜ਼ੀਲੈਂਡ 'ਚ ਦੇਖੋ, ਇੰਗਲੈਂਡ 'ਚ ਦੇਖੋ, ਯੂਰਪ ਦੇ ਦੇਸ਼ਾਂ 'ਚ ਦੇਖੋ, ਅਮਰੀਕਾ 'ਚ ਦੇਖੋ, ਕੈਨੇਡਾ 'ਚ ਦੇਖੋ ਕਿ ਉੱਥੇ ਵਧੀਆ ਭਾਈ ਪੰਜਾਬੀ ਦਾ ਬੋਲਬਾਲਾ ਬਹੁਤ ਹੈ। ਪਰ ਜਦੋਂ ਪੰਜਾਬ ਦੇ ਵਿੱਚ ਅਸੀਂ ਕਿਸੇ ਹੋਰ ਭਾਸ਼ਾ ਨੂੰ ਪਨਪਦੇ ਦੇਖਣਾ, ਉਹਨੂੰ ਲੱਭਣ ਦੀ ਲੋੜ ਨਹੀਂ, ਆਪਦੀ ਭਾਸ਼ਾ ਨੂੰ ਮਜ਼ਬੂਤ ਤੇ ਉੱਚਾ ਕਰਨ ਦੀ ਲੋੜ ਹੈ ਜੇ ਅਸੀਂ ਸੱਚੀ ਮੁੱਚੀ ਬੈਲੈਂਸ ਅਪਰੋਚ ਰੱਖਣੀ ਆ ਤਾਂ। ਨਹੀਂ, ਬੜਾ ਜ਼ਰੂਰੀ ਹੈ। ਚਲੋ ਭਾਸ਼ਾ ਦੀ ਗੱਲ ਚੱਲੀ ਆ, ਪੜ੍ਹਾਈ ਦੀ ਗੱਲ ਚੱਲੀ ਆ, ਤੇ ਹੁਣ ਚਰਚਾ ਚੱਲ ਪਈ ਹੈ, ਕਹਿੰਦੇ ਵੀ ਆ ਹੁਣ ਸੋਮਵਾਰ ਤੋਂ ਭਾਈ ਸਾਹਿਬ ਸਕੂਲਾਂ ਦੇ ਵਿੱਚ ਪੜ੍ਹਾਈ ਹੋਇਆ ਕਰਨੀ। ਨਿਆਣੇ ਜਿਹੜੇ ਕਹਿੰਦੇ ਵੀ ਸਾਲ ਤੋਂ ਕੋਈ 1.5 ਸਾਲ ਤੋਂ ਅੰਦਰ ਤੜਿਆ ਸੀ, ਮਾਪੇ ਵੀ ਕਹਿਣ ਲੱਗ ਪਏ ਖਰਿਆ ਪਤਾ ਨਹੀਂ ਕਦੋਂ ਸਕੂਲ ਖੁੱਲਣੇ, ਜਾਨ ਛੁੱਟਣੀ ਆ ਅੰਤਰਾ ਪਤਾ ਨਹੀਂ ਕਰੋਨਾ ਕਿੱਥੋਂ ਆ ਗਿਆ, ਕਦੋਂ ਇਹਨੇ ਖਹਿੜਾ ਛੱਡਣਾ। ਤੇ ਇਹ ਵੀ ਉਹੋ ਹੀ ਦਾਦੀਆਂ, ਉਹੋ ਹੀ ਮਾਵਾਂ ਜਿਨ੍ਹਾਂ ਨੇ ਪਹਿਲਾਂ ਮੂੰਹ ਚੁੰਮਣੇ ਹਾਏ ਮੇਰਾ ਪੁੱਤ, ਉਹ ਵੀ ਹੁਣ 1.5 ਸਾਲ ਬਾਅਦ ਪਤਾ ਕੀ ਕਹਿਣ ਲੱਗ ਪਿਆ, ਹਾਏ ਹਾਏ ਸ਼ੁਕਰ ਹੋਊਗਾ ਕਿਤੇ ਸਕੂਲ ਲੱਗਣੇ ਨਾ। ਤੇ ਸਾਰਾ ਦਿਨ ਸਿਰ 'ਚ ਗਲੀਆਂ ਕਰਦੇ ਆ। ਹੁਣ ਫਾਈਨਲੀ ਖਬਰ ਤੇ ਆ ਗਈ ਹੈ ਕਿ ਭਾਈ ਸਾਹਿਬ ਜਿਹੜੇ ਨਿਆਣੇ ਨੇ ਉਹ ਹੁਣ ਸਾਰੀਆਂ ਕਲਾਸਾਂ ਦੇ ਸਕੂਲੇ ਜਾਇਆ ਕਰਨ। ਸੰਧਾਲੀਆ ਸਾਹਿਬ ਦੁਪਹਿਰੇ 12:30 1 ਵਜੇ ਬੀਬੀਆਂ ਲੱਸੀ ਵਾਲੀ ਚਾਟੀ ਧੋ ਕੇ ਬਚਦੀ ਲੱਸੀ ਜਿਹੜੀ ਜੱਗ 'ਚ ਪਾ ਕੇ ਉਹਨੂੰ ਫਰਿੱਜ 'ਚ ਰੱਖ ਕੇ, ਜਿਹੜੇ ਬਿਸਤਰੇ ਸੁੱਕਣੇ ਪਾਏ ਹੁੰਦੇ ਤਰੇਲੇ ਜਾਂਦੇ ਆ, ਉਹਨਾਂ ਨੂੰ ਐਨ ਠੰਡੇ ਕਰਕੇ ਤੈਹਾਂ ਲਾ ਕੇ ਅੰਦਰ ਰੱਖ ਕੇ ਰੋਟੀ ਟੁੱਕ ਦਾ ਕੰਮ ਮੁਕਾ ਕੇ ਜਦੋਂ ਫਿਰ ਬੀਬੀ ਮਹਿੰਦਰ ਕੌਰ, ਬੀਬੀ ਨਸੀਬ ਕੌਰ ਦਾ ਬੂਹਾ ਖੜਕਾਉਂਦੀ ਹੈ, ਉਹ ਮੋਹਰਿਓਂ ਬੀਬੀ ਨਾ ਚੁੰਨੀ ਮੱਥੇ ਤੇ ਬੰਨ ਕੇ ਬੈਠੀ, ਆ ਜਾ ਭੈਣੇ ਆ ਜਾਓ। ਕਹਿੰਦੀ ਕੀ ਹੋਇਆ? ਹੋਣਾ ਕੀ ਆ, ਸਵੇਰ ਦਾ ਸਿਰ ਖਾ ਲਿਆ ਈ। ਪਹਿਲਾਂ ਆਪਸ ਦੇ ਵਿੱਚ ਲੜ ਪਏ, ਮੁੜ ਕੇ ਮੈਨੂੰ ਲੱਭਣ ਜਾਣਾ ਪਿਆ। ਮੈਂ ਬਿਲਕਦੀ ਰਹਿਨੀ ਆ ਕਿ ਭੋਰਾ ਕਿਤਾਬਾਂ ਨੂੰ ਦੇਖ ਲਓ, ਦੇਖਦੇ ਨਹੀਂ ਸਾਰਾ ਦਿਨ ਟੈਂ 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 ਕਰੀ ਜਾਂਦੇ ਆ। ਤੇ ਦੂਜੀ ਕਹਿੰਦੀ ਸਾਡੇ ਵੀ ਇਹੀ ਹਾਲ ਹੈ, ਅੱਜ ਤਾਂ ਚੰਗਾ ਆ ਭੋਲੇ ਦਾ ਪਾਪਾ ਨਾਲ ਖੇਤਾਂ ਨੂੰ ਲੈ ਗਿਆ, ਮੇਰਾ ਵੀ ਕੰਮ ਬਹੁਤ ਖਰਾਬ ਹੁੰਦਾ ਈ। ਨੇ ਹੋਰ ਵੀ ਪੁਆੜੇ ਪਏ, ਉਹ ਪੁਆੜੇ ਪੈ ਵੀ ਉਹ ਕਹਿੰਦਾ ਵੀ ਕਿੱਧਰ ਚੱਲਿਆ? ਕਹਿੰਦਾ ਯਾਰ ਸ਼ਹਿਰ ਨੂੰ ਚੱਲਿਆ। ਕੀ ਗੱਲ ਹੋ ਗਈ? ਉਹ ਮੋਬਾਈਲ ਦੀ ਸਕਰੀਨ ਤੋੜਤੀ ਨਿਆਣਿਆਂ ਨੇ। ਉਹ ਕਹਿੰਦਾ ਯਾਰ ਉਹਦੇ ਧੂਣੇ ਨਵਾਂ ਨਹੀਂ ਲਿਆ। ਕਹਿੰਦਾ ਨਵਾਂ ਤੇ ਲਿਆ ਹੀ ਇਹ ਸਿਆਪਾ ਖਾਨਾ, ਇਹ ਫੋਨ ਦੇ ਉੱਪਰ ਕਲਾਸਾਂ ਲਾਇਆ ਕਰਨੀਆਂ ਆਨਲਾਈਨ। ਉਹ ਆਨਲਾਈਨ 2 ਦਿਨ ਕਲਾਸਾਂ ਲਾਈਆਂ, 2 ਘੰਟੇ ਮੈਡਮ ਪੜਾਉਂਦੀ ਆ, ਮੁੜ ਕੇ 25-26 ਘੰਟੇ ਉਹ ਆ ਵੀ ਤੁਰਿਆ ਫਿਰਦਾ ਰਹਿੰਦਾ ਲੈ ਕੇ। ਕਹਿੰਦੇ ਰੋਟੀ ਖਾਣ ਜਾਣਾ ਤਾਂ ਫੋਨ, ਜੇ ਕਿਤੇ ਹੋਰ ਕੰਮ ਜਾਣਾ ਤਾਂ ਫੋਨ। ਉਹ ਹੁਣ ਸੁੱਟਤਾ ਇੱਟਾਂ ਦੇ ਵਿੱਚ ਤੇ ਹਾਰ ਕੇ ਉਹ ਭੰਨਤਾ ਹੀ। ਕਹਿੰਦਾ ਫੇਰ ਛੱਡੀਆਂ 2 ਮੈਂ ਪਰ ਹੁਣ ਨਿਆਣਾ ਕੀ ਆਖੀਏ। ਭੈਣ ਜੀ ਦਾ ਫੋਨ ਆਈ ਜਾਂਦਾ ਵੀ ਇਹਨਾਂ ਨੂੰ ਫੋਨ ਲੈ ਕੇ ਦੇ। ਸੰਧਾਲੀਆ ਸਾਹਿਬ ਮੇਰੇ ਮਨ 'ਚ ਇੱਕ ਸਵਾਲ ਸੀ। ਹਾਂ, ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਕਿ ਸ਼ੁਕਰ ਹੋਵੇ ਸਕੂਲਾਂ ਦੇ ਵਿੱਚ ਰੌਣਕਾਂ ਲੱਗਣ, ਟੀਚਰ ਆਉਣ, ਬੱਚੇ ਆਉਣ, ਸਾਹਮਣੇ ਬੈਠ ਕੇ ਜਿਹੜੀ ਕਲਾਸਰੂਮ 'ਚ ਪੜ੍ਹਾਈ ਹੁੰਦੀ ਹੈ ਅਸੀਂ ਦੇਖ ਲਿਆ। ਆਨਲਾਈਨ ਬੱਚੇ ਰਿਜ਼ਲਟ ਚੰਗੇ ਲੈ ਸਕਦੇ ਆ, ਆਨਲਾਈਨ ਬੱਚੇ ਪੜ੍ਹ ਸਕਦੇ, ਤੁਹਾਡੀਆਂ ਅੱਖਾਂ ਦੇ ਮੂਹਰੇ ਹੋ ਸਕਦੇ ਆ। ਪਰ ਜਿਹੜੀ ਡਿਵੈਲਪਮੈਂਟ ਬੱਚੇ ਦੀ ਜਮਾਤ ਦੇ ਵਿੱਚ ਬਾਕੀ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੂੰ ਦੇਖ ਕੇ ਇੱਕ ਟੀਮ ਸਪਿਰਿਟ ਪੈਦਾ ਹੋਣੀ ਹੈ, ਇੱਕ ਟੀਮ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨ ਦੀ ਜਿਹੜੀ ਭਾਵਨਾ ਪੈਦਾ ਹੋਣੀ ਹੈ, ਘਰੇ ਬੈਠੇ ਨਹੀਂ ਹੋ ਸਕਦੀ। ਪਰ ਮੇਰੇ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ। ਜੀ ਕਰੋ। ਹਜ਼ਾਰਾਂ ਅਧਿਆਪਕ ਤਾਂ ਮੁਹਾਲੀ ਬੈਠੇ ਆ, ਚੰਡੀਗੜ੍ਹ ਬੈਠੇ ਆ ਕਿ ਭਾਈ ਸਾਨੂੰ ਪੱਕਿਆਂ ਕਰੋ। ਬਹੁਤ ਸਾਰੇ ਅਧਿਆਪਕ ਜਿਹੜੇ ਆ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦੇਣੇ ਆ ਉਹ ਤਾਂ ਪਟਿਆਲੇ ਬੈਠੇ ਆ। ਬੱਚੇ ਤਾਂ ਸਕੂਲ ਚਲੇ ਜਾਣਗੇ ਪਰ ਉਹਨਾਂ ਨੂੰ ਪੜ੍ਹਾਊਗਾ ਕੌਣ? ਜੇ ਉੱਥੇ ਜਾ ਕੇ ਹੜਤਾਲਾਂ ਦੀਆਂ, ਧਰਨੇ ਪ੍ਰਦਰਸ਼ਨਾਂ ਦੀਆਂ ਗੱਲਾਂ ਹੋਈ ਜਾਣੀਆਂ, ਜਾਂ ਬੱਚੇ ਕਹਿਣਗੇ ਮੈਡਮ ਜੀ ਮੈਂ ਉਹ ਦੇਖਿਆ ਹੀ ਤੁਹਾਨੂੰ ਜੋ ਤੁਸੀਂ ਮੁਹਾਲੀ ਗਏ ਸੀ, ਉਹ ਗੇਟ ਟੱਪਣ ਲੱਗੇ ਨਾ ਉਦੋਂ ਪੁਲਿਸ ਨੇ ਧੱਕਾ ਦਿੱਤਾ ਪਿੱਛੇ ਨੂੰ, ਮੈਂ ਦੇਖਿਆ ਹੀ ਮੈਡਮ ਜੀ ਉਹ ਜਦੋਂ ਉਹਨਾਂ ਡਾਂਗਾ ਮਾਰ ਤੁਹਾਡੇ ਲੱਗੀ ਨਾ, ਮੈਨੂੰ ਪਤਾ ਮੈਂ ਸੂਟ ਪਛਾਣ ਲਿਆ ਜੀ ਤੁਹਾਡਾ। ਜਾਣੀ ਅਧਿਆਪਕ ਦਾ ਸਤਿਕਾਰ ਜਿਹੜਾ ਉਹ ਬਰਕਰਾਰ ਰਹਿਣਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਹੈ ਕਿ 2 ਤਰੀਕ ਤੋਂ ਕਲਾਸਾਂ ਲਾ ਦਿਓ, ਪਰ ਪਹਿਲਾਂ 1 ਤਰੀਕ ਤੋਂ ਜਿਹੜੇ ਕੱਚੇ ਅਧਿਆਪਕ ਮੰਗਾਂ ਕਰਦੇ ਆ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੋ। ਜਿਹੜਾ ਸੁਰਿੰਦਰਪਾਲ ਟਾਵਰ ਤੇ ਬੈਠਾ ਉਹਨੂੰ ਥੱਲੇ ਲਾਓ, ਜਿਹੜੇ ਉਹਦੇ ਬਾਕੀ ਸਾਥੀ ਯੋਗਤਾ ਪੂਰੀ ਕਰਦੇ ਆ ਉਹਨਾਂ ਦਾ ਕੰਮ ਧੰਦਾ ਜਿਹੜਾ ਠੀਕ ਤਰੀਕੇ ਰੱਖੋ। ਜੇ ਇਦਾਂ ਨਹੀਂ ਕੀਤਾ ਜਾਂਦਾ, ਸੰਧਾਲੀਆ ਸਾਹਿਬ ਭਾਵੇਂ ਕੈਪਟਨ ਸਾਹਿਬ 2 ਅਗਸਤ ਤੋਂ ਸਕੂਲ ਖੋਲ੍ਹਣ ਲੱਗੇ ਆ, ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਵੀਂ ਐਜੂਕੇਸ਼ਨ ਪਾਲਿਸੀ ਦਾ 1 ਸਾਲ ਹੋਣ ਦਾ ਜਸ਼ਨ ਮਨਾਉਂਦੇ ਆ, ਜੇ ਅਧਿਆਪਕ ਪੂਰੇ ਨਹੀਂ ਹੋਣਗੇ, ਅਧਿਆਪਕਾਂ ਦੀਆਂ ਤਨਖਾਹਾਂ ਪੂਰੀਆਂ ਨਹੀਂ ਹੋਣਗੀਆਂ, ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਨਹੀਂ ਹੋਣਗੀਆਂ, ਤਾਂ ਵਧੀਆ ਚੰਗੀ ਮਿਆਰੀ ਵਿੱਦਿਆ ਦੀ ਆਸ ਨਹੀਂ ਕੀਤੀ ਜਾ ਸਕਦੀ। ਨਹੀਂ ਕੀਤੀ ਜਾ ਸਕਦੀ। ਗੱਲ ਇਹ ਹੈ ਨਾ ਵੀ ਉਹ ਮਿਆਰੀ ਵਿੱਦਿਆ ਦੀ ਆਸ ਕਰੀਏ ਵੀ ਕਿੱਦਾਂ ਬਾਟ ਸਾਹਿਬ, ਕਿਉਂਕਿ ਕਾਰਨ ਇਹ ਹੈ ਵੀ ਜਦੋਂ ਦਾ ਇਹ ਖੈਰ ਅੱਜ ਤਾਂ ਹੁਣ ਆਪਾਂ ਜਦੋਂ ਸਾਰਾ ਕੁਝ ਬਦਲ ਗਿਆ ਉਸ ਤੋਂ ਬਾਅਦ ਰੋਂਦੇ ਪਏ ਆ ਜੀ। ਜਦੋਂ ਇਹ ਚੀਜ਼ ਹੋਈ ਹੋਊਗੀ, ਸ਼ੁਰੂਆਤ ਹੋਈ ਹੋਊਗੀ ਕਈ ਦਹਾਕੇ ਪਹਿਲਾਂ, ਕਿ ਹੌਲੀ ਹੌਲੀ ਸਰਕਾਰੀ ਸਕੂਲ ਨੂੰ ਪਿੱਛੇ ਕਰੀ ਜਾਓ ਤੇ ਪ੍ਰਾਈਵੇਟ ਸਕੂਲ ਜਿਹੜੇ ਉਹਨਾਂ ਨੂੰ ਅੱਗੇ ਲਈ ਜਾਓ, ਫਿਰ ਪਤਾ ਲੱਗਣ ਲੱਗ ਪਿਆ ਵੀ ਪ੍ਰਾਈਵੇਟ ਸਕੂਲ ਵੀ ਬੰਦਿਆਂ ਦੇ ਆਪਣੇ ਮਿਲ ਕੇ ਚੱਲਦੇ ਆ। ਉਦੋਂ ਸ਼ਾਇਦ ਨਵੇਂ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਆਪਣਿਆਂ ਨੂੰ ਲਾ ਲਓ ਇਸ ਚੀਜ਼ ਦਾ ਚਾਅ ਸੀ ਵੀ ਨਹੀਂ ਯਾਰ ਇਹ ਅੰਗਰੇਜ਼ੀ ਸਕੂਲ ਹੈ, ਨਿਆਣਾ ਸਾਡਾ ਚੰਗੀ ਐਜੂਕੇਸ਼ਨ ਲਊਗਾ, ਨਿਆਣਾ ਸਾਡੇ ਦਾ ਪਤਾ ਨਹੀਂ ਕੀ ਬਣ ਜਾਣੇ ਨੇ, ਅਫਸਰ ਹੀ ਬਣ ਜਾਣਾ ਜੇ ਉਸ ਸਕੂਲੇ ਪੜ੍ਹ ਗਿਆ। ਉਹ ਜਿਹੜੇ ਇੱਕ ਮੇਰੇ ਖਿਆਲ ਨਾਲ ਸੁਪਨੇ ਸੀ ਨਾ ਉਹਨਾਂ ਦੇ ਵਿੱਚ ਗਵਾਚ ਕੇ
ਦਹਾਕਿਆਂ ਬੱਧੀ ਪਤਾ ਨਹੀਂ ਲੱਖਾਂ ਦੇ ਆਪਾਂ ਫੀਸਾਂ ਜਿਹੜੀਆਂ ਉਹ ਸਕੂਲਾਂ ਨੂੰ ਭਰ ਕੇ ਤੇ ਅਖੀਰ ਜਦੋਂ ਉਹ ਸਾਰੇ ਸਰਟੀਫਿਕੇਟ ਲੈ ਕੇ ਤੇ ਉਹੀ ਨਿਆਣਾ ਉੱਥੇ ਬੈਠਾ ਹੁੰਦਾ ਜਿੱਥੇ ਉਹ ਸਕੂਲ ਸਰਕਾਰੀ ਵਾਲਾ ਬੈਠਾ, ਜਿੱਥੇ ਉਹ ਮਿਡਲ ਵਾਲਾ ਬੈਠਾ, ਜਿੱਥੇ ਕੋਈ ਬਹੁਤ ਹੀ ਚੋਟੀ ਦੇ ਸਕੂਲ 'ਚ ਫੀਸਾਂ ਭਰ ਕੇ ਨਿਆਣਾ ਬੈਠਾ, ਉਦੋਂ ਜਾ ਕੇ ਸਮਝ ਲੱਗਦੀ ਹੈ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਜਿਹੜੀ ਵਿੱਦਿਆ ਇਹਦੇ ਵਿੱਚ ਇਹ ਫਰਕ ਨਹੀਂ ਆ ਵੀ ਇਹ ਏਸੀ ਵਾਲੇ ਕਮਰੇ 'ਚ ਬਹਿ ਕੇ ਲਈ ਆ, ਇਹ ਟਾਟ ਤੇ ਬਹਿ ਕੇ ਲਈ ਆ। ਗੱਲ ਹੈ ਵੀ ਇਹ ਵਿੱਦਿਆ ਜਦੋਂ ਹਾਸਲ ਕਰ ਲਈ ਕਿਸੇ ਨੇ ਵੀ, ਉਸ ਤੋਂ ਬਾਅਦ ਉਹਦਾ ਕੀ ਬਣਨਾ? ਉਹੀ ਬਣਦਾ ਜੋ ਇਸ ਵਕਤ ਅਧਿਆਪਕਾਂ ਦਾ ਬਣਦਾ। ਇਹ ਬਹੁਤ ਵੱਡਾ ਸਵਾਲ ਹੈ। ਚੰਗਾ ਹੋਇਆ ਤੁਸੀਂ ਇਸ ਪ੍ਰਸ਼ਨ ਨੂੰ ਰੌਸ਼ਨੀ 'ਚ ਲੈ ਕੇ ਆਏ, ਪ੍ਰਕਾਸ਼ 'ਚ ਲੈ ਕੇ ਆਏ। ਮੈਨੂੰ ਚੰਗਾ ਲੱਗਾ। ਪਤਾ ਕਿਉਂ? ਤੁਸੀਂ ਤਾਂ ਬਹੁਤ ਵੱਡੀ ਗੱਲ ਕਰ ਦਿੱਤੀ ਨਾ ਕਿ ਚੰਗੀ ਐਜੂਕੇਸ਼ਨ ਹੋਵੇ, ਉਹਨਾਂ ਨੌਕਰੀਆਂ ਦਿੱਤੀਆਂ ਜਾਣ। ਮੈਨੂੰ ਚੇਤੇ ਆਉਂਦਾ ਜਿੱਦਣ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਸੀ ਕਾਂਗਰਸ ਦਾ, ਸਟੇਜ ਲੱਗੀ ਉਹ ਸਤਿਕਾਰਯੋਗ ਨੇ ਕੈਪਟਨ ਅਮਰਿੰਦਰ ਸਿੰਘ, ਲੋਕਾਂ ਨੇ ਵੋਟਾਂ ਪਾ ਕੇ ਚੁਣਿਆ, ਦੂਸਰੀ ਵਾਰ ਦੇ ਮੁੱਖ ਮੰਤਰੀ ਹੈ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਐਜੂਕੇਸ਼ਨ 'ਚ ਨੰਬਰ 1 ਹੈ। ਕਿੱਥੇ ਨੇ ਵਿਜੇਂਦਰ ਸਿੰਗਲਾ ਮੰਤਰੀ ਸਾਹਿਬ? ਵਿਜੇਂਦਰ ਸਿੰਗਲਾ ਸਾਹਿਬ ਦੀ ਇੱਕ ਵਾਰੀ ਵੀਡੀਓ ਆਈ ਸੀ ਤਾਂ ਜਦੋਂ ਪੁਲਿਸ ਕਰਮਚਾਰੀਆਂ ਨੂੰ ਕਹਿੰਦੇ ਸੀ ਇਹਨਾਂ ਨੂੰ ਭਜਾਇਆ ਨਹੀਂ ਤਾਂ ਨਾਲ ਇੱਕ ਸ਼ਬਦ ਬੋਲਿਆ ਸੀ। ਇਦਾਂ ਹੀ ਇੱਕ ਵਾਰੀ ਪਹਿਲੀ ਸਰਕਾਰ ਵੇਲੇ ਵੀ ਕਿਸੇ ਨੇ ਬੋਲਿਆ ਸੀ। ਜਾਣੀ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਕਿੰਨੇ ਕੁ ਗੰਭੀਰ ਹਾਂ, ਅਸੀਂ ਕਿੰਨੇ ਕੁ ਸਿੰਸੀਅਰ ਹਾਂ। ਪੰਜਾਬ ਦੇ ਵਿੱਚ ਨੌਕਰੀਆਂ ਤਾਂ ਪਹਿਲਾਂ ਹੀ ਨਹੀਂ ਲੱਭਦੀਆਂ। ਸਾਡੀਆਂ ਸਰਕਾਰਾਂ ਕਹਿੰਦੀਆਂ ਕੋਚਿੰਗ ਸੈਂਟਰ ਖੋਲਾਂਗੇ, ਬੱਚੇ ਨੈਸ਼ਨਲ ਲੈਵਲ ਦੇ ਐਗਜ਼ਾਮ ਦੇਣਗੇ, ਅਸੀਂ ਉਹਨਾਂ ਨੂੰ ਐਡਜਸਟ ਕਰਾਵਾਂਗੇ। ਪਰ ਇੰਨੀ ਨਾਕਸ ਮਾਨਸਿਕਤਾ, ਇੰਨੀ ਨਾਕਸ ਪਾਲਿਸੀ ਹੈ। ਐਡੇ ਵੱਡੇ ਅਫਸਰ ਨੇ, ਸਲਾਹਕਾਰ ਨੇ, ਮੰਤਰੀ ਸਾਹਿਬ ਨੇ, ਇੱਕੋ ਦਿਨ ਦੇ 2 ਪੇਪਰ ਆ ਗਏ। ਜਾਣੀ ਕਿੰਨੀ ਕੁ ਵੱਡੀ ਗੱਲ ਹੈ ਕਿ ਤੁਸੀਂ ਕਿਸੇ ਭਰਤੀ ਦੇ ਲਈ ਪੇਪਰ ਰੱਖਣਾ ਤੇ ਉਸ ਪੇਪਰ ਦੇ ਲਈ ਤੁਸੀਂ 10 ਤਰੀਕਾਂ ਨਹੀਂ ਦੇਖ ਸਕਦੇ ਕਿ ਭਾਈ ਨੈਸ਼ਨਲ ਲੈਵਲ ਦਾ ਕੋਈ ਪੇਪਰ ਤਾਂ ਨਹੀਂ। UPSC ਦਾ ਪੇਪਰ ਹੈ ਅਗਸਤ ਮਹੀਨੇ ਦੀ 10 ਤਰੀਕ ਤੋਂ ਪਹਿਲਾਂ, ਤੇ ਉਹਨੂੰ ਐਲਾਨ ਹੋਏ ਨੂੰ ਕਈ ਮਹੀਨੇ ਹੋ ਗਏ। ਸਾਰਿਆਂ ਨੂੰ ਪਤਾ ਕਿ UPSC ਦਾ ਪੇਪਰ ਬਹੁਤ ਸਾਰੇ ਪੰਜਾਬ ਦੇ ਬੱਚੇ ਦੇਣਗੇ ਕਿ ਭਾਈ ਅਸੀਂ ਐਡਜਸਟ ਹੋ ਜਾਈਏ। ਇੰਨੀਆਂ ਵਧੀਆ ਨੀਤੀਆਂ, ਇੰਨੇ ਗੰਭੀਰ ਸਾਡੇ ਲੀਡਰ, ਇੰਨੇ ਪੰਜਾਬ ਦੇ ਪ੍ਰਤੀ ਸੰਜੀਦਾ। ਪਟਵਾਰੀਆਂ ਦੀ ਭਰਤੀ ਹੋਣੀ ਹੈ, ਪੇਪਰ ਉਸੇ ਦਿਨ ਰੱਖਤਾ। ਹੁਣ ਬੜੇ ਨੌਜਵਾਨਾਂ ਦੇ, ਮੁਟਿਆਰਾਂ ਦੇ ਟੈਲੀਫੋਨ ਸੁਨੇਹੇ ਆ ਰਹੇ ਆ ਕਿ ਅਸੀਂ ਕਰੀਏ ਕੀ? ਅਸੀਂ ਸੈਂਟਰ ਵਾਲਾ UPSC ਦਾ ਪੇਪਰ ਵੀ ਦੇਣਾ ਤੇ ਅਸੀਂ ਪਟਵਾਰੀਆਂ ਦੀ ਭਰਤੀ ਦੇ ਲਈ ਵੀ ਪੇਪਰ ਦੇਣਾ। ਅਸੀਂ ਦੋਨਾਂ ਚੀਜ਼ਾਂ ਦੇ ਲਈ ਐਲੀਜੀਬਲ। ਇੱਕ ਦਿਨ ਅੱਗੇ ਕਰ ਦਿਓ, ਇੱਕ ਦਿਨ ਪਿੱਛੇ ਕਰ ਦਿਓ, 2 ਦਿਨ ਅੱਗੇ ਕਰੋ, 2 ਦਿਨ ਪਿੱਛੇ ਕਰੋ। ਜਿਹੜੇ ਪਟਵਾਰੀ ਤੁਸੀਂ 4.5 ਸਾਲ ਨਹੀਂ ਭਰਤੀ ਕੀਤੇ, ਹੁਣ ਕਿਤੇ ਬਾਹਾਂ ਆਕੜੀਆਂ ਕਿ 4 ਦਿਨ ਅੱਗੇ ਪਿੱਛੇ ਨਹੀਂ ਕਰ ਸਕਦੇ। ਜਾਣੀ ਉਹ ਕਿਹੜਾ ਬੰਦਾ ਜਿਹਦੇ ਦਸਤਖਤਾਂ ਦੇ ਹੇਠ ਉਸ ਮੀਟਿੰਗ ਦੇ ਵਿੱਚ ਏਜੰਡਾ ਪਾਸ ਹੋਇਆ ਹੋਊਗਾ, ਇੰਨੀ ਤਰੀਕ ਨੂੰ ਪੇਪਰ ਰੱਖ ਦਿਓ। ਇਹਦਾ ਮਤਲਬ ਹੈ ਵੋਟਾਂ ਮੋਰੇ ਉਹਨੂੰ ਦੇਖਦੇ ਹੋ। ਇਹਦਾ ਮਤਲਬ ਹੈ ਤੁਹਾਡਾ ਅੱਗੇ ਪਿੱਛੇ ਕਿਸੇ ਪਾਸੇ ਨੂੰ ਦੇਖਣ ਦੀ ਲੋੜ ਹੀ ਨਹੀਂ। ਐਜੂਕੇਸ਼ਨ ਹੈ, ਰੁਜ਼ਗਾਰ ਹੈ, ਬਹੁਤ ਦੂਰ ਤੱਕ ਦੇਖ ਕੇ ਚੱਲਣਾ ਪੈਂਦਾ। ਤੁਹਾਡੇ ਤੋਂ ਇੱਕ ਦਿਨ ਨਹੀਂ ਦੇਖ ਹੋਇਆ, ਆਸ ਕੀ ਰੱਖੀਏ? ਨਹੀਂ, ਆਸ ਇਹੋ ਰੱਖੋ ਵੀ ਜਦੋਂ ਪਹਿਲਾਂ ਹੁੰਦਾ ਕਿ ਮਤਲਬ ਪੇਪਰ ਦਿਓ ਜੀ, ਪੇਪਰ ਦੇ ਕੇ ਨਤੀਜਾ ਉਡੀਕੋ ਜੀ, ਨਤੀਜਾ ਆ ਗਿਆ ਜੀ, ਜੇ ਨਤੀਜਾ ਆ ਗਿਆ ਜੀ ਤੇ ਉਸ ਤੋਂ ਬਾਅਦ ਅੱਗੇ ਕੁਛ ਨਹੀਂ ਆ ਰਿਹਾ ਜੀ। ਹੁਣ ਕੀ ਹੋਇਆ? ਕਹਿੰਦੇ ਹੋਰ ਤੇ ਕੁਛ ਆ ਨਹੀਂ ਰਿਹਾ, ਖਬਰ ਆਈ ਏ। ਕੀ ਖਬਰ ਆਈ ਏ? ਪਤਾ ਨਹੀਂ ਕਿਸੇ ਨੇ ਨਾ ਹਾਈ ਕੋਰਟ ਜਾ ਕੇ ਉੱਥੇ ਕੇਸ ਕਰ ਦਿੱਤਾ। ਉਹ ਕਹਿੰਦੇ ਭਾਈ ਸਾਹਿਬ ਇਹਦੇ ਵਿੱਚ ਆ ਝੋਲੇ, ਤੇ ਹਾਈ ਕੋਰਟ ਨੇ ਕੀ ਕਿਹਾ? ਉਹਨਾਂ ਨੇ ਆਖਿਆ ਸਟੇ ਦੇ ਦਿਓ ਇਹਦੇ ਤੇ। ਉਦੋਂ ਬਾਅਦ ਫਿਰ ਸਟੇ ਨੂੰ ਬੰਦਾ 2-4 ਮਹੀਨੇ ਅਖਬਾਰ ਪੜ੍ਹਦਾ, ਫਿਰ ਨਾ ਸਟੇ ਦੀ ਖਬਰ ਆਉਂਦੀ ਆ, ਨਾ ਉਸ ਕੇਸ ਦੀ ਖਬਰ ਆਉਂਦੀ ਆ। ਹਾਂ, ਉਦੋਂ ਬਾਅਦ ਇੱਕ ਖਬਰ ਜ਼ਰੂਰ ਆਉਂਦੀ ਆ ਵੀ ਉਸੇ ਨਾਲ ਹੀ ਰਿਲੇਟਡ ਅਗਲੀ ਜਥੇਬੰਦੀ ਨੇ ਫਿਰ ਉਸੇ ਚੌਂਕ ਦੇ ਵਿੱਚ ਫਿਰ ਧਰਨਾ ਲਾਉਣਾ ਸ਼ੁਰੂ ਕਰਤਾ, ਸਾਨੂੰ ਭਰਤੀ ਕਰੋ ਜੀ। ਸੰਧਾਲੀਆ ਸਾਹਿਬ, ਉਹ ਜੀਆਂ ਪਟਵਾਰੀਆਂ ਨੇ ਭਰਤੀਆਂ, ਹੋਰ ਕੀ? ਨਹੀਂ, ਬੜਾ ਔਖਾ ਆ ਸੰਧਾਲੀਆ ਸਾਹਿਬ। ਮੈਂ ਤਾਂ ਇਹ ਸੋਚਦਾ ਸੀ, ਅਜੇ ਵੀ ਅਸੀਂ ਪੰਜਾਬ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, 8 ਤਰੀਕ ਵਾਲਾ ਪੇਪਰ 10 ਨੂੰ ਕਰ ਦਿਓ, 9 ਨੂੰ ਵੀ ਨਾ ਕਰੋ। ਬੱਚੇ ਨੂੰ ਇੱਕ ਦਿਨ ਦਿਮਾਗੀ ਤੌਰ ਤੇ ਰੈਸਟ ਲੈਣ ਦਿਓ। UPSC ਦਾ ਪੇਪਰ ਹੈ, ਕਿਸੇ ਦੇ ਘਰ ਤੋਂ 100 ਕਿਲੋਮੀਟਰ ਦੂਰ ਐਗਜ਼ਾਮ ਹੋਣਾ, ਕਿਸੇ ਦੇ ਘਰ ਤੋਂ 200 ਕਿਲੋਮੀਟਰ ਦੂਰ। ਅਜੇ ਵੀ ਮੌਕਾ ਹੈ, ਕੋਈ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਜੇ ਅਚਾਨਕ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾ ਸਕਦਾ, ਪੇਪਰ ਵੀ 2 ਦਿਨ ਅੱਗੇ ਪਾਇਆ ਜਾ ਸਕਦਾ। ਪਰ ਜੇ ਨਹੀਂ ਪਾਇਆ ਗਿਆ, ਫਿਰ ਕਿਤੇ ਨਾ ਕਿਤੇ ਬੱਚਿਆਂ 'ਚ ਰੋਸ ਰਹੂਗਾ। ਬੱਚੇ ਤਾਂ ਪਹਿਲਾਂ ਹੀ ਡਾਂਗਾ ਖਾਂਦੇ ਆ, ਬੱਚਿਆਂ ਨੂੰ ਤਾਂ ਪਹਿਲਾਂ ਹੀ ਘੜੀਸ ਪਾਸੇ ਕੀਤਾ ਜਾ ਰਿਹਾ, ਬੱਚੇ ਤਾਂ ਪਹਿਲਾਂ ਹੀ ਓਵਰੇਜ ਹੋ ਰਹੇ ਆ। ਜੇ ਕਿਤੇ ਨੌਕਰੀਆਂ ਇਲੈਕਸ਼ਨ ਦੇ ਨੇੜੇ ਜਾ ਕੇ ਕੱਢਦੇ ਵੀ ਹੋ, ਇੱਕ ਦਿਨ ਦੇ ਵਿੱਚ 2-2 ਪੇਪਰ ਆਉਂਦੇ, ਕਿਸੇ ਵੀ ਤਰੀਕੇ ਇਹ ਇਨਸਾਫ ਨਹੀਂ ਕਿਹਾ ਜਾ ਸਕਦਾ। ਪੰਜਾਬ ਸਰਕਾਰ ਤੋਂ ਸਾਡੀ ਬੇਨਤੀ ਹੈ, ਭਾਈ ਪ੍ਰਵਾਨ ਜ਼ਰੂਰ ਕਰ ਲਿਓ। ਨਹੀਂ ਕਰਨਗੇ। ਹੁਣ ਦੇਖੋ ਜੇ ਗੱਲ ਚੱਲ ਪਈ ਹੈ ਤੇ ਜ਼ਰੂਰ ਕੋਈ ਨਾ ਕੋਈ ਇਸ ਚੀਜ਼ ਦੇ ਉੱਪਰ ਧਿਆਨ ਤੇ ਦੇਊਗਾ ਜੀ, ਧਿਆਨ ਦਿੱਤਾ ਜਾਵੇ। ਪਟਵਾਰੀ ਵਾਲਾ ਪਟਵਾਰੀ ਦਾ ਪੇਪਰ ਦੇ ਲੇ, UPSC ਵਾਲਾ UPSC ਵਾਲਾ ਦੇ ਦੇ, ਜਿਹਦਾ ਜਿੱਥੇ ਸੈੱਟ ਆਉਂਦਾ ਕੁਛ ਨਾ ਕੁਛ ਆਵੇ ਜ਼ਰੂਰ। ਪਰ ਇਹ ਸਾਰੇ ਕੁਛ ਜੇ ਸੈੱਟ ਨਹੀਂ ਆ ਰਿਹਾ ਤੇ ਉਹ ਕਿਸਾਨ ਅੰਦੋਲਨ ਵਾਲਾ ਮੁੱਦਾ ਨਹੀਂ ਆ ਰਿਹਾ, ਕਿਉਂਕਿ ਉਹ ਵਿਚਾਰੇ ਅਜੇ ਵੀ ਉੱਥੇ ਬੈਠੇ ਕਿਸਾਨ ਪਾਰਲੀਮੈਂਟ ਚਲਾਈ ਜਾਂਦੇ ਆ, ਅੰਦਰ ਦੂਜੀ ਪਾਰਲੀਮੈਂਟ ਚੱਲੀ ਜਾਂਦੀ ਹੈ, ਤੇ ਨਾ ਉਹ ਪਾਰਲੀਮੈਂਟ ਉਹਨਾਂ ਦੀ ਸੁਣਦੀ ਹੈ ਤੇ ਨਾ ਉਹ ਹੀ ਉਹਨਾਂ ਦੀ ਮੰਨਣ ਨੂੰ ਤਿਆਰ ਆ ਵੀ ਅਸੀਂ ਵਾਪਸ ਜਾਣਾ। ਸੰਧਾਲੀਆ ਸਾਹਿਬ, ਬੜੀ ਅਜੀਬ ਸਥਿਤੀ ਹੈ। ਮੈਨੂੰ ਚੇਤਾ ਆਉਂਦਾ ਕਿ ਇੱਕ ਵਾਰੀ ਕੇਂਦਰ ਸਰਕਾਰ ਦੁਆਰਾ ਬਣਾਈ ਗਈ ਇੱਕ ਕਮੇਟੀ ਕਹਿੰਦੀ ਸੀ, ਜਾਂ ਕੇਂਦਰ ਸਰਕਾਰ ਕਹਿੰਦੀ ਸੀ, ਦੇਖੋ ਜੀ
ਇੰਨੀਆਂ ਕਿਸਾਨ ਜਥੇਬੰਦੀਆਂ ਤਾਂ ਸਾਡੇ ਨਾਲ ਹੈ। ਖੇਤੀਬਾੜੀ ਮੰਤਰੀ ਨਾਲ ਮੁਲਾਕਾਤਾਂ ਕੀਤੀਆਂ ਸੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ। ਉਹਦੇ ਤੋਂ ਬਾਅਦ ਕਿੰਨਾ ਕੁਝ ਸਾਹਮਣੇ ਆਇਆ ਸੀ। ਕੋਈ 4 ਦਿਨ ਪਹਿਲਾਂ ਬਣੀ, ਕੋਈ ਜਥੇਬੰਦੀ 1 ਮਹੀਨਾ ਪਹਿਲਾਂ ਬਣੀ। ਕਿਸੇ ਨੇ ਘਰ ਦੇ ਚੁਬਾਰੇ ਦੇ ਵਿੱਚ ਬੋਰਡ ਲਾਇਆ ਕਿ ਇੱਥੇ ਕਿਸਾਨ ਜਥੇਬੰਦੀ ਦਾ ਦਫ਼ਤਰ ਹੈ, ਤੇ ਲੱਖਾਂ ਦੀ ਗਿਣਤੀ 'ਚ ਉਹਨਾਂ ਦੇ ਉਹ ਮੈਂਬਰ ਦੱਸੀ ਜਾਂਦੇ ਸੀ। ਕਿਸਾਨ ਜਥੇਬੰਦੀਆਂ ਤਾਂ 8.5 ਮਹੀਨੇ ਹੋ ਗਏ ਦਿੱਲੀ ਬੈਠੀਆਂ। ਉਹ ਬੰਗਾਲ ਵੀ ਜਾ ਆਈਆਂ, ਉਹ ਕਰਨਾਟਕ ਵੀ ਜਾ ਆਈਆਂ। ਉਹਨਾਂ ਨੇ ਮਿਸ਼ਨ ਯੂਪੀ ਤੇ ਉੱਤਰਾਖੰਡ ਵੀ ਸ਼ੁਰੂ ਕਰਤਾ। ਮੈਨੂੰ ਅੱਜ ਤੱਕ ਸਰਕਾਰ ਦੀਆਂ ਉਹ ਜਥੇਬੰਦੀਆਂ ਨਹੀਂ ਲੱਭੀਆਂ ਮੁੜ ਕੇ। ਨਾ ਉਹਨਾਂ ਦਾ ਕਦੇ ਧਰਨਾ ਦੇਖਿਆ, ਨਾ ਉਹਨਾਂ ਦਾ ਕਦੇ ਪ੍ਰਦਰਸ਼ਨ ਦੇਖਿਆ, ਨਾ ਉਹਨਾਂ ਦਾ ਕਦੇ ਮੰਗ ਪੱਤਰ ਦੇਖਿਆ। ਕਾਗਜ਼ ਰੁੜੀ ਜਾਂਦਾ ਹੈ, ਕੁਛ ਨਹੀਂ ਦੇਖਿਆ। ਸੰਧਾਲੀਆ ਸਾਹਿਬ ਉਹ ਜਥੇਬੰਦੀਆਂ ਕਿੱਥੇ ਹੈ? ਇੱਕ ਸਵਾਲ ਹੈ ਉਹਨਾਂ ਜਥੇਬੰਦੀਆਂ ਲਈ। ਅਸੀਂ ਕਹਿੰਦੇ ਕਿ ਤੁਸੀਂ ਠੀਕ ਹੋ ਸਕਦਾ ਅੰਦੋਲਨ ਕਰਨ ਵਾਲੇ ਗਲਤ ਹੋਣ। ਕੀ ਪਿਛਲੇ 8-10 ਮਹੀਨਿਆਂ ਦੇ ਵਿੱਚ ਜਦੋਂ ਦੇ ਕਾਨੂੰਨ ਬਣੇ ਆ, ਬਣ ਕੇ ਪਹਿਲਾਂ ਲਾਗੂ ਹੋਏ ਤਾਂ ਫਿਰ ਮੁਲਤਵੀ ਕੀਤੇ ਗਏ, ਉਦੋਂ ਦੀ ਕਿਸੇ ਵੀ ਭਾਰਤ ਦੇ ਕਿਸਾਨ ਦੀ ਫਸਲ ਘੱਟ ਮੁੱਲ ਤੇ ਵਿਕੀ ਨਹੀਂ? ਉਦੋਂ ਦੀ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਚੰਗੇ ਨੇ, ਉਦੋਂ ਦੀ ਸਾਰੇ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਪੂਰਾ ਮੁੱਲ ਮਿਲ ਗਿਆ, ਝੋਨੇ ਦਾ ਪੂਰਾ ਮੁੱਲ ਮਿਲ ਗਿਆ, ਨਰਮੇ ਦਾ ਪੂਰਾ ਮੁੱਲ ਮਿਲ ਗਿਆ। 12,000 ਕਰੋੜ ਦਾ ਗੰਨੇ ਦੇ ਪੈਸੇ ਯੂਪੀ 'ਚ ਕਿਸਾਨਾਂ ਦੇ ਦੇਣ ਵਾਲੇ ਪਏ ਆ। ਮੈਂ ਸਵਾਲ ਕਰਦਾ ਉਹਨਾਂ 30-32 ਜਥੇਬੰਦੀਆਂ ਨੂੰ ਜਿਨ੍ਹਾਂ ਦੀ ਲਿਸਟ ਜਾਰੀ ਕੀਤੀ ਗਈ ਸੀ कि सानू 3-3 4-4 बंदे वफद के रूप में मिलना है कि कानून बड़े अच्छे हैं, ये तो कानून इतने अच्छे हैं, इनको तुरंत लागू किया जाए, नुकसान हो जाएगा। वो लोग जो इनका विरोध कर रहे हैं, आंदोलन कर रहे हैं, वो तो विचोलियों के मददगार हैं। ये गल्लां करदे सी ना। ਅੱਜ ਪੰਜਾਬ ਦੇ ਕਿਸਾਨਾਂ ਦਾ ਗੰਨੇ ਦਾ ਬਕਾਇਆ, ਹਰਿਆਣੇ ਦੇ ਕਿਸਾਨਾਂ ਦਾ ਬਕਾਇਆ, यूपी ਦੇ ਕਿਸਾਨਾਂ ਦਾ ਬਕਾਇਆ, MP ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ, ਮਹਾਰਾਸ਼ਟਰ 'ਚ ਖੁਦਕੁਸ਼ੀਆਂ ਹੋ ਰਹੀਆਂ। ਉਹ 32 ਜਥੇਬੰਦੀਆਂ ਦੇ 2-2 ਬੰਦੇ ਵੀ ਹੁਣ ਤਾਂ 64 ਬਣਦੇ ਆ। ਅੱਜ ਤੱਕ ਇੱਕ ਵੀ ਨਹੀਂ ਦੇਖਿਆ ਉਹ ਬੰਦੇ ਹੈਗੇ ਕਿੱਥੇ ਆ। ਤੇ ਭਾਈ ਜਿਹੜੇ ਕਿਸਾਨਾਂ ਦੇ ਹੱਕਾਂ ਲਈ ਲੜਦੇ ਆ, ਲਗਾਤਾਰ 3 ਦਿਨ ਮੀਂਹ ਪੈਂਦੇ ਦੇ ਵਿੱਚ ਕਿਸਾਨ ਪਾਰਲੀਮੈਂਟ ਲਾਈ, ਸਵਾਲ ਖੜੇ ਕੀਤੇ, 600 ਤੋਂ ਵੱਧ ਕੁਰਬਾਨੀਆਂ ਹੋ ਗਈਆਂ। ਅੱਜ ਸਾਡੀ ਸਰਕਾਰ ਵਾਲੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ। ਉਹ ਤੁਹਾਨੂੰ ਤਾਂ ਕੀੜੀ ਦਿਸਦੀ ਹੁੰਦੀ ਤੁਰੇ ਜਾਂਦਿਆਂ ਨੂੰ। ਸਿਆਸਤਦਾਨ ਹੋ ਤੁਸੀਂ ਤਾਂ ਵੋਟਾਂ ਲੈਣੀਆਂ ਹੋਣ, ਉਹ ਭਾਰਤ ਦੇ ਦੂਜੇ ਪਾਸੇ ਬਾਰਡਰ ਦੇ ਨੇੜੇ ਵੀ ਪਿੰਡ ਹੋਵੇ ਤਾਂ ਤੁਹਾਡੀ ਪਾਰਟੀ ਦੇ ਬੰਦੇ ਦੱਸ ਦਿੰਦੇ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਤੇ ਉਹਦੇ ਸਹਿਯੋਗੀਆਂ ਦੀ ਸਰਕਾਰ ਹੈ। ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਨੂੰ ਕਹਿੰਦੇ 117 ਸੀਟਾਂ ਜਿੱਤਣੀਆਂ। ਤੁਹਾਡੇ ਪਿੰਡ ਦੇ ਕਿਸੇ ਵਰਕਰ ਨੇ ਨਹੀਂ ਦੱਸਿਆ ਕਿ ਸਾਡੇ ਪਿੰਡ ਦਾ ਬੰਦਾ ਟਰਾਲੀ ਲੈ ਕੇ ਅੰਦੋਲਨ 'ਚ ਗਿਆ ਸੀ, ਡੱਬੇ 'ਚ ਬੰਦ ਹੋ ਕੇ ਆਇਆ, ਪੋਸਟਮਾਰਟਮ ਦੀ ਰਿਪੋਰਟ ਪਈ ਹੈ, ਸਾਰਾ ਪਿੰਡ ਇਕੱਠਾ ਹੋ ਕੇ ਆਇਆ, ਕਿਸਾਨ ਜਥੇਬੰਦੀਆਂ ਨੇ ਆਪਣਾ ਝੰਡਾ ਉਹਦੀ ਮ੍ਰਿਤਕ ਦੇਹ ਤੇ ਪਾਇਆ। ਤੁਹਾਡਾ ਕੋਈ ਵਰਕਰ ਨਹੀਂ ਬੋਲਦਾ। ਕੋਈ ਤਾਂ ਬੋਲੇ, ਤੁਹਾਡੀ ਸਰਕਾਰ ਕਹੀ ਜਾਂਦੀ ਆ ਕਿ ਭਾਈ ਕੋਈ ਬੰਦਾ ਉੱਥੇ ਮਰਿਆ ਹੀ ਨਹੀਂ, ਸਾਡੇ ਕੋਲੇ ਅੰਕੜਾ ਹੀ ਹੈ ਨਹੀਂ। ਸੁਪਰੀਮ ਕੋਰਟ ਤੱਕ ਕੇਸ ਚੱਲਿਆ। ਨਹੀਂ, ਸੁਪਰੀਮ ਕੋਰਟ ਤੱਕ ਚਲੇ ਗਿਆ ਕੇਸ ਬਾਟ ਸਾਹਿਬ। ਵੈਸੇ ਮੈਂ ਉਹ ਜਿਹੜਾ ਤੁਸੀਂ ਮੁੱਦਾ ਪਹਿਲਾਂ ਛੇੜਿਆ ਸੀ ਨਾ, ਮੇਰੇ ਧਿਆਨ 'ਚ ਗੱਲ ਆਉਂਦੀ ਸੀ, ਮੈਂ ਕਿਹਾ ਵੀ ਕਿੱਡਾ ਵਧੀਆ ਤੇ ਸੌਖਾ ਤਰੀਕਾ ਸਰਕਾਰ ਕੋਲੇ 1 ਹਫ਼ਤੇ 'ਚ ਕਿਸਾਨ ਅੰਦੋਲਨ ਖਤਮ ਹੋ ਸਕਦਾ। ਕਾਰਨ ਕੀ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਆਹ ਬਸ ਥੋੜ੍ਹੀਆਂ ਜਿਹੀਆਂ ਜਥੇਬੰਦੀਆਂ, ਥੋੜ੍ਹੇ ਜਿਹੇ ਲੋਕ ਨੇ ਜਿਹੜੇ ਕਿ ਐਵੇਂ ਕਿਸਾਨ ਪਾਰਲੀਮੈਂਟ ਕਰੀ ਜਾਂਦੇ ਜਾਂ 3-4 ਥਾਵਾਂ ਤੇ ਧਰਨਾ ਦਿੱਲੀ ਦੇ ਘੇਰੇ ਤੇ ਸਾਡੇ ਨਾਲ ਤੇ ਬਹੁਤ ਸਾਰੇ ਲੋਕ ਨੇ। ਮੇਰੇ ਖਿਆਲ ਨਾਲ ਚਲੋ ਜੇ ਉਹ ਜਿਹੜੇ ਲੋਕ ਨੇ ਸਾਰਿਆਂ ਨੂੰ ਨਾ ਲੈ ਕੇ ਆਉਣ, ਉਹਨਾਂ ਦਾ 10% ਹੀ ਲੈ ਆਉਣ ਤੇ ਉਹਨਾਂ ਨੂੰ ਲਿਆਣ ਕੇ ਕਹਿਣ ਵੀ ਆਹ ਦੇਖੋ ਭਾਈ ਸਾਹਿਬ, ਆਹ ਉਹ ਬੰਦੇ ਨੇ, ਇਹਨਾਂ ਕਿਸਾਨਾਂ ਨੂੰ ਹੋ ਗਿਆ ਫਾਇਦਾ, ਇਹਨਾਂ ਦੇ ਨਾਲ ਹੀ ਤੁਸੀਂ ਡਿਬੇਟ ਕਰ ਲਓ ਪਾਰਲੀਮੈਂਟ 'ਚ ਲੈਣ ਕਿਸਾਨਾਂ ਦੀ। ਉਹੀ ਨਾ, ਕਿਸਾਨ ਪਾਰਲੀਮੈਂਟ ਦੇ ਵਿੱਚ ਉਹ ਬੰਦੇ ਪੇਸ਼ ਕਰ ਦੇਣ, ਆਪ ਆਉਣ ਦੀ ਵੀ ਲੋੜ ਨਹੀਂ। ਕਿਉਂਕਿ ਦੇਖੋ ਨਾ, ਲੀਡਰ ਇਹ ਮੰਨਦੇ ਹੁੰਦੇ ਆ ਵੀ ਯਾਰ ਸਾਡਾ ਇੱਕ ਸਟੇਟਸ ਹੈ, ਹੁਣ ਅਸੀਂ ਥੋੜਾ ਜਾ ਕੇ ਕਿਸਾਨਾਂ ਨਾਲ ਬਵਾਂਗੇ। ਇਸ ਕਰਕੇ ਉਹਨੂੰ ਚਾਹੀਦਾ ਵੀ ਕਿਸਾਨ ਨੂੰ ਕਿਸਾਨ ਦੇ ਬਰਾਬਰ ਬਿਠਾ ਦੇਣ। ਅਗਲਾ ਆਖੇ ਵੀ ਆਹ ਦੇਖੋ ਵੀਰ ਜੀ, ਸਾਲੋਂ ਉੱਤੇ ਹੋ ਚੱਲਿਆ ਅਮੈਂਡਮੈਂਟ ਆਈ ਨੂੰ, ਜਾਂ ਕਹਿ ਲਓ ਆਰਡੀਨੈਂਸ ਆਏ ਨੂੰ, ਉਸ ਤੋਂ ਬਾਅਦ ਅੱਧੇ ਸਾਲ ਤੋਂ ਉੱਪਰ ਦਾ ਸਮਾਂ ਨਿਬੜ ਗਿਆ ਜਦੋਂ ਦੇ ਆਪਾਂ ਇਹ ਬਿੱਲ ਬਣੇ ਆ, ਤੇ ਉਦੋਂ ਬਾਅਦ ਤਾਂ ਸਾਰਾ ਕੁਝ ਸੈੱਟ ਆ। ਮੇਰੀ ਪਹਿਲਾਂ ਕੱਚੀ ਝੌਂਪੜੀ ਸੀ, ਆਹ ਦੇਖੋ ਮੈਂ ਪੱਕਾ ਕੋਠਾ ਵੀ ਪਾ ਲੈਣ ਲੱਗਾ, ਕਿਉਂਕਿ ਬਹੁਤ ਵਧੀਆ ਮੈਨੂੰ ਮੁੱਲ ਮਿਲਣ ਲੱਗ ਪਿਆ, ਮੇਰੀ ਆਮਦਨ ਦੁੱਗਣੀ ਹੋਣ ਲੱਗ ਪਈ। ਦੇਖੋ ਇੱਕ ਚੀਜ਼ ਐਡ ਕਰੀਏ ਆਪਾਂ, ਇਹ ਅੱਜ ਨਹੀਂ ਕੱਲ ਨਹੀਂ ਪਰਸੋਂ ਇਹ ਮੁੱਦਾ ਜੇ ਬਣਨਾ, ਜਿਵੇਂ ਜਿਵੇਂ ਆਹ ਸਾਲ ਮੁੱਕਿਆ ਜੇ ਤੇ ਆਪਾਂ ਨੂੰ 2022 ਦੀਆਂ ਇਲੈਕਸ਼ਨਾਂ ਯਾਦ ਆਉਂਦੀਆਂ ਜੀ। 2022 ਦਾ ਵਾਅਦਾ ਮੋਦੀ ਸਰਕਾਰ ਦਾ ਵੀ ਕਿਸਾਨ ਦੀ ਆਮਦਨ ਦੁੱਗਣੀ ਕਰਨੀ। ਇਹਦਾ ਮਤਲਬ ਜੇ ਦੁੱਗਣੀ ਹੋ ਗਈ ਤੇ ਇਹ ਤੇ ਹੋ ਨਹੀਂ ਸਕਦਾ ਵੀ 31 ਦਸੰਬਰ ਨੂੰ 100 ਰੁਪਇਆ ਆਮਦਨ ਸੀ ਤੇ ਜਿੱਦਣ ਜਨਵਰੀ ਚੜੇ ਨਾਲ ਹੀ ਸਰਾਣੇ ਥੱਲੇ 200 ਨਿਕਲ ਆਵੇ। ਇਦਾਂ ਤਾਂ ਨਹੀਂ ਨਾ ਹੋਣਾ। ਆ ਬਰਸੀਮ ਆ ਨਾ। ਹਾਂ ਨਹੀਂ, ਬਰਸੀਮ ਨਹੀਂ ਗਏ। ਹਾਂ ਸਰੋਂ ਅਸੀਂ ਕਹਿੰਦੇ ਆ ਜੇ ਤੁਸੀਂ ਲੀਡਰਾਂ ਵਾਂਗੂ ਸੋਚੋ ਤਾਂ ਇਹ ਬਰਸੀਮ ਹੈ। ਮੈਂ ਤੁਹਾਨੂੰ ਦੱਸਦਾ ਕਿ ਆਮਦਨ ਦੁੱਗਣੀ ਕਿਦਾਂ ਹੋਣੀ ਆ। ਨਹੀਂ, ਮੈਂ ਉਹੀ ਗੱਲ ਕਰਦਾ ਵੀ ਦੇਖੋ ਇੱਕ ਪਾਸੇ ਤੇ ਇਹ ਕੰਮ ਚੱਲੀ ਜਾਂਦਾ ਨਾ ਵੀ ਅਸੀਂ ਆਮਦਨ ਦੁੱਗਣੀ ਕਰਨੀ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਸਰਕਾਰ ਦੀ ਨੀਤੀ ਪਾਲਿਸੀ ਬਹੁਤ ਵਧੀਆ ਤੇ ਜਿਨ੍ਹਾਂ ਦੀ ਅੱਗੇ 100 ਸੀ ਉਹਨਾਂ ਦੀ 160-65 ਤੇ ਹੋ ਗਈ ਹੋਣੀ ਹੈ, ਉਹ 160-65 ਵਾਲੇ ਬੰਦੇ ਲਿਆ ਕੇ ਕਿਸਾਨਾਂ ਦੇ ਮੱਥੇ ਮਾਰਨ। ਸੰਧਾਲੀਆ ਸਾਹਿਬ, ਜੇ ਤੁਹਾਡੇ ਵਾਲੀ ਭੂਮਿਕਾ 'ਚ ਮੈਂ ਆਵਾਂ ਲੀਡਰ ਵਾਲੀ 'ਚ, ਆ ਕੀ ਆ ਦੱਸੋ ਪਹਿਲਾਂ। ਸਰੋਂ ਡਾਂਗ ਲਿਆਓ। ਕਿਉਂ ਜੀ? ਬਰਸੀਮ ਹੈ।
ਅੱਛਾ ਮਤਲਬ ਮਨਾਉਣਾ ਜਾਨੀ ਹੁਣ ਤੁਸੀਂ ਦੇਖੋ ਨਾ, ਤੁਸੀਂ ਕਹਿੰਦੇ ਕਿ 31 ਦਸੰਬਰ 1 ਜਨਵਰੀ ਕਾਲਾ ਧਨ ਵਾਪਸ ਲਿਆਉਣਾ ਸੀ ਨਾ, ਉਹਦੇ ਤੋਂ ਬਾਅਦ ਨੋਟਬੰਦੀ ਹੋਈ, ਕਾਲਾ ਧਨ ਰੋਕਣਾ ਸੀ ਨਾ। ਅੱਜ ਬਲੈਕ ਮਨੀ ਤਾਂ ਨਹੀਂ ਹੈਗੀ ਭਾਰਤ 'ਚ, ਹੈ ਨਹੀਂ, ਅੱਜ ਸਾਰੀ ਬਲੈਕ ਮਨੀ ਬੰਦ ਹੋ ਗਈ। ਜਾਲੀ ਨੋਟ ਬਹੁਤ ਆ ਗਿਆ ਸੀ, ਅੱਜ ਜਾਲੀ ਨੋਟ ਤਾਂ ਹੈ ਨਹੀਂ। ਲੋਕਾਂ ਦਾ ਯਕੀਨ ਤੇ ਵਿਸ਼ਵਾਸ ਤਾਂ ਹੋ ਗਿਆ। ਇਦਾਂ ਹੀ ਆਮਦਨ ਅੰਕੜਾ ਹੀ ਦੇਣਾ ਸੰਧਾਲੀਆ ਸਾਹਿਬ, ਅੰਕੜਾ ਹੀ ਦੇਣਾ ਕਿ ਸਾਰਿਆਂ ਨੂੰ ਅਸੀਂ ਗੈਸ ਦੇਤੀ। ਅੱਜ ਕਾਗਜ਼ਾਂ ਪੱਤਰਾਂ ਦੇ ਵਿੱਚ ਉਜਵਲਾ ਗੈਸ ਯੋਜਨਾ ਦੇ ਤਹਿਤ ਕਿੰਨੇ ਘਰਾਂ ਦੇ ਵਿੱਚ ਬੀਬੀ ਨੂੰ ਇੱਕ ਸਿੱਧੀ ਪਾਥੀ ਰੱਖ ਕੇ ਉੱਪਰ ਪੁੱਠੀ ਪਾਥੀ ਰੱਖ ਕੇ ਠਾ ਦੇਣੀ, ਭੰਨਣੀ ਨਹੀਂ ਪੈਂਦੀ, ਉਹਨੂੰ ਗੋਟਾ ਲਾਉਣਾ ਹੀ ਨਹੀਂ ਪੈਂਦਾ, ਉਹਨੂੰ ਮਿੱਟੀ ਦੇ ਤੇਲ ਦਾ ਢੱਕਣ ਪਾ ਕੇ ਤੇ ਮੁੜ ਕੇ ਅੱਗ ਲਾ ਕੇ ਚੁੱਲ੍ਹਾ ਬਾਲਣਾ ਨਹੀਂ ਪੈਂਦਾ, ਉਹ ਤਾਂ ਰੋਟੀਆਂ ਗੈਸ ਤੇ ਪਕਾਉਂਦੀ ਹੈ। ਉਹ ਵੱਖਰੀ ਗੱਲ ਹੈ ਕਿ 1.5 ਸਾਲ ਹੋ ਗਿਆ ਉਹਦੇ ਕੋਲ ਪੈਸੇ ਨਹੀਂ ਸੀ ਦੁਬਾਰਾ 1000 ਰੁਪਈਆ ਕਿ ਭਾਈ ਉਹ ਸਿਲੰਡਰ ਭਰਾ ਸਕੇ, ਪਰ ਕਾਗਜ਼ਾਂ ਪੱਤਰਾਂ ਦੇ ਵਿੱਚ ਤਾਂ ਉਹਨਾਂ ਦੇ ਘਰੇ ਚੁੱਲ੍ਹੇ ਤੇ ਗੈਸ ਤੇ ਰੋਟੀ ਪੱਕਦੀ ਆ ਨਾ। ਇਦਾਂ ਹੀ ਅੱਜ ਜਦੋਂ ਫਿਰ 31 ਦਸੰਬਰ ਹੋਏ, 1 ਜਨਵਰੀ ਨੂੰ ਅੰਕੜੇ ਆ ਜਾਣੇ ਆ। ਦੇਖੋ ਜੀ ਉਹਦੇ ਵਿੱਚ 2-4 ਕਿਸਾਨ ਲਾ ਦੇਣੇ, ਜਿੱਦਾਂ ਕੈਪਟਨ ਸਾਹਿਬ ਵਾਲਾ ਕਿਸਾਨ ਸੀ ਉਹ ਕਿ ਕਰਜ਼ਾ ਮਾਫ ਕਰਨਾ, ਬਹੁਤ ਸੋਹਣਾ ਹੋਇਆ ਨਹੀਂ ਹੋਇਆ। ਗੁਰਦਾਸਪੁਰ ਇਲਾਕੇ ਦੇ ਸੀ, ਹੋਇਆ ਨਹੀਂ ਹੋਇਆ, ਪੋਸਟਰ ਛਪ ਗਏ। ਉਹ ਜਿਹੜਾ ਬੰਦਾ ਲੰਬੀ ਦੇ ਵਿੱਚ ਕੋਈ ਬੈਠਾ, ਕੋਈ ਮਲੋਟ ਦੇ ਵਿੱਚ ਬੈਠਾ, ਕੋਈ ਪਟਿਆਲੇ 'ਚ ਬੈਠਾ, ਕੋਈ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬੈਠਾ, ਕੋਈ ਅਬੋਹਰ 'ਚ ਬੈਠਾ, ਕੋਈ ਫਾਜ਼ਿਲਕਾ 'ਚ ਬੈਠਾ, ਉਹਨੇ ਕਿਤੇ ਬੁੱਧ ਸੂ ਨੂੰ ਪੁੱਛਣ ਥੋੜੀ ਜਾਣਾ ਤੇਰਾ ਕਰਜ਼ਾ ਮਾਫ ਹੋਇਆ ਕਿ ਨਹੀਂ ਹੋਇਆ, ਉਹਨੂੰ ਤਾਂ ਬੁੱਧ ਸੂ ਦੀ ਫੋਟੋ ਦਿਸਣੀ ਹੈ। ਇਦਾਂ ਹੀ ਅਸੀਂ ਤੁਹਾਨੂੰ ਇਹ ਦੱਸ ਦੇਣਾ। ਪਰ ਸੰਧਾਲੀਆ ਸਾਹਿਬ ਇੱਕ ਗੱਲ ਜ਼ਰੂਰ ਹੈ, ਜਿਹੜੇ ਬੰਦੇ ਇਹ ਕਹਿੰਦੇ ਆ ਨਾ ਕਿ ਦਿੱਲੀ ਬੈਠੇ ਲੋਕ ਕਿਸਾਨ ਨਹੀਂ, ਜੇ ਕਿਸਾਨ ਨਹੀਂ, ਉਹਨਾਂ ਨੇ ਅੰਦੋਲਨ 'ਚ ਆਉਣ ਨੂੰ ਟਰਾਲੀਆਂ ਲਈਆਂ, ਉਹਨਾਂ ਨੇ ਅੰਦੋਲਨ ਸ਼ੁਰੂ ਕਰਨ ਨੂੰ ਟਰੈਕਟਰ ਲੈ, ਪੁੱਛੋ ਤਾਂ ਜਾ ਕੇ ਕਿੰਨੀ ਦੇਰ ਦੇ ਟਰੈਕਟਰ। ਜੇ ਉਹ ਕਿਸਾਨ ਨਹੀਂ, ਉਹ ਬਾਰੀ-ਬਾਰੀ ਪਿੰਡ ਜਾ ਕੇ ਪਾਣੀ ਕਿਹੜੀ ਚੀਜ਼ ਨੂੰ ਲਾਈ ਜਾਂਦੇ ਆ। ਜੇ ਉਹ ਕਿਸਾਨ ਨਹੀਂ, ਸੰਧਾਲੀਆ ਸਾਹਿਬ ਜਦੋਂ ਟੈਂਟ ਉੱਡ ਜਾਂਦਾ, ਦਿੱਲੀ 'ਚ ਹਨੇਰੀ ਆਉਂਦੀ ਹੈ, ਆਮ ਬੰਦੇ ਨੂੰ ਰੱਸੇ ਦਾ ਬਲ ਮਾਰਨਾ ਨਹੀਂ ਆਉਂਦਾ ਕਿੱਲੇ ਦੇ ਨਾਲ। ਜਿਹੜਾ ਬੰਦਾ ਕਿਸਾਨ ਹੋਊਗਾ, ਜਿਹੜਾ ਬੰਦਾ ਮੱਝਾਂ ਗਾਵਾਂ ਬੰਨਦਾ ਰਿਹਾ ਹੋਊਗਾ, ਜਿਹਨੇ ਸੁਹਾਗਾ ਮਗਰ ਪਾ ਕੇ ਟਰੈਕਟਰ ਜਾਂ ਬਲਦਾਂ ਦੇ, ਉੱਥੇ ਵੀ ਬਲ ਮਾਰਨਾ ਪੈਂਦਾ ਰੱਸੇ ਦਾ। ਜਿਹੜੇ ਬੰਦੇ ਨੇ ਉਹ ਬਲ ਮਾਰਿਆ ਹੋਊਗਾ ਖੇਤਾਂ ਦੇ ਵਿੱਚ ਜਾ ਕੇ ਜਾਂ ਉੱਥੇ ਖੁਰਲੀ ਦੇ ਕੋਲੇ ਜਾ ਕੇ, ਉਹੀ ਬੰਦਾ ਉੱਥੇ ਟੈਂਟ ਬੰਨਣ ਦੇ ਲਈ ਕਿੱਲੇ ਦੇ ਨਾਲ ਜਾਂ ਲੋਹੇ ਦਾ ਜਿਹੜਾ ਉਹ ਸਰੀਆ ਜਿਹਾ ਉਹਦੇ ਨਾਲ ਬਲ ਮਾਰ ਸਕਦਾ। ਮੈਂ ਕਹਿੰਦਾ ਜੇ ਕਿਸੇ ਨੂੰ ਸ਼ੱਕ ਹੈ ਕਿ ਭਾਈ ਉੱਥੇ ਕਿਸਾਨ ਨਹੀਂ, ਉੱਥੇ ਸਿਆਸੀ ਬੰਦੇ ਬੈਠੇ ਆ, ਉੱਥੇ ਕਿਸਾਨ ਨਹੀਂ, ਉੱਥੇ ਦੇਸ਼ ਵਿਰੋਧੀ ਬੰਦੇ ਬੈਠੇ ਆ, ਜਾ ਕੇ ਰੱਸਿਆਂ ਦੇ ਬਲ ਮਰਾ ਕੇ ਦਿਖਾ ਲਓ। ਬਸ ਇੱਕ ਹੁੰਦਾ ਨਾਗਵਾਲ, ਜੇ ਸ਼ਾਇਦ ਬਹੁਤਾ ਪਤਾ ਹੋਵੇ ਕਿ ਇਹਨਾਂ ਦੇ ਜ਼ਰੂਰ ਉਹਦੇ ਬਾਰੇ ਦੱਸਣ। ਇਹ ਨਾਗਵਾਲ ਬੜੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਮਾਰਨਾ ਆਉਂਦਾ, ਪਰ ਜਿਹੜਾ ਬੰਦਾ ਹੁਣ ਖੇਤੀ ਕਰਦਾ, ਜਿਹਨੇ ਮੱਝਾਂ ਗਾਵਾਂ ਵੀ ਬੰਨਣੀਆਂ ਜਾਂ ਜਿਹਨੇ ਸੁਹਾਗਾ ਵੀ ਬੰਨਣਾ, ਉਹਨੂੰ ਮਾਰਨਾ ਆਉਂਦਾ ਹੁੰਦਾ। ਤੇ ਮੇਰੇ ਖਿਆਲ ਨਾਲ ਇਸ ਵਕਤ ਨਾਗਵਾਲ ਹੀ ਇੱਕ ਤਰ੍ਹਾਂ ਦਾ ਮਾਰ ਕੇ ਬੈਠੇ ਆ ਦਿੱਲੀ ਦੇ ਘੇਰੇ ਕਿਸਾਨ, ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਵੀ ਇਹ ਕਿਸਾਨ ਹੈ ਨਹੀਂ, ਪਰ ਵਿਰੋਧੀ ਤਰ੍ਹਾਂ ਲੱਗੀਆਂ ਨੇ। ਦੇਖੋ ਉਹਦੇ 'ਚ ਬਾਠ ਸਾਹਿਬ ਹਰਸਿਮਰਤ ਬਾਦਲ ਹੋਰਾਂ ਦਾ ਵਫਦ ਰਾਸ਼ਟਰਪਤੀ ਨੂੰ ਮਿਲਿਆ, ਉਧਰ ਭਗਵੰਤ ਮਾਨ ਨੂੰ ਡਿਮਾਂਡ ਵੀ ਲਗਾਤਾਰ ਇੱਕ ਦਿਨ ਲੰਘਦਾ ਉਹ ਨਾਲ ਹੀ ਤਰੀਕ ਬਦਲ ਕੇ ਉਹੀ ਕੰਮ ਰੋਕੂਮਤ ਦਾ ਠਾਹ ਅਗਲਾ ਮੇਜ਼ ਤੇ ਫਿਰ ਰੱਖ ਦਿੰਦਾ। ਨਹੀਂ ਜੀ, ਇਹ ਪਹਿਲਾਂ ਕਿਸਾਨਾਂ ਦੀ ਗੱਲ ਕਰੋ। ਉਧਰ ਹੁਣ ਚੇਤਾ ਕਾਂਗਰਸ ਵਾਲਿਆਂ ਨੂੰ ਆ ਗਿਆ, ਉਹ ਕਹਿੰਦੇ ਵੀ ਨਾ ਇਦਾਂ ਕੀਤਾ ਤੇ ਫਿਰ ਗੱਲ ਨਹੀਂ ਜੇ ਬਣਨੀ। ਹੋ ਸਕਦਾ ਇਹ ਵੀ ਗੱਲ ਹੋਵੇ। ਰਾਹੁਲ ਗਾਂधी ਸਾਹਿਬ ਨੇ ਕਿਹਾ ਯਾਰ ਇਤਨੇ ਦਿਨ ਗਿਆ ਤੂੰ, मैं अब गर्मी हो गई है, थोड़े दिन मतलब छुट्टियों पर जाना। ना 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 राहुल जी, छुट्टियां तो बिल्कुल नहीं जाना, नहीं तो जिथे जाना उत्थे सीढ़ियां ले लियो। संधालिया साहब गल पता की है, चंगा होया बीबी हरसिमरत कौर बादल की अगवाई च वफद गया, राष्ट्रपति साहब नूं मिलिया। उस वफद दे विच कश्मीर की सियासी पार्टी है नैशनल कॉन्फ्रेंस, उहदे बंदे भी है। उस वफद दे विच नैशनलिस्ट कांग्रेस पार्टी, राष्ट्रवादी कांग्रेस पार्टी की महाराष्ट्र के उहदे बंदे भी है। तो अजकल अकालियां दे नाल तत्ता समझौता बहुजन समाज पार्टी का, उन्हां दे MP भी। 4 सियासी पार्टियां दे MP जाके राष्ट्रपति साहब नूं मिले, बेनती की राष्ट्रपति साहब हथ जोड़ते हैं, किसानां दे मुद्दे ते पार्लीमेंट दे विच सानू बोलण नहीं दिता जा रहा, साडी गल नहीं सुनी जा रही। राष्ट्रपति साहब तुसीं संविधानिक तौर ते भारत दे प्रथम नागरिक हो, पहले नागरिक हो, सब तो उच्चा दर्जा तुहाडा, तुसीं आपदी संविधानिक शक्ति की वरतों करो। किसानी दे मुद्दे ते, खेती दे मुद्दे ते सानू पार्लीमेंट दे विच बोलण दा हक लैके दिओ। राष्ट्रपति साहब कुछ करते हैं कि नहीं करते, अधिकारां दी वरतों किन्नी करते या नहीं करते, इन्हां 4 पार्टियां दा धन्नवाद के उत्थे गए। वो वखरी गल है कि भगवंत मान साहब ते भारतीय जनता पार्टी दे कई लीडर जदों अकाली दल दे बंदे तख्तियां लैके खड़े हुंदे आ, वो कहिंदे आ जी पहलां तां तुसीं साडे नाल ही बैठे सी, पहलां तां तुसीं साडे अंग संग ही हुंदे सी, पहलां तां प्रैस नोट जारी करदे ते कराउंदे रहे कि कानून बड़े वधिया, हुण की हो गया। पर संधालिया साहब सब तो वड्डा सवाल जिहड़ा कि देश के लोगों को इन्हां 800 बंदियां तो करना पऊगा। 800 कौन? 543 जमा 2 545 लोक सभा के MP, 250 के करीब राज सभा के MP। मैं करीब 800 कहते 10 भी उपर थले हो जाएंगे, कई दुनिया तो चले गए आ। वो 800 बंदियां ने पिछले 10 दिनों के विच
ਪਾਰਲੀਮੈਂਟ ਦੇ ਵਿੱਚ ਕੀਤਾ ਕੀ ਹੈ। ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲੀ, ਉਹਦੇ ਵਿੱਚ ਪੰਜਾਬ ਦੇ ਕਿਸੇ ਪਿੰਡ ਦੇ ਭਾਂਸੂ ਦਾ ਕਸੂਰ ਨਹੀਂ, ਉਹਦੇ ਵਿੱਚ ਯੂਪੀ ਦੇ ਕਿਸੇ ਰਾਮ ਰੱਖੇ ਦਾ ਕਸੂਰ ਨਹੀਂ, ਉਹਦੇ ਵਿੱਚ ਜੇ ਕਸੂਰ ਆ ਤੇ ਨਾ 800 ਬੰਦਿਆਂ ਚੋਂ ਕਿਸੇ ਦਾ ਕਸੂਰ ਆ। ਇਹ ਤਾਂ ਗੱਲ ਕਲੀਅਰ ਹੈ ਨਾ। ਇਹ 800 ਬੰਦੇ ਮੁਫਤ ਨਹੀਂ ਉੱਥੇ ਜਾਂਦੇ। ਅਸੀਂ ਲੋਕ ਸਾਬਣ ਖਰੀਦਦੇ ਆ, ਅਸੀਂ ਲੋਕ ਕੋਈ ਵੀ ਚੀਜ਼ ਖਰੀਦਦੇ ਆ, ਅਸੀਂ ਲੋਕ ਸਰਕਾਰ ਤੋਂ ਕੋਈ ਵੀ ਸਰਵਿਸ ਲੈਂਦੇ ਆ, ਅਸੀਂ ਟੈਕਸ ਦਿੰਦੇ ਆ। ਉਹ ਟੈਕਸਾਂ ਦਾ ਰੁਪਈਆ ਜਿਹਦੇ ਨਾਲ ਅਧਿਆਪਕ ਨੂੰ ਤਨਖਾਹ ਮਿਲਣੀ ਆ, ਸਾਡੀ ਸੜਕ ਬਣਨੀ ਆ, ਸਾਡੇ ਨਿਆਣਿਆਂ ਦੇ ਲਈ, ਸਾਡੇ ਸਿਆਣਿਆਂ ਦੇ ਲਈ ਹਸਪਤਾਲ ਦੇ ਵਿੱਚ ਡਾਕਟਰ ਆਉਂਦਾ, ਡਾਕਟਰ ਨੂੰ ਤਨਖਾਹ ਦੇਣੀ ਆ। ਅਸੀਂ ਉਹਦੇ ਵਿੱਚੋਂ ਆਪਣਾ ਢਿੱਡ ਘੁੱਟ ਕੇ ਪੈਸੇ ਇਹਨਾਂ 800 ਲੋਕਾਂ ਨੂੰ ਦਿੰਨੇ ਆ। ਐਮਪੀ ਸਾਹਿਬ ਚੱਕੋ ਤਨਖਾਹ, ਐਮਪੀ ਸਾਹਿਬ ਚੱਕੋ ਨਵੀਂ ਕਾਰ, ਐਮਪੀ ਸਾਹਿਬ ਚੱਕੋ ਡਰਾਈਵਰ, ਐਮਪੀ ਸਾਹਿਬ ਚੱਕੋ ਘਰ, ਤੇ ਪਾਰਲੀਮੈਂਟ ਦੀ ਬਿਲਡਿੰਗ ਦੇ ਅੰਦਰ ਜਾ ਕੇ ਸਾਡੀ ਗੱਲ ਕਰੋ, ਲੋਕਾਂ ਦੇ ਹਿੱਤਾਂ ਦੀ ਗੱਲ ਕਰੋ। ਪਰ ਪਿਛਲੇ 10 ਦਿਨਾਂ ਤੋਂ ਜਦੋਂ ਦਾ ਪਾਰਲੀਮੈਂਟ ਦਾ ਇਜਲਾਸ ਚੱਲ ਰਿਹਾ, ਸੰਧਾਲੀਆ ਸਾਹਿਬ, ਇਹਨਾਂ 800 ਬੰਦਿਆਂ ਦੇ ਵਿੱਚੋਂ ਲੋਕ ਕਸੂਰਵਾਰ ਨੇ। ਸਰਕਾਰ ਕਹਿੰਦੀ ਹੈ ਕਿ ਵਿਰੋਧੀ ਧਿਰ ਵਾਲੇ ਗੱਲ ਨਹੀਂ ਕਰਦੇ, ਵਿਰੋਧੀ ਧਿਰ ਵਾਲੇ ਕਹਿੰਦੇ ਆ ਕਿ ਸਰਕਾਰ ਦੇ ਬੰਦੇ ਖੇਤੀਬਾੜੀ ਕਾਨੂੰਨਾਂ ਤੇ ਗੱਲ ਨਹੀਂ ਕਰਦੇ। ਭਾਰਤ ਦੇ 140 ਕਰੋੜ ਲੋਕਾਂ ਦਾ ਕਸੂਰ ਤਾਂ ਨਹੀਂ, ਕਸੂਰ ਇਹਨਾਂ 800 ਲੋਕਾਂ ਦੇ ਵਿੱਚੋਂ ਕਿਸੇ ਇੱਕ ਦਾ। ਮੈਂ ਕਹਿੰਦਾ ਕਿ ਲੋਕ ਪਹਿਚਾਣ ਕਰਨ। ਇੱਕ ਮਿੰਟ ਪਾਰਲੀਮੈਂਟ ਦੀ ਕਾਰਵਾਈ ਤੇ ਲੱਖਾਂ ਰੁਪਏ ਦਾ ਖਰਚਾ ਹੁੰਦਾ, ਸੈਸ਼ਨ ਛੋਟੇ ਹੋਈ ਜਾਂਦੇ ਆ। ਇਹ ਕਿਹੜੀ ਬਲਾ ਆ ਗਈ ਲੋਕਤੰਤਰ ਦੇ ਵਿੱਚ ਕਿ ਰੌਲੇ ਰੱਪੇ ਦੇ ਵਿੱਚ ਤੁਸੀਂ ਬਿੱਲ ਪੇਸ਼ ਕਰਦੇ ਹੋ ਤੇ ਪਾਸ ਕਰਾ ਲਓ। ਸਰਬ ਪਾਰਟੀ ਮੀਟਿੰਗ ਸੱਦੋ, ਉੱਥੇ ਗੱਲ ਕਰੋ। ਰੌਲਾ ਕਾਹਦਾ? ਸਰਕਾਰ ਅੱਜ ਕਹਿੰਦੀ ਹੈ ਕਿ ਜਸੂਸੀ ਮਸਲੇ ਤੇ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ, ਉਹ ਕੋਈ ਮੁੱਦਾ ਹੀ ਨਹੀਂ। ਉਹ ਜਿਹੜੇ ਦੇਸ਼ ਤੋਂ ਸੌਫਟਵੇਅਰ ਖਰੀਦਿਆ, ਉੱਥੋਂ ਦੀ ਸਰਕਾਰ ਨੇ ਕਈਆਂ ਦੇਸ਼ਾਂ ਨੂੰ ਦਿੱਤੇ ਸੌਫਟਵੇਅਰ ਦਾ ਲਾਇਸੈਂਸ ਕੈਂਸਲ ਕਰਤਾ ਕਿ ਭਾਈ ਸਾਨੂੰ ਪਤਾ ਲੱਗਾ ਕਿ ਦੁਰਵਰਤੋਂ ਹੋਈ ਹੈ। ਭਾਰਤ ਦਾ ਨਹੀਂ ਹੋਇਆ। ਫਰਾਂਸ ਵਾਲਿਆਂ ਨੇ ਜਾਂਚ ਸ਼ੁਰੂ ਕਰਾਤੀ। ਭਾਰਤ ਕਿਤੇ ਐਡਾ ਹੀ ਦੁੱਧ ਧੋਤਾ ਹੋ ਗਿਆ ਕਿ ਭਾਰਤ ਦੇ, ਮੈਂ ਕਹਿੰਦਾ ਕਿ ਗਲਤ ਕੁਝ ਵੀ ਨਹੀਂ ਹੋਇਆ, ਉਹ ਜਾਂਚ ਕਰਾ ਲਓ, ਰਿਪੋਰਟ ਸਾਹਮਣੇ ਆਜੂ। ਸੰਧਾਲੀਆ ਸਾਹਿਬ, ਇਸ ਵੇਲੇ ਸਰਕਾਰ ਨੂੰ ਚਾਹੀਦਾ ਖੜੋਤ ਤੋੜਨ ਦੇ ਲਈ, ਲੋਕਾਂ ਦੇ ਪੈਸੇ ਨੂੰ ਅਜਾਈ ਹੋਣ ਤੋਂ ਬਚਾਉਣ ਦੇ ਲਈ ਖੇਤੀ ਕਾਨੂੰਨਾਂ ਤੇ ਕਰਾ ਲਓ ਗੱਲ। ਬਹੁਮਤ ਤੁਹਾਡੇ ਕੋਲੇ ਆ, ਤੁਹਾਡੇ ਬੰਦਿਆਂ ਨੂੰ ਵੱਧ ਬੋਲਣ ਦਾ ਸਮਾਂ ਮਿਲਣਾ ਤੇ ਬਾਕੀ ਸਾਰੇ ਬੰਦੇ ਚੁੱਪ ਦਾ ਦਾਨ ਬਖਸ਼ਣ। ਇਸ ਮੁੱਦੇ ਤੇ ਗੱਲ ਹੋਵੇ, ਨਾਲੇ ਤੁਸੀਂ ਬਾਕੀ ਬਿੱਲ ਪੇਸ਼ ਕਰਾ ਲਓ। ਨਹੀਂ, ਦੇਖੋ ਗੱਲ ਇਹ ਆ, ਦੋ ਮੁੱਦੇ ਤੁਸੀਂ ਛੇੜੇ ਬਾੜ ਸਾਹਿਬ ਜੀ। ਇੱਕ ਵੀ ਖੇਤੀ ਵਾਲਾ ਤੇ ਦੂਸਰਾ ਜਸੂਸੀ ਵਾਲਾ। ਹੁਣ ਇਹ ਇਕੱਲਾ ਖੇਤੀ ਵਾਲਾ ਜਸੂਸੀ ਵਾਲਾ ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ ਇਸ ਤੋਂ ਪਿੱਛੇ ਵੀ ਜੇ ਆਪਾਂ ਚਲੇ ਜਾਈਏ, ਇੱਕ ਬਣਿਆ ਸੀ ਨੈਸ਼ਨਲ ਰਜਿਸਟਰ ਸਿਟੀਜ਼ਨਸ਼ਿਪ ਵਾਲਾ, ਉੱਤੇ ਕਿੰਨਾ ਰੌਲਾ ਪਿਆ। ਧਾਰਾ 370 ਦਾ ਰੌਲਾ ਸੀ, ਕਿੰਨਾ ਰੌਲਾ ਪਿਆ। ਅਯੁੱਧਿਆ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਕਿੰਨਾ ਜ਼ਿਆਦਾ ਰੌਲਾ ਪਿਆ। ਇਹ ਸਾਰਾ ਕੁਝ ਜੋ ਕੁਝ ਵੀ ਜਦੋਂ ਵੀ ਮੁੱਦੇ ਉੱਠਦੇ ਰਹੇ, ਜਦੋਂ ਵੀ ਮੁੱਦੇ ਬਣਦੇ ਰਹੇ, ਆਪਾਂ ਚਾਈਨਾ ਵਾਲੀ ਗੱਲ ਵੀ ਉਹਦੇ ਵਿੱਚ ਲੈ ਆਉਂਦੇ ਹਾਂ। ਆਪਾਂ ਕਈ ਹੋਰ ਸਟੇਟਾਂ ਜਿਹੜੀਆਂ ਸੀ, ਉਹਨਾਂ ਸਟੇਟਾਂ ਦੇ ਵਿੱਚ ਭਾਸ਼ਾ ਦਾ ਮੁੱਦਾ ਕਈ ਵਾਰ ਉੱਠਿਆ। ਉਹਨਾਂ ਸਾਰੇ ਮੁੱਦਿਆਂ ਦੇ ਉੱਪਰ ਅੰਦੋਲਨ ਹੁੰਦੇ ਰਹੇ, ਰੌਲਾ ਪੈਂਦਾ ਰਿਹਾ ਤੇ ਉਹ ਦਬ ਜਾਂਦਾ ਰਿਹਾ। ਇਹਦੇ 'ਚ ਇੱਕ ਮੈਂ ਧਿਆਨ ਲੇਟੈਸਟ ਨੌਜਵਾਨਾਂ ਦੀ ਜਿਹੜੀ ਉਹ ਜਥੇਬੰਦੀ ਸੀ, ਜਿੱਦਾਂ ਆਪਾਂ ਇੱਕ ਯੂਨੀਵਰਸਿਟੀ ਦਾ ਵੀ ਰੌਲਾ ਪੈ ਗਿਆ ਸੀ ਵੀ ਹਾਂਜੀ ਇਹ ਜਿਹੜੀ ਇਹ ਫਲਾਨੀ ਯੂਨੀਵਰਸਿਟੀ ਦਿੱਲੀ ਦੇ ਇਹਦੇ 'ਚ ਇੱਦਾਂ ਹੁੰਦਾ, ਫਲਾਨੀ ਅਸੀਂ ਯੂਨੀਵਰਸਿਟੀ ਬੰਦ ਕਰ ਦੇਣੀ। ਉਹ ਜਿੰਨੇ ਇਨਸੀਡੈਂਟ ਹੁੰਦੇ ਰਹੇ ਨਾ, ਤੁਸੀਂ ਦੇਖੋ ਕਿ ਅੱਜ ਦੀ ਡੇਟ ਦੇ ਵਿੱਚ ਉਹ ਕੋਈ ਵੀ ਇਨਸੀਡੈਂਟ ਹੋਣ ਤੋਂ ਜਾਂ ਘਟਨਾ ਵਾਪਰਨ ਤੋਂ ਬਾਅਦ ਜਿਉਂਦੀ ਨਹੀਂ ਹੈਗੀ। ਲੋਅਰ ਲੈਵਲ ਤੇ ਥੱਲੇ ਲੋਕਾਂ 'ਚ ਨਾਰਾਜ਼ਗੀ, ਗੁੱਸਾ ਹੋਵੇ, ਵੱਖਰੀ ਗੱਲ ਹੈ। ਇੱਕੋ ਇੱਕ ਕਿਸਾਨ ਅੰਦੋਲਨ ਆ ਜਿਹੜੇ ਇੰਨੇ ਮਹੀਨਿਆਂ ਤੋਂ ਚੱਲੀ ਜਾ ਰਿਹਾ। ਮੈਨੂੰ ਇਹ ਲੱਗਦਾ ਕਿ ਸ਼ਾਇਦ 4 ਸਾਲ ਤਾਂ ਖੈਰ ਇੱਧਰ ਦੀਆਂ ਸਰਕਾਰਾਂ ਨੂੰ ਹੋ ਗਏ, ਉਧਰ ਵਾਲੀ ਸਰਕਾਰ ਨੂੰ ਵੀ 2-2.5 ਸਾਲ ਹੋ ਗਏ। ਪਿਛਲੇ ਉਹਨਾਂ ਨੇ 5 ਸਾਲ ਆਪਣੇ ਪੂਰੇ ਕਰ ਲਏ। ਹੁਣ ਜਦੋਂ 7 ਸਾਲ ਤੋਂ ਉੱਪਰਲਾ ਸਮਾਂ ਜਾਂਦਾ ਹੋਵੇ ਸਰਕਾਰ ਨੂੰ, ਤਾਂ ਕਿਤੇ ਨਾ ਕਿਤੇ ਮਾਨਸਿਕਤਾ ਬਣ ਜਾਂਦੀ ਵੀ ਕੋਈ ਗੱਲ ਨਹੀਂ। सलाहकार ही होंगे ना कई मेरे लगे, वो सर वो भी तो चुप कर ही गए थे, ये भी चुप कर जाएंगे, आप और बात करें। ਮੈਨੂੰ ਲੱਗਦਾ ਕਿ ਸ਼ਾਇਦ 7 ਸਾਲਾਂ ਜਾਂ 7 ਸਾਲਾਂ ਤੋਂ ਵੱਧ ਦੇ ਵਕਫੇ 'ਚ ਉਹ ਕਿਤੇ ਮਾਨਸਿਕਤਾ ਸੈੱਟ ਹੋ ਗਈ ਵੀ ਨਹੀਂ ਇਹ ਰੌਲਾ ਪੈਂਦਾ ਅੱਜ ਨਹੀਂ ਕੱਲ੍ਹ ਚੁੱਪ ਕਰ ਜਾਣਗੇ। ਇਹ ਕਾਰਨ ਮੈਨੂੰ ਜ਼ਿਆਦਾ ਜਿਹਦਾ ਕਰਕੇ ਸ਼ਾਇਦ ਇਸ ਚੀਜ਼ ਨੂੰ ਲਟਕਾਇਆ ਜਾ ਰਿਹਾ ਜਾਂ ਇਸ ਚੀਜ਼ ਨੂੰ ਇੰਨੇ ਕੁ ਠੰਡੇ ਬਸਤੇ 'ਚ ਪਾਤਾ ਗਿਆ ਵੀ ਉੱਤੇ ਕੋਈ ਗੱਲ ਕਰਕੇ ਰਾਜ਼ੀ ਨਹੀਂ। ਸੰਧਾਲੀਆ ਸਾਹਿਬ, ਇਹ ਤੁਹਾਡੀ ਗੱਲ ਠੀਕ ਹੈ ਕਿ ਸਰਕਾਰ ਨੂੰ ਇੱਦਾਂ ਲੱਗਦਾ ਕਿ ਇਹਨਾਂ ਨੇ ਚੁੱਪ ਚਪੀਤੇ ਕੰਮ ਇੱਧਰ ਉੱਧਰ ਇਹਨਾਂ ਦਾ ਹੋ ਜਾਣਾ। ਮੈਂ ਜ਼ਰੂਰ ਬੇਨਤੀ ਕਰਦਾ ਕਿ ਭਾਰਤ ਦੇ 800 ਦੇ ਕਰੀਬ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹ ਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਇੱਕ ਉਪਨਿਆਸ ਪੜ੍ਹਨ, ਇੱਕ ਨਾਵਲ ਪੜ੍ਹਨ। ਉਹਦਾ ਨਾਮ ਹੈ ਗੋਦਾਨ। ਗੋਦਾਨ। ਹੁਣ ਗੋਦਾਨ ਦੇ ਵਿੱਚ ਇੱਕ ਕਰੈਕਟਰ ਹੈ ਹੋਰੀ। ਹਾਂ ਇਹਨੂੰ ਹੋੜਾ ਰਾਰਾ, ਰਾਰੇ ਨੂੰ ਬਿਹਾਰੀ। ਹੁਣ ਹੋਰੀ ਹੈ ਗੋਦਾਨ ਉਪਨਿਆਸ ਦਾ ਕਰੈਕਟਰ। ਪੰਜਾਬੀ ਦੇ ਵਿੱਚ ਵੀ ਉਹ ਨਾਵਲ ਉਪਲਬਧ ਹੈ। ਉਹ ਕਿਸਾਨ ਹੈਗਾ ਪੰਜਾਬ ਤੋਂ ਬਾਹਰਲਾ, यूपी वाले पासे ਦਾ, बिहार वाले पासे ਦਾ, कोई गल नहीं। जे अज किसी ਨੂੰ लगदा ना कि भारत के किसान की असल हालत देखनी है थोड़े बहुत हेर फेर दे नाल, मैनूं लगदा कि घट्टो घट्ट भारत के 800 मैंबर पार्लीमेंट, भावें वो विरोधी धिर दे ने भावें सत्ताधारी धिर दे, उन्हां नूं गोदान नावल जरूर पढ़ना चाहिए। ਉਹਦੇ ਵਿੱਚ ਹੋਰੀ ਨਾਂ ਦਾ ਇੱਕ ਕਰੈਕਟਰ ਹੈ, ਉਹਨੂੰ ਪੜ੍ਹਨਾ ਚਾਹੀਦਾ ਕਿ ਕਿਸਾਨ ਦੀ ਅਸਲ ਦੇ ਵਿੱਚ ਹਾਲਤ ਲੈ ਦੇ ਕੇ ਅੱਜ ਵੀ ਉਦਾਂ ਦੀ ਹੈ ਜਿੱਦਾਂ ਦੀ ਕਿ ਅੱਜ ਤੋਂ 40 ਸਾਲ ਪਹਿਲਾਂ ਦੀ ਸੀ। ਤੁਹਾਡੀਆਂ ਨੀਤੀਆਂ ਠੀਕ ਨਹੀਂ ਰਹੀਆਂ, ਤੁਹਾਡੀਆਂ ਨੀਤੀਆਂ ਗਲਤ ਰਹੀਆਂ।
ਜੇ ਠੀਕ ਹੁੰਦੀਆਂ ਤਾਂ ਕਿਸਾਨ ਨੂੰ 8-8 ਮਹੀਨੇ ਦੇਸ਼ ਦੀ ਰਾਜਧਾਨੀ ਦੇ ਕੋਲੇ ਆ ਕੇ ਬੈਠਣ ਨਹੀਂ ਸੀ ਪੈਣਾ। ਇਹ ਭੁਲੇਖਾ ਹੈ ਕਿ ਕਿਸਾਨ ਨੇ ਥੱਕ ਜਾਣਾ। ਉਹਨੂੰ ਤਾਂ 40 ਸਾਲ ਹੋ ਗਏ ਮੰਡੀਆਂ ਦੇ ਵਿੱਚ ਲੁੱਟ ਹੁੰਦਾ, ਹਰ ਵਾਰੀ ਕਣਕ ਦੀ ਢੇਰੀ ਤੇ ਜਾ ਕੇ ਸੌਂਦਾ, ਜਿੰਨੇ ਪੈਸੇ ਆੜਤੀਏ ਤੋਂ ਚੱਕੇ ਹੁੰਦੇ ਉਹ ਵੀ ਪੂਰੇ ਨਹੀਂ ਹੁੰਦੇ ਤੇ ਵਾਪਸ ਘਰ ਨੂੰ ਚਲੇ ਜਾਂਦਾ, ਹਰ ਸਾਲ ਕਰਜ਼ਾ ਵਧਾ ਕੇ। ਉਹ ਨਹੀਂ ਥੱਕਿਆ। ਕਿਸਾਨ ਨੂੰ ਪਤਾ ਹੁੰਦਾ ਕਿ ਭਾਈ ਮੇਰੀ ਲੁੱਟ ਹੋਣੀ ਆ, ਮੈਂ ਆਲੂ ਬੀਜ ਰਿਹਾ, ਮੈਂ ਗੋਭੀ ਬੀਜ ਰਿਹਾ, ਮੈਂ ਮਿਰਚਾਂ ਬੀਜ ਰਿਹਾ, ਮੈਂ ਟਮਾਟਰ ਬੀਜ ਰਿਹਾ, ਮੈਨੂੰ ਮੰਡੀ 'ਚ ਮੁੱਲ ਨਹੀਂ ਮਿਲਣਾ, ਕਿਉਂਕਿ ਉਹਦੇ ਕੋਲੇ ਬਦਲ ਨਹੀਂ, ਉਹਦੇ ਕੋਲੇ ਅਲਟਰਨੇਟਿਵ ਨਹੀਂ। ਸੰਧਾਲੀਆ ਸਾਹਿਬ ਇਹਦੇ ਬਾਵਜੂਦ ਵੀ ਕਿਸਾਨ ਥੱਕਿਆ ਨਹੀਂ। ਤੁਸੀਂ ਇਹ ਦੇਖੋ, ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ। ਪਰਿਵਾਰ ਦਾ ਜੀ ਤੀਜੇ ਦਿਨ ਪਾਣੀ ਲਾਉਣ ਜਾਂਦਾ ਹੁੰਦਾ, ਕਿਉਂਕਿ ਉਹਨੂੰ ਪਤਾ ਕਿ ਇਹਦੇ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ। ਕਿਸਾਨ ਆਪਣੇ ਸਾਥੀ ਦੀ ਲਾਸ਼ ਡੱਬੇ 'ਚ ਬੰਦ ਕਰਕੇ ਪਿੰਡ ਲਿਆਉਂਦੇ ਆ, ਦੂਜੇ ਦਿਨ ਫੇਰ ਨਾਰੇ ਮਾਰਦੇ ਦਿੱਲੀ ਨੂੰ ਚਲੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਸਾਨਾਂ ਨੂੰ ਪਤਾ ਪੰਜਾਬ ਵਾਲਿਆਂ ਨੂੰ, ਹਰਿਆਣਿਆਂ ਨੂੰ, ਕਿ ਇੰਡਸਟਰੀ ਹੈ ਨਹੀਂ। ਉਹਨਾਂ ਨੂੰ ਪਤਾ ਹੈ ਕਿ ਬੇਰੁਜ਼ਗਾਰੀ ਤਾਂ ਪਹਿਲਾਂ ਹੀ ਸਿਖਰ ਤੇ ਹੈ, ਇੰਡਸਟਰੀ ਸਾਡੇ ਕੋਲੇ ਨਹੀਂ ਆ ਰਹੀ। ਹੋਰ ਕਈ ਦੇਸ਼ਾਂ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਚਲੇ ਗਈ। ਉਹਨਾਂ ਨੂੰ ਪਤਾ ਹੈ ਕਿ ਕੰਮ ਸਾਨੂੰ ਮਿਲਣਾ ਨਹੀਂ, ਇਸ ਕਰਕੇ ਉਹ ਦਿੱਲੀ 'ਚ ਬੈਠੇ ਆ, ਸ਼ਾਂਤੀਪੂਰਵਕ ਬੈਠੇ ਆ। ਸਰਕਾਰ ਨੂੰ ਹੱਥ ਜੋੜਦੇ ਆ ਕਿ ਭਾਈ ਉਹਨਾਂ ਦੇ ਨਾਲ ਗੱਲਬਾਤ ਕਰੋ, ਨਹੀਂ ਤਾਂ ਕੰਮ ਔਖਾ ਹੋ ਜੂ। ਤੇ ਚਾਹੇ ਸੱਤਾਧਾਰੀ ਸਿਆਸਤਦਾਨ ਨੇ, ਚਾਹੇ ਵਿਰੋਧੀ ਸਿਆਸਤਦਾਨ ਹੈ, ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਹੁਣ ਬਹੁਤ ਹੋ ਗਿਆ, ਹੁਣ ਤੁਸੀਂ ਇਹ ਸਾਰੇ ਕੰਮ ਛੱਡ ਦਿਓ, ਅਸਲ ਤਰੀਕੇ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਆਓ। ਸੰਧਾਲੀਆ ਸਾਹਿਬ, ਦਿੱਲੀ 'ਚ ਮੋਰਚਾ ਲੱਗਿਆ। ਆਮ ਆਦਮੀ ਪਾਰਟੀ ਦਾ ਇੱਕ ਜ਼ਿਕਰ ਕਰ ਲਵਾਂ। ਅਰਵਿੰਦ ਕੇਜਰੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਦਿੱਲੀ ਸੱਦ ਲਏ। ਥੋੜੇ ਘੰਟਿਆਂ ਦੇ ਬਾਅਦ ਇੱਕ ਮੀਟਿੰਗ ਹੋਣੀ ਹੈ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਹੋਣਗੇ, ਜਰਨੈਲ ਸਿੰਘ ਵੀ ਬੈਠੇ ਹੋਣਗੇ, ਜਿਹੜੇ ਸਹਾਇਕ ਇੰਚਾਰਜ ਨੇ ਰਾਘਵ ਚੱਡਾ ਸਾਹਿਬ MLA ਵੀ ਨੇ ਦਿੱਲੀ ਦੇ, ਉਹ ਵੀ ਹੋਣਗੇ। ਭਗਵੰਤ ਮਾਨ ਸਾਹਿਬ ਨੇ ਬੈਠਣਾ, ਸਾਰੇ ਆਮ ਆਦਮੀ ਪਾਰਟੀ ਦੇ MLA, ਹਲਕਾ ਇੰਚਾਰਜ, ਵੱਡੇ ਲੀਡਰ ਸੱਦੇ ਆ। ਉਹਨਾਂ ਨੂੰ ਸੱਦ ਕੇ ਉਮੀਦ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਇਸ ਗੱਲ ਦਾ ਐਲਾਨ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ। ਕੇਜਰੀਵਾਲ ਸਾਹਿਬ ਖੁਦ ਅੰਮ੍ਰਿਤਸਰ ਆ ਕੇ ਕਹਿ ਕੇ ਗਏ ਸੀ ਕਿ ਪੰਜਾਬੀ ਬੰਦਾ ਹੋਏਗਾ, ਸਿੱਖ ਚਿਹਰਾ ਹੋਏਗਾ, ਪੰਜਾਬ ਤੋਂ ਬਾਹਰਲਾ ਨਹੀਂ ਹੋਏਗਾ, ਇਲੈਕਸ਼ਨ ਤੋਂ ਪਹਿਲਾਂ ਅਨਾਉਂਸ ਕਰਾਂਗੇ। ਹੁਣ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਹੋਣਾ ਨਹੀਂ। ਸਿੱਧੂ ਸਾਹਿਬ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਿਆ, ਪਹਿਲਾਂ ਉਹਨਾਂ ਦੀ ਉਡੀਕ ਸੀ। ਆਮ ਆਦਮੀ ਪਾਰਟੀ ਦੇ ਕੋਲ ਬਹੁਤਾ ਸਮਾਂ ਨਹੀਂ ਬਚਿਆ, ਵੈਸੇ ਉਹ ਤੇਜ਼ ਚੱਲ ਰਿਹਾ, ਹਲਕਾ ਇੰਚਾਰਜ ਲਾ ਰਿਹਾ, ਭਾਵੇਂ ਕਿਵੇਂ ਵੀ ਲਾ ਰਿਹਾ। ਹੁਣ ਕਿਸੇ ਵੀ ਵੇਲੇ ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਚੀਫ ਮਿਨਿਸਟਰ ਦਾ ਚਿਹਰਾ ਸਾਹਮਣੇ ਲੈ ਆਂਦਾ, ਉਹਦੇ ਤੋਂ ਬਾਅਦ ਅਸਲ ਲੜਾਈ ਜਿਹੜੀ ਭਖ ਜਾਣੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕੋਲ ਪੰਜਾਬ 'ਚ ਦੱਸਣ ਨੂੰ ਬਹੁਤ ਕੁਝ ਹੈ। ਦਿੱਲੀ ਦੀਆਂ ਪ੍ਰਾਪਤੀਆਂ ਉਹਨਾਂ ਦੇ ਕੋਲੇ ਹੈਗੀਆਂ। ਭਗਵੰਤ ਮਾਨ ਸਾਹਿਬ ਦਾ ਲੋਕ ਸਭਾ ਦੇ ਵਿੱਚ ਰਿਕਾਰਡ ਉਹਨਾਂ ਦੇ ਕੋਲੇ ਹੈਗਾ, ਚੁੱਕੇ ਗਏ ਮੁੱਦੇ ਹੈਗੇ ਆ। ਦਿੱਲੀ ਦੇ ਵਿੱਚ ਜੇ ਬਿਜਲੀ ਦੀਆਂ ਦਰਾਂ ਘਟੀਆਂ ਨੇ, ਜੇ ਪਾਣੀ ਦੀ ਕੀਮਤ ਘਟੀ ਹੈ, ਜੇ ਐਜੂਕੇਸ਼ਨ ਸਿਸਟਮ 'ਚ ਸੁਧਾਰ ਹੋਇਆ ਹੈ, ਜੇ ਹੈਲਥ ਸਿਸਟਮ 'ਚ ਸੁਧਾਰ ਹੋਇਆ ਹੈ, ਪੰਜਾਬ ਦੇ ਵਿੱਚ ਚੁੱਕਣ ਦੇ ਲਈ ਉਹਨਾਂ ਦੇ ਕੋਲੇ ਮੁੱਦੇ ਹੈਗੇ। ਤੇ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਦੀ ਸਮਝ ਹੈ। ਕੇਜਰੀਵਾਲ ਸਾਹਿਬ ਆ ਕੇ ਕਹਿ ਕੇ ਗਏ ਸੀ ਕਿ ਭਾਈ ਯੂਨਿਟਾਂ ਮਾਫ ਕਰਾਂਗੇ, ਅਸੀਂ ਬਿਜਲੀ ਸਮਝੌਤੇ ਨਾਲ ਇਦਾਂ ਕਰਾਂਗੇ। ਤੁਸੀਂ ਦੇਖੋ ਕਿ ਉਹਦੇ ਤੋਂ ਬਾਅਦ ਕੀ ਨਵਜੋਤ ਸਿੰਘ ਸਿੱਧੂ, ਕੀ ਕੈਪਟਨ ਅਮਰਿੰਦਰ ਸਿੰਘ, ਕੀ ਸੁਖਬੀਰ ਸਿੰਘ ਬਾਦਲ, ਕੀ ਜਸਵੀਰ ਸਿੰਘ ਗੜੀ, ਸਾਰੇ ਬੰਦੇ ਬਿਜਲੀ ਦੇ ਮੁੱਦੇ ਤੇ ਬੋਲ ਰਹੇ ਆ ਨਾ। ਉਹਨਾਂ ਨੂੰ ਪਤਾ ਹੈ ਕਿ ਅਸੀਂ ਜਿਹੜਾ ਕੰਮ ਸ਼ੁਰੂ ਕਰ ਲਈਏ, ਪੰਜਾਬ ਦੀ ਸਿਆਸਤ ਉਧਰਲੇ ਪਾਸੇ ਚਲੀ ਜਾਂਦੀ ਹੈ। ਲੱਗਦਾ ਹੈ ਕਿ ਮੰਗਲ ਬੁੱਧਵਾਰ ਤੱਕ ਆਮ ਆਦਮੀ ਪਾਰਟੀ ਨੇ ਆਪਣਾ ਸਾਰਾ ਸਿਆਸੀ ਤੌਰ ਤੇ ਰਸਤਾ ਕਲੀਅਰ ਕਰ ਦੇਣਾ ਤੇ ਪਤਾ ਲੱਗ ਜਾਊਗਾ ਕਿ ਭਗਵੰਤ ਮਾਨ ਸਾਹਿਬ ਆਉਂਦੇ ਆ ਜਾਂ ਕੋਈ ਹੋਰ ਆਉਂਦਾ ਚੀਫ ਮਿਨਿਸਟਰ ਦੇ ਦਾਅਵੇਦਾਰ ਦੇ ਤੌਰ ਤੇ। ਇਹ ਦੇਖੋ, ਬਹੁਤੇ ਸਾਰ ਤੇ ਭਗਵੰਤ ਮਾਨ ਹੋਰਾਂ ਦੇ ਨਾਂ ਦੇ ਹੈਗੇ ਹੀ ਆ ਜੀ। ਤੇ ਭਗਵੰਤ ਮਾਨ ਹੋਰਾਂ ਨਾਲ ਇੱਕ ਨਾ ਗੱਲ ਹੁੰਦਿਆਂ ਉਹ ਜਿੱਦਾਂ ਟੋਟਕਾ ਸੁਣਾਉਂਦੇ ਹੁੰਦੇ, ਇੱਕ ਦੋ ਵਾਰ ਮੀਡੀਆ 'ਚ ਉਹਨਾਂ ਨੇ ਸੁਣਾਇਆ, ਕਹਿੰਦੇ ਯਾਰ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਜੇ ਬਾਕੀ ਬੰਦੇ ਜਦੋਂ ਕਿਤੇ ਮੁੱਖ ਮੰਤਰੀ ਦੇ ਦਾਅਵੇਦਾਰ ਹੋਣ ਨਾ, ਤੇ ਬੜਾ ਹੁੱਬ ਕੇ ਦੱਸਿਆ ਜਾਂਦਾ, ਲਓ ਜੀ ਲੱਗਦਾ ਇਦਾਂ ਵੀ ਫਲਾਨੀ ਪਾਰਟੀ ਨੇ ਫਲਾਨੇ ਬੰਦੇ ਨੂੰ ਮੁੱਖ ਮੰਤਰੀ ਬਣਾ ਦੇਣਾ। ਤੇ ਕਹਿੰਦਾ ਜਦੋਂ ਕਿਤੇ ਭਗਵੰਤ ਮਾਨ ਦੀ ਗੱਲ ਹੋਈ ਨਾ, ਤੇ ਅਗਲਾ ਬੰਦਾ ਉਹਦੇ ਕੰਨ ਲਾ ਕੇ ਕਰ, ਇਹ ਨਾ ਭਗਵੰਤ ਮਾਨ ਮੁੱਖ ਮੰਤਰੀ ਬਣਨ ਨੂੰ ਫਿਰਦਾ ਹੀ, ਕਹਿੰਦਾ ਮੈਂ ਚੋਰ ਬਣਨ ਨੂੰ ਫਿਰਦਾ ਕਿਤੇ, ਮੈਂ ਕੁਝ ਚੋਰੀ ਗੱਲ ਆ। ਮਤਲਬ ਇਹ ਜਿਹੜਾ ਪ੍ਰਭਾਵ ਆ, ਇਹ ਉਹ ਖੈਰ ਉਹ ਬੰਦਾ ਆਪ ਵੀ ਮਹਿਸੂਸ ਕਰਦਾ ਵੀ ਪਤਾ ਨਹੀਂ ਇਦਾਂ ਕਿਉਂ ਆ। ਇਹ ਪ੍ਰਭਾਵ ਕਿੱਥੋਂ ਆਇਆ, ਕਿਵੇਂ ਬਣਿਆ, ਕਿਵੇਂ ਨਹੀਂ ਬਣਿਆ, ਇਹ ਉਹ ਜਾਣਨ ਜਾਂ ਉਹਨਾਂ ਦੀ ਜਾਣੇ ਪਾਰਟੀ ਜੀ। ਪਰ ਇੱਕ ਗੱਲ ਤੇ ਹੈਗੀ ਆ ਵੀ ਜੇ ਮੰਨ ਲਓ ਅੱਜ ਨਹੀਂ ਕੱਲ ਨਹੀਂ ਪਰਸੋਂ, ਜਿੱਦਾਂ ਅਕਾਲੀ ਦਲ ਨੇ ਪਹਿਲਾਂ ਸੁਖਬੀਰ ਬਾਦਲ ਸਾਹਿਬ ਦਾ ਨਾਂ ਦੇਤਾ ਵੀ ਮੁੱਖ ਮੰਤਰੀ ਦਾ ਚਿਹਰਾ ਇਹ, ਕਾਂਗਰਸ ਵਾਲੇ ਦੇਰ ਸਵੇਰ ਕੋਈ ਨਾ ਕੋਈ ਕਲੀਅਰ ਕਰ ਦੇਣਗੇ, ਉਧਰੋਂ ਜੇ ਆਮ ਆਦਮੀ ਪਾਰਟੀ ਵਾਲੇ ਵੀ ਆਪਣਾ ਕੋਈ ਨਾ ਕੋਈ ਚਿਹਰਾ ਲੈ ਆਉਣ, ਤੇ ਸ਼ਾਇਦ ਇਹ ਹੋ ਸਕਦਾ ਵੀ ਜਿਹੜੀ ਅਜੇ ਥੋੜੀ ਮੱਘਦੀ ਆ ਪੰਜਾਬ ਦੀ ਸਿਆਸਤ, ਉਹ ਹੋਰ ਜ਼ਿਆਦਾ ਭਖਣੀ ਸ਼ੁਰੂ ਹੋ ਜਾਏ। ਬਿਲਕੁਲ ਸੰਧਾਲੀਆ ਸਾਹਿਬ, ਮੈਨੂੰ ਇੱਕ ਗੱਲ ਲੱਗਦੀ ਹੈ, ਦੇਖੋ ਇਹ ਤਾਂ ਪੰਜਾਬ ਦੇ ਵੋਟਰਾਂ ਨੇ ਫੈਸਲਾ ਕਰਨਾ, ਉਹਨਾਂ ਨੇ ਵੋਟ ਕਿਹਨੂੰ ਪਾਉਣੀ ਹੈ, ਕਿਹਨੂੰ ਨਹੀਂ ਪਾਉਣੀ, ਕਿਹਦਾ ਵਿਰੋਧ ਕਰਨਾ, ਕਿਹਦੇ ਹੱਕ 'ਚ ਬੂਥ ਲਾਉਣਾ, ਇਹ ਪੰਜਾਬ ਦੇ ਲੋਕਾਂ ਦਾ ਕੰਮ ਹੈ, ਵੋਟਰ ਦਾ ਕੰਮ ਹੈ। ਪਰ ਇੱਕ ਗੱਲ ਹੋ ਸਕਦੀ ਹੈ, ਜੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਵੈਸੇ ਗੱਲ ਹੀ ਆ
ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੋਨੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੀ, ਉਦੋਂ ਕਈ ਵਾਰੀ ਰਿਪੋਰਟਾਂ ਆਉਂਦੀਆਂ ਸੀ, ਵਿਰੋਧੀ ਧਿਰ ਵਾਲੇ ਕਹਿੰਦੇ ਸੀ ਦੇਖੋ ਜੀ ਅੱਧੇ ਮਹਿਕਮੇ ਆਪਣੇ ਕੋਲ ਹੀ ਰੱਖੇ ਆ। ਨਾਲ ਉਹ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਵੀ ਜੋੜ ਲੈਂਦੇ ਸੀ ਕਿ ਭਾਈ ਇੱਕੋ ਟੱਬਰ ਦੇ ਕੋਲੇ ਜਾਂ ਰਿਸ਼ਤੇਦਾਰੀਆਂ ਦੇ ਕੋਲ ਹੀ ਪੰਜਾਬ ਦੇ 70% ਮਹਿਕਮੇ ਆ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਮੈਂ ਭੁੱਲ ਨਾ ਜਾਵਾਂ, ਤੇ ਪਹਿਲਾਂ ਕਦੇ ਤਾਂ ਮਨਪ੍ਰੀਤ ਬਾਦਲ ਸਾਹਿਬ ਵੀ ਹੁੰਦੇ ਸੀਗੇ ਜੀ। ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਕੈਪਟਨ ਸਾਹਿਬ ਆ ਗਏ, ਬੜੇ ਮਹਿਕਮੇ ਉਹਨਾਂ ਦੇ ਕੋਲੇ ਵੀ ਹੈਗੇ ਆ, ਕਿੰਨੇ ਹੀ ਮਹਿਕਮੇ ਨੇ। ਪਰ ਅਰਵਿੰਦ ਕੇਜਰੀਵਾਲ ਦੇ ਕੋਲੇ ਦਿੱਲੀ 'ਚ ਕਿੰਨੇ ਮਹਿਕਮੇ ਆ? ਉਹ ਮੁੱਖ ਮੰਤਰੀ ਨੇ, ਉਹ ਕਹਿੰਦੇ ਸੀ ਭਾਈ ਮੈਂ ਤਾਂ ਸੁਪਰਵਿਜ਼ਨ ਕਰਨੀ ਆ, ਮੈਂ ਸਾਰੇ ਮਹਿਕਮੇ ਆਪਣੇ ਮੰਤਰੀਆਂ ਨੂੰ ਵੰਡ ਦੇਣੇ ਆ, ਕੰਮ ਉਹ ਕਰਨਗੇ, ਮੈਂ ਦੇਖੂੰਗਾ ਕਿ ਸਾਰੇ ਮੰਤਰੀ ਠੀਕ ਕੰਮ ਕਰ ਰਹੇ ਨੇ ਕਿ ਨਹੀਂ। ਆਪਾਂ ਗੱਲ ਹੀ ਕਰਦੇ ਆ ਕਿਉਂਕਿ ਗੱਲ ਚਲਾਉਣਾ ਆਪਣਾ ਕੰਮ ਹੈ। ਜੇ ਭਲਕ ਨੂੰ ਕਿਤੇ ਆਮ ਆਦਮੀ ਪਾਰਟੀ ਦਾ ਦਾ ਲੱਗਦਾ ਹੈ, ਜੇ ਉਹ ਪੰਜਾਬ ਦੇ ਲੋਕਾਂ ਦਾ ਯਕੀਨ ਜਿੱਤਣ 'ਚ ਕਾਮਯਾਬ ਰਹਿੰਦੀ ਹੈ, ਭਗਵੰਤ ਮਾਨ ਸਾਹਿਬ ਜਾਂ ਜਿਹੜੇ ਵੀ ਬੰਦੇ ਨੂੰ ਉਹ ਐਜ਼ ਏ ਮੁੱਖ ਮੰਤਰੀ ਅੱਗੇ ਪ੍ਰੈਜ਼ੈਂਟ ਕਰਦੇ ਆ, ਹੋ ਸਕਦਾ ਕਿ ਦਿੱਲੀ ਦੀ ਪਿਰਤ ਦੇ ਚੱਲਦੇ ਆ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਵੇ ਕੋਈ ਮੁੱਖ ਮੰਤਰੀ ਕਹੇ ਮੈਂ ਮਹਿਕਮਾ ਹੀ ਕੋਈ ਨਹੀਂ ਲੈਣਾ, ਮੈਨੂੰ ਲੋੜ ਹੀ ਕੋਈ ਨਹੀਂ, ਮੈਂ ਤਾਂ ਚੀਫ ਮਿਨਿਸਟਰ ਹਾਂ, ਕੰਮ ਕਰਨ ਨੂੰ ਮੇਰੇ ਕੋਲੇ ਮਿਨਿਸਟਰ ਨੇ, ਮਿਨਿਸਟਰਾਂ ਦੇ ਕੋਲੇ ਅੱਗੇ ਅਫਸਰ ਨੇ, ਅਫਸਰਾਂ ਦੇ ਕੋਲੇ ਕਰਮਚਾਰੀ ਨੇ। ਇਹਦਾ ਡੀਸੈਂਟਰਲਾਈਜੇਸ਼ਨ ਕਰਨਾ ਹੈ ਕਿ ਆਹ ਮੁੱਖ ਮੰਤਰੀ ਹੈ, ਕੋਈ ਹੈ ਨਹੀਂ ਇਹਦੇ ਕੋਲ ਮਹਿਕਮਾ, ਥੱਲੇ ਮੰਤਰੀਆਂ ਦੇ ਕੋਲੇ ਮਹਿਕਮੇ ਨੇ, ਉਹ ਆਪਣੇ ਮਹਿਕਮਾ ਦੀਆਂ ਮੀਟਿੰਗਾਂ ਲੈਂਦੇ ਆ, ਅਫਸਰਾਂ ਨੂੰ ਇੰਪਲੀਮੈਂਟ ਕਰਦੇ ਆ, ਕਰਮਚਾਰੀ ਲੋਕਾਂ ਦੇ ਨਾਲ ਰਾਬਤੇ 'ਚ ਰਹਿੰਦੇ ਆ। ਹੋ ਸਕਦਾ ਹੈ ਕਿ ਜੇ ਕਿਤੇ ਆਮ ਆਦਮੀ ਪਾਰਟੀ ਦਾ ਦਾ ਲੱਗਿਆ, ਆਪਾਂ ਰੋਜ਼ ਕਹਿੰਦੇ ਆ ਕਿ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ, ਉਹ ਥੋੜੇ ਮਜ਼ਬੂਤ ਹੋਏ ਆ। ਆਪਾਂ ਰੋਜ਼ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਆਏ, ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹੁਲਾਰਾ ਮਿਲਿਆ। ਪਰ ਜੇ ਆਮ ਆਦਮੀ ਪਾਰਟੀ, ਕੋਈ ਪਤਾ ਨਹੀਂ ਹੁੰਦਾ, ਦਿੱਲੀ 'ਚ ਕੋਈ ਬੰਦਾ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣ ਜਾਣਗੇ, ਉਹ ਵੀ 3 ਵਾਰ ਬਣ ਜਾਣਗੇ। ਕਿਸੇ ਬੰਦੇ ਨੂੰ ਪਤਾ ਸੀ ਕਿ ਮਮਤਾ ਬੈਨਰਜੀ ਭਾਜਪਾ ਦੀਆਂ ਗੋਡਣੀਆਂ ਲਵਾ ਦੂ। ਇਸੇ ਤਰੀਕੇ ਹੁਣ ਸਿੱਧੇ ਤੌਰ ਦੇ ਉੱਤੇ ਨਜ਼ਰ ਆਉਂਦਾ ਕਿ ਜੇ ਆਮ ਆਦਮੀ ਪਾਰਟੀ ਟਿਕਟਾਂ ਚੰਗੀ ਤਰ੍ਹਾਂ ਵੰਡ ਗਈ, ਪੰਜਾਬ ਦੇ ਲੋਕਾਂ ਨੂੰ ਕੋਈ ਰੋਡ ਮੈਪ ਦੇਗੀ, ਖਿਆਲੀ ਪਲਾਉ ਦੀ ਜਗ੍ਹਾ ਤੇ ਜ਼ਮੀਨੀ ਹਕੀਕਤ ਦੇ ਨਾਲ ਲੋਕਾਂ ਨੂੰ ਰੂਬਰੂ ਕਰਾ ਗਈ, ਹੋ ਸਕਦਾ ਹੈ ਕਿ ਜੇ ਕਦੇ ਪੰਜਾਬ ਦੇ ਵਿੱਚ ਉਹਨਾਂ ਦੀ ਗੱਲਬਾਤ ਬਣ ਜਾਏ ਤਾਂ ਮੁੱਖ ਮੰਤਰੀ ਦੇ ਕੋਲੇ ਕੋਈ ਮਹਿਕਮਾ ਨਾ ਹੋਵੇ। ਤੁਸੀਂ ਦੱਸ ਦਿਓ, ਤੁਸੀਂ ਕੀ ਕਹਿੰਦੇ ਹੋ ਕਿ ਮੁੱਖ ਮੰਤਰੀ ਕੋਲ ਮਹਿਕਮਾ ਹੋਣਾ ਚਾਹੀਦਾ ਕਿ ਨਹੀਂ? ਨਹੀਂ ਬਿਲਕੁਲ, ਇਹ ਤਾਂ ਇਹ ਪਰਿਵਾਰ ਦੇ ਮੈਂਬਰ ਨੇ ਜੀ। ਤੁਸੀਂ ਜ਼ਰੂਰ ਆਪਣੀ ਟਿੱਪਣੀ ਕਰਿਆ ਕਰੋ। ਜਿਹੜੀਆਂ ਤੁਹਾਡੀਆਂ ਟਿੱਪਣੀਆਂ ਨੇ, ਅਸੀਂ ਇਹ ਨਹੀਂ ਹੈ ਕਿ ਉਹਨਾਂ ਨੂੰ ਦੇਖਦੇ ਨਹੀਂ ਜਾਂ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ, ਅਸੀਂ ਕੋਸ਼ਿਸ਼ ਕਰੀਦੀ ਉਹਨਾਂ ਵੱਲ ਧਿਆਨ ਦਈਏ। ਇਹੀ ਕਾਰਨ ਆ ਕਿ ਜਿਹਦਾ ਕਰਕੇ ਤੁਸੀਂ ਇਹਨੂੰ ਪਸੰਦ ਕਰਦੇ ਹੋ ਕਿ ਅਸੀਂ ਜਿੱਥੇ ਵੀ ਕਿਤੇ ਬਾਹਰ ਅੰਦਰ ਆਪ ਜਾਂਦੇ ਹਾਂ, ਨਾਲੇ ਤੁਹਾਨੂੰ ਮਾਹੌਲ ਚਾਲ ਦਿਖਾਈ ਜਾਈਦਾ, ਨਾਲੇ ਖਬਰਾਂ ਤੋਂ ਦੂਰ ਨਹੀਂ ਹੋਣ ਦਈਦਾ। ਹੁਣ ਇੱਕ ਵਾਰ ਫਿਰ ਦੱਸਦਾ, ਜੇ ਕੁਝ ਬਾਅਦ 'ਚ ਜੁੜੇ ਹੋਣ ਆਪਣੇ ਨਾਲ ਪਰਿਵਾਰ ਦੇ ਮੈਂਬਰ, ਕਿ ਅਸੀਂ ਇਸ ਵਕਤ ਅਲਬਰਟਾ ਟੂਰ 'ਤੇ ਹਾਂ, ਅਤੇ ਅਲਬਰਟਾ 'ਚ ਰਸਤੇ 'ਚ ਜਾਂਦਿਆਂ ਸੜਕ ਦੇ ਕੰਢੇ ਸਾਨੂੰ ਇਹ ਸਰੋਂ ਮਿਲ ਗਈ, ਅਤੇ ਅਸੀਂ ਸੋਚਿਆ ਵੀ ਇਹ ਵੇਖ ਕੇ ਪੰਜਾਬ ਯਾਦ ਆਉਂਦਾ, ਅਤੇ ਕਿਉਂ ਨਾ ਇੱਥੇ ਰੋਕ ਕੇ ਕੁਰਸੀਆਂ ਡਾਹ ਕੇ ਆਪਾਂ ਨਾਲੇ 'ਤੇ ਗੱਲਾਂ ਬਾਤਾਂ ਕਰ ਲਈਏ ਅਤੇ ਨਾਲੇ ਤੁਹਾਨੂੰ ਇਹ ਮਾਹੌਲ ਚਾਲ ਵਿਖਾ ਦਈਏ। ਸੰਧਾਲੀ ਸਾਹਿਬ, ਮੈਂ ਇੱਕ ਗੱਲ ਕਰਨੀ ਸੀ ਜੀ। ਇੱਕ ਗੱਲ ਇਹ ਕਰਨੀ ਸੀ, ਬਹੁਤੀ ਵਾਰੀ ਇਹ ਭੁਲੇਖਾ ਹੁੰਦਾ ਕਿ ਕੱਲੀ BC 'ਚ, ਬ੍ਰਿਟਿਸ਼ ਕੋਲੰਬੀਆ 'ਚ, ਸਰੀ ਐਬਟਸਫੋਰਡ ਵਾਲੇ ਇਲਾਕੇ 'ਚ ਖੇਤੀ ਹੁੰਦੀ ਹੈ। ਅਸੀਂ ਉਹਦੇ ਤੋਂ 1200-1300 ਕਿਲੋਮੀਟਰ ਦੂਰ ਆ, ਕੈਲਗਰੀ ਵੀ ਲੰਘ ਗਏ ਆ, ਤੇ ਕੈਲਗਰੀ ਤੋਂ ਬਾਅਦ ਐਡਮਿੰਟਨ ਵਾਲੇ ਪਾਸੇ ਨੂੰ ਜਾਂਦੇ ਆ, ਇਹ ਖੇਤ ਨਹੀਂ, ਕੈਲਗਰੀ ਤੋਂ ਐਡਮਿੰਟਨ ਦੇ ਵਿਚਾਲੇ। ਬਿਲਕੁਲ ਸਹੀ। ਹੁਣ ਇੱਥੇ ਅਸੀਂ ਰੈੱਡ ਡੀਅਰ ਦੇ ਕੋਲਾਂ ਤੇ ਖੇਤਾਂ ਦੇ ਵਿੱਚ ਸਰੋਂ ਆ ਤੇ ਸਰੋਂ ਦੇ ਫੁੱਲ ਆ। ਵੈਸੇ ਜਦੋਂ ਅਸੀਂ ਗੱਡੀ 'ਚ ਉਤਰਨ ਲੱਗੇ ਨਾ, ਸੰਧਾਲੀ ਸਾਹਿਬ ਕੱਪੜਾ ਲਿਆਓ, ਕੱਪੜਾ ਲਿਆਓ, ਕੱਪੜਾ ਲਿਆਓ। ਮੈਂ ਕਿਹਾ ਯਾਰ ਝੱਗਾ ਪਾਇਆ ਹੀ, ਪੈਂਟ ਪਾਈ, ਰਮਾਲ ਜੇਬ 'ਚ ਆ, ਕੱਪੜਾ ਕਦ ਲਿਖਣਾ? ਉਹ ਯਾਰ ਸਰੋਂ ਹੈਗੀ ਆ, ਸਾਗ ਹੀ ਤੋੜ ਲਈਏ। ਹੁੰਦਾ ਨਾ ਬੀਬੀਆਂ ਨੂੰ ਕੱਪੜੇ ਦੇ ਵਿੱਚ ਬੰਨ੍ਹ ਕੇ ਲਿਆਉਣਾ। ਮੈਂ ਕਿਹਾ ਭਰਾ ਸਾਗ ਨਹੀਂ ਤੋੜਨਾ, ਆਹੋ ਨਹੀਂ ਤਾਂ ਪਿਛਲੇ ਵਾਰਿਆਂ ਨੂੰ ਪੰਗਾ ਪੈ ਜਾਊਗਾ, ਫਿਰ ਮੁੜ ਕੇ ਰੌਲਾ ਬਹੁਤ ਪੈਂਦਾ, ਤੁਹਾਨੂੰ ਫਰਕ ਕੋਈ ਨਹੀਂ ਪੈਣਾ, ਸਾਡਾ ਰਹਿਣਾ ਕੱਖ ਨਹੀਂ। ਦੇਖੋ ਇੱਥੋਂ ਬੰਦਾ ਫੜਿਆ ਜਾਂਦਾ ਵੀ ਹੁਣ ਤੇ ਸਰੋਂ ਫੁੱਲਾਂ ਤੇ ਆਈ ਆ, ਤੇ ਹੁਣ ਇਹਦੇ 'ਚ ਕਾਹਦਾ ਸਾਗ ਆ। ਪਰ ਚਲੋ ਗੱਲ ਤੁਸੀਂ ਵਧੀਆ ਯਾਦ ਕਰਾ ਦਿੱਤੀ ਵੀ ਇਹ ਵੀ ਕਿਤੇ ਰੌਲਾ ਪਿਆ ਸੀ ਕੈਨੇਡਾ 'ਚ ਵੀ, ਕੋਈ ਪਤਾ ਨਹੀਂ ਕਿਹੜੇ ਸਾਗ ਤੋੜਦੇ ਬੜੇ ਗਏ ਸੀ। ਉਹ ਪਿਆ ਤਾਂ ਰੌਲਾ ਹੀ ਗਿਆ ਸੀ, ਆਪਣੇ ਬੰਦਿਆਂ ਨੇ ਗੱਲ ਬਹੁਤੀ ਚੱਕ ਲਈ ਸੀ, ਏਡੀ ਹੈ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਅੱਛਾ ਗੱਲ ਇਹ ਆ ਬਾਦ ਸਾਹਿਬ, ਮੈਂ ਟਿੱਪਣੀਆਂ ਦੀ ਗੱਲ ਕਰਦਾ ਸੀ। ਇੱਕ ਨਾ ਟਿੱਪਣੀ ਕੀਤੀ ਜਾਂਦੀ ਆ, ਪਤਾ ਨਹੀਂ ਹੁਣ ਉਹ ਕੌਣ ਨੇ ਬੰਦੇ, ਕੌਣ ਨਹੀਂ ਆ। ਕੋਈ ਪਰਿਵਾਰ ਦੇ ਮੈਂਬਰ ਕਹਿੰਦੇ ਸ਼ਾਇਦ ਕੋਈ ਕਿਸੇ ਪਾਰਟੀ ਦੇ IT ਸੈੱਲ ਦੇ ਮੈਂਬਰ ਨੇ। ਦੇਖੋ ਜੀ, ਹਰੇਕ ਨੂੰ ਆਪਣਾ ਹੱਕ ਹੈ ਆਪਣੀ ਗੱਲ ਕਰਨ ਦਾ, ਆਪਾਂ ਕਿਸੇ ਨੂੰ ਰੋਕਦੇ ਨਹੀਂ। ਉਹਦੇ 'ਚ ਇਹ ਚਰਚਾ ਸੀ ਕਿ ਪੰਜਾਬ ਨੂੰ ਤੁਸੀਂ ਖੇਤੀ ਨੂੰ ਰੋਂਦੇ ਹੋ, ਪੰਜਾਬ ਦੇ ਵਿੱਚ ਇੰਡਸਟਰੀ ਮੋਗੀ, ਅਤੇ ਇੰਡਸਟਰੀ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਕੌਣ? ਜਿੱਦਾਂ ਪਿਛਲੇ ਦਿਨੀ ਇੰਨਾ ਲੰਮਾ ਚੌੜਾ ਸੰਘਰਸ਼ ਚੱਲਿਆ, ਉਹਦੇ 'ਚ ਆਪਾਂ ਇਹ ਵੀ ਦੇਖਿਆ ਵੀ ਕਾਰਪੋਰੇਟ ਘਰਾਣਿਆਂ ਦੇ ਅੱਗੇ ਧਰਨੇ ਲੱਗੇ, ਜਾਂ ਉਹਨਾਂ ਦਾ ਜਿਹੜਾ ਕੰਮ ਸੀ ਉਹਨੂੰ ਨੁਕਸਾਨ ਹੋਇਆ। ਉਹਦੇ 'ਚ ਭਾਵੇਂ ਆਪਾਂ ਉਹ ਟਾਵਰਾਂ ਦੀ ਗੱਲ ਕਰ ਲਈਏ ਜਾਂ ਹੋਰ ਇੰਡਸਟਰੀ ਦੀ ਗੱਲ ਕਰ ਲਈਏ, ਤੇ ਉਹ ਕਹਿੰਦੇ ਵੀ ਖੇਤੀ ਮੁੱਕੀ ਜਾਂਦੀ ਆ, ਇੰਡਸਟਰੀ ਤੁਸੀਂ ਆਉਣ ਨਹੀਂ ਦੇਣੀ, ਤੇ ਪੰਜਾਬ ਕਿੱਥੋਂ ਬਚਣਾ। ਇਹ ਪਿਛਲੇ ਦਿਨੀ ਟਿੱਪਣੀਆਂ ਸੀ ਵੀ ਬਹੁਤ ਇਹਦੇ 'ਤੇ ਡਿਬੇਟ ਹੋਈ। ਮੇਰਾ ਇੱਕ ਸਵਾਲ ਹੈ, ਚਲੋ ਜਿਹੜੇ ਵੀ ਭਾਈ ਸਾਹਿਬ ABC ਜਿਨ੍ਹਾਂ ਨੇ ਵੀ ਉਹ ਕਮੈਂਟ ਕੀਤਾ ਵੀ ਹਾਂਜੀ ਇੰਡਸਟਰੀ ਖਤਮ ਹੋ ਗਈ, ਇੰਡਸਟਰੀ ਕਿਸਾਨਾਂ ਨੇ ਖਤਮ ਕੀਤੀ ਕਿ ਲੋਕਾਂ ਨੇ ਕੀਤੀ? ਸਵਾਲ ਹੈ ਇੱਕ। ਜਵਾਬ ਇਹ ਹੁਣੇ ਖਤਮ ਹੋਈ। ਆਪਾਂ ਨੂੰ ਲੱਗਦਾ ਵੀ ਮਤਲਬ ਜਿਹੜੀ ਉਹ ਜੇ ਉਹ ਹਾਂਡਾ ਵਾਲੇ ਚੱਲ ਗਏ ਜਾਂ ਹੋਰ ਬਟਾਲੇ ਵਾਲੀ ਇੰਡਸਟਰੀ ਚੱਲ ਗਈ, ਹੋਰ ਕਈਆਂ ਥਾਵਾਂ ਤੋਂ ਜਿਹੜੀਆਂ ਵੱਡੀਆਂ ਇੰਡਸਟਰੀਆਂ ਚੱਲ ਗਈਆਂ, ਦਵਾਈਆਂ ਵਾਲੀਆਂ ਕੰਪਨੀਆਂ ਪਰ ਆ ਹਿਮਾਚਲ ਜਾ ਬੈਠੀਆਂ, ਚੰਡੀਗੜ੍ਹ ਲੰਘ ਕੇ,
ਉਹ ਕਿਸਾਨ ਟਰਾਲੀ ਦੇ ਛੱਡ ਕੇ ਆਏ ਉੱਥੇ ਵੀ ਆ ਚੱਲੀਏ ਬਈ ਉਹ ਤੇਰੀ ਇੰਡਸਟਰੀ ਉੱਥੇ ਲਾ ਉਹਨੇ। ਸੰਧਾਲੀਆ ਸਾਹਿਬ ਮੇਰੀ ਡਿਊਟੀ ਹੈ ਕਿ ਪ੍ਰੋਗਰਾਮ ਵੇਲੇ ਸਿਰ ਕਰਾਂ, ਮਾਈਕ ਲੱਗਾ ਹੋਵੇ, ਕੱਪੜੇ ਪਾਏ ਹੋਣ ਠੀਕ ਠਾਕ। ਤੁਹਾਡੀ ਡਿਊਟੀ ਹੈ ਕਿ ਨਾਲ ਬੈਠੇ ਹੋਵੋ, ਤਿਆਰ ਸ਼ਿਆਰ ਹੋਵੋ ਐਨ ਵਧੀਆ ਤਰੀਕੇ ਦੇ ਨਾਲ, ਤੇ ਸਾਡੀ ਟੈਕਨੀਕਲ ਟੀਮ ਦੀ ਡਿਊਟੀ ਹੈ ਕਿ ਭਾਈ ਉਹ ਵੇਲੇ ਸਿਰ ਪ੍ਰੋਗਰਾਮ ਨੂੰ ਲਾਈਵ ਕਰਾ ਦੇ। ਤੇ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਡਿਊਟੀ ਹੈ ਕਿ ਉਹ ਦੇਖਣ ਜੋ ਕੁਝ ਚੰਗਾ ਲੱਗਦਾ ਉਹਦੇ ਰੂਪ ਦੇ ਵਿੱਚ ਟਿੱਪਣੀਆਂ ਕਰਨ, ਤੇ ਜੇ ਚੰਗਾ ਅੱਗੇ ਵੀ ਦਿਆ ਕਰਨ, ਪਹੁੰਚਾ ਦਿਆ ਕਰਨ, ਸ਼ੇਅਰ ਕਰ ਦਿਆ ਕਰਨ। ਬਿਲਕੁਲ ਸਹੀ। ਇਸੇ ਤਰੀਕੇ ਅੱਜ ਜੇ ਸਾਡੇ ਕੋਲੇ ਬਟਾਲੇ ਦੇ ਵਿੱਚ ਉਦਯੋਗਾਂ ਦਾ ਕਾਲ ਪੈ ਗਿਆ, ਅੰਮ੍ਰਿਤਸਰ 'ਚ ਇੰਡਸਟਰੀ ਘਟ ਗਈ, ਜੇ ਜਲੰਧਰ ਦੇ ਲੈਦਰ ਕੰਪਲੈਕਸ ਦਾ ਹਾਲ ਬੁਰਾ ਹੋ ਗਿਆ, ਜੇ ਮੰਡੀ ਗੋਬਿੰਦਗੜ੍ਹ ਤੇ ਖੰਨੇ ਦੇ ਵਿੱਚ ਬਹੁਤੀਆਂ ਚਿਮਨੀਆਂ 'ਚੋਂ ਧੂੰਆਂ ਨਿਕਲਣਾ ਹਟ ਗਿਆ, ਜੇ ਮੋਹਾਲੀ ਦੇ ਵਿੱਚ ਬਹੁਤੇ ਉਦਯੋਗ ਬੰਦ ਹੋ ਗਏ, ਨਾ ਤਾਂ ਕਿਸਾਨਾਂ ਦਾ ਕਸੂਰ ਹੈ, ਨਾ ਤੁਹਾਡਾ, ਨਾ ਮੇਰਾ, ਨਾ ਪੰਜਾਬ ਦੇ ਲੋਕਾਂ ਦਾ। ਅਸੀਂ ਸਰਕਾਰਾਂ ਚੁਣੀਆਂ, ਸੁਰਜੀਤ ਸਿੰਘ ਬਰਨਾਲਾ ਤੋਂ ਬਾਅਦ ਬੇਅੰਤ ਸਿੰਘ ਹੋਰਾਂ ਦੀ, ਹਰਚਰਨ ਸਿੰਘ ਬਰਾੜ, ਬੀਬੀ ਭੱਠਲ ਦੀ, ਉਹਦੇ ਤੋਂ ਬਾਅਦ ਬਾਦਲ ਸਾਹਿਬ ਆਏ, ਫਿਰ ਕੈਪਟਨ ਸਾਹਿਬ ਦੀ, ਫਿਰ 2 ਵਾਰੀ ਬਾਦਲ ਸਾਹਿਬ ਤੇ ਹੁਣ ਕੈਪਟਨ ਸਾਹਿਬ ਨੇ। ਉਹਨਾਂ ਦੇ ਨਾਲ ਮੰਤਰੀ ਮੰਡਲ, ਜਿਹਦੇ ਲੋਕਤੰਤਰ ਦੇ ਵਿੱਚ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਕਲੈਕਟਿਵ ਰਿਸਪੌਂਸਿਬਿਲਿਟੀ, ਕਿ ਭਾਈ ਸਾਂਝੀ ਜ਼ਿੰਮੇਵਾਰੀ ਹੈ ਸਾਡੀ, ਕਿ ਜੇ ਕੁਝ ਚੰਗਾ ਹੁੰਦਾ ਤਾਂ ਵੀ ਤੇ ਜੇ ਕੁਝ ਮਾੜਾ ਹੁੰਦਾ ਤਾਂ ਵੀ। ਜੇ ਪੰਜਾਬ 'ਚ ਪਿਛਲੇ 25-30 ਸਾਲਾਂ ਤੋਂ ਬਾਹਰੋਂ ਇਨਵੈਸਟਮੈਂਟ ਕਰ ਰਹੇ ਬੰਦੇ ਨੂੰ ਗੁੰਡਾ ਤੇ ਡੰਡਾ ਟੈਕਸ ਕਦੇ ਥੋੜਾ ਤੇ ਕਦੇ ਬਹੁਤਾ ਦੇਣਾ ਪੈਂਦਾ, ਜੇ ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਨਹੀਂ ਹੁੰਦੀ, ਜੇ ਪੰਜਾਬ ਦੇ ਵਿੱਚ ਸੜਕਾਂ ਦੇ ਰੂਪ ਦੇ ਵਿੱਚ ਮੁੱਢਲਾ ਢਾਂਚਾ ਨਹੀਂ ਚੰਗਾ, ਜੇ ਪੰਜਾਬ 'ਚ ਵਾਰ-ਵਾਰ ਇੰਟਰਨੈਟ ਬੰਦ ਹੁੰਦਾ, ਜੇ ਪੰਜਾਬ ਦੇ ਵਿੱਚ ਕਦੇ ਲੇਬਰ ਹੈਗੀ ਤੇ ਕਦੇ ਹੈ ਨਹੀਂ, ਜੇ ਪੰਜਾਬ 'ਚ ਟੈਕਸ ਕਦੇ ਵੱਧ ਤੇ ਕਦੇ ਘੱਟ, ਜੇ ਪੰਜਾਬ ਦੇ ਵਿੱਚ ਰੇਤਾ, ਤੁਹਾਨੂੰ ਯਾਦ ਹੋਣਾ ਹੈ ਬਠਿੰਡੇ ਦੀ ਗੱਲ ਹੈ ਨਾ, ਕਿੱਡੀ ਵੱਡੀ ਇੱਕ ਇੰਡਸਟਰੀ ਚੱਲਣੀ ਸੀ, ਉਹਦੇ ਬਾਹਰ ਟਰੱਕਾਂ ਵਾਲੇ ਕਹਿੰਦੇ ਸੀ ਕਿ ਭਾਈ ਅਸੀਂ ਕੰਮ ਅੰਦਰ ਨਹੀਂ ਕਰਨ ਜਾਣਾ, ਆ ਇੱਥੇ ਟੈਂਟ ਲਾ ਕੇ ਬੈਠੇ ਆ, ਜਿੰਨੇ ਟਰੱਕ ਅੰਦਰ ਲੈ ਕੇ ਜਾਂਦੇ ਆ ਪੈਸੇ ਦੇਣੇ ਪੈਂਦੇ, ਬਾਹਰ ਲੈ ਕੇ ਸਕ੍ਰੈਪ ਲੈ ਕੇ ਆਉਣੇ ਆ ਪੈਸੇ ਦੇਣੇ ਪੈਂਦੇ। ਕਿਸੇ ਨੂੰ ਚੇਤਾ ਤਾਂ ਨਹੀਂ ਭੁੱਲਿਆ ਹੋਣਾ, ਰਿਸ਼ਤੇਦਾਰੀਆਂ ਦਾ ਰੌਲਾ ਪੈ ਗਿਆ ਸੀ। ਪੰਜਾਬ ਦੇ ਲੋਕਾਂ ਇੰਡਸਟਰੀ ਬੰਦ ਨਹੀਂ ਕਰਾਈ, ਕਿਉਂਕਿ ਜਿਹੜੇ ਬੰਦੇ ਨੇ ਇਨਵੈਸਟਮੈਂਟ ਕਰਨੀ ਆ ਉਹ ਬੰਦੇ ਕੋਲੇ ਗੁਜਰਾਤ ਵੀ ਦੀਦਾ, ਪੰਜਾਬ ਵੀ ਦੀਦਾ, ਹਿਮਾਚਲ ਵੀ ਦੀਦਾ, ਉੱਤਰਾਖੰਡ ਵੀ ਦੀਦਾ। ਅਸੀਂ ਦੁਕਾਨ ਤੇ ਜਾਂਦੇ ਆ, ਸਾਡੇ ਸਾਹਮਣੇ ਪੰਜਾਬ 'ਚ 5 ਖੋਖੇ ਆ, ਬੱਚੇ ਦੇ ਖਿਡੌਣੇ ਲੈਣੇ ਆ, ਅਸੀਂ ਇਹ ਤੋਂ ਵੀ ਪੁੱਛਣਾ, ਇਹ ਤੋਂ ਵੀ ਪੁੱਛਣਾ, ਇਹ ਤੋਂ ਵੀ ਪੁੱਛਣਾ, ਇਹ ਤੋਂ ਵੀ ਪੁੱਛਣਾ। ਜਿੱਥੇ ਸਾਨੂੰ ਸਸਤਾ ਵਧੀਆ ਮਿਲੂਗਾ, ਅਗਲਾ ਬੋਲੂ ਚੱਲੂ ਚੰਗਾ, ਕਹਿੰਦਾ ਜੀ ਕੋਈ ਗੱਲ ਨਹੀਂ, ਕੱਲ ਨੂੰ ਖਰਾਬ ਹੋ ਗਿਆ ਇੱਥੇ ਰੱਖ ਜਿਓ, ਸਮਾਨ ਲੈਣਾ ਸਮਾਨ ਲੈ ਲਿਓ, ਨਹੀਂ ਤਾਂ ਭੈਣ ਜੀ ਆ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਗਿਣ ਕੇ ਫੜਾਉ, ਅਸੀਂ ਉੱਥੋਂ ਸਮਾਨ ਲੈਣਾ। ਇੱਕ ਇਨਵੈਸਟਮੈਂਟ ਕਰਨ ਵਾਲਾ ਉਸ ਸੂਬੇ 'ਚ ਕਿਉਂ ਆਊ ਬਈ, ਕਿਉਂ ਨਾ ਆਪਣੀ ਇੰਡਸਟਰੀ ਚੱਕ ਕੇ ਲਿਜਾਊ। ਜਿੱਥੇ ਮੰਤਰੀਆਂ ਨੇ ਕੰਮ ਕਰਨਾ ਨਹੀਂ, ਅਫਸਰਾਂ ਨੇ ਹਿੱਸੇ ਮੰਗਣੇ ਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਕਿੱਡੀ ਵੱਡੀ ਬੋਡੀ ਹੈ, ਜਿਹਨੇ ਪੰਜਾਬ 'ਚ ਧੂਆਂ ਮਕਾਉਣਾ ਹੈ, ਜਿਹਨੇ ਪੰਜਾਬ 'ਚ ਪ੍ਰਦੂਸ਼ਣ ਤੇ ਕੰਟਰੋਲ ਕਰਨਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੰਧੇ ਵਾਲੀਆਂ ਨੂੰ ਜੁਰਮਾਨਾ ਲਾ ਦੇਵੇ, ਬਾਠ ਨੂੰ ਜੁਰਮਾਨਾ ਲਾ ਦੇਵੇ, ਉਹ ਵੱਖਰੀ ਗੱਲ ਹੈ, ਸਰਕਾਰ ਨੂੰ ਜੁਰਮਾਨਾ ਲਾ ਦੇਵੇ। ਨੈਸ਼ਨਲ ਪ੍ਰਦੂਸ਼ਣ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੱਖ ਦਾ ਜੁਰਮਾਨਾ ਲਾਇਆ, ਕਿਉਂ ਲਾਇਆ? ਉਹ ਕਹਿੰਦੇ ਜੀ ਇੰਨੇ ਸਾਲ ਪਹਿਲਾਂ ਬਰਨਾਲੇ ਦੀ ਇੱਕ ਇੰਡਸਟਰੀ ਦੇ ਵਿੱਚ ਸਾਨੂੰ ਕਮੀਆਂ ਲੱਗੀਆਂ, ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਕਿ ਕਾਰਵਾਈ ਕਰੋ, ਜਿਹਨੇ ਕੰਟਰੋਲ ਕਰਨਾ ਪੰਜਾਬ 'ਚ, ਕੋਈ ਕਾਰਵਾਈ ਨਹੀਂ ਕੀਤੀ, ਮੁਕੱਦਮਾ ਚੱਲ ਪਿਆ। ਪ੍ਰਦੂਸ਼ਣ ਕੰਟਰੋਲ ਵਾਲਾ ਦੱਸੋ ਜੀ ਕਾਰਵਾਈ ਕੀਤੀ, ਅਸੀਂ ਜੀ ਹਦਾਇਤਾਂ ਜਾਰੀ ਕਰਤੀਆਂ, ਅਸੀਂ ਜੀ ਚਿੱਠੀ ਪਾਤੀ, ਜਿਹਦਾ ਪਾਵਰਕਾਮ ਨੂੰ ਚਿੱਠੀ ਗਈ ਆ ਕਿ ਬਿਜਲੀ ਸਮਝੌਤੇ ਰੱਦ ਕਰ ਦਿਓ, ਉਹਦੇ ਤੋਂ ਬਾਅਦ ਕੋਈ ਕਾਰਵਾਈ ਨਹੀਂ। ਉਹਨਾਂ ਨੇ ਪਾਵਰਕਾਮ ਦੇ ਅਧਿਕਾਰੀ ਸੱਦੇ, ਉਹ ਕਹਿੰਦੇ ਜੀ ਕੀ ਹਦਾਇਤਾਂ ਜਾਰੀ ਕੀਤੀਆਂ? ਉਹ ਕਹਿੰਦੇ ਜੀ ਆ, ਮੁੜ ਕੇ ਪਤਾ ਕੀਤਾ, ਜਾ ਕੇ ਦੇਖਿਆ ਇੰਡਸਟਰੀ ਤਾਂ ਉਦਾਂ ਹੀ ਚੱਲੀ ਜਾਂਦੀ, ਪ੍ਰਦੂਸ਼ਣ ਕਰੀ ਜਾਂਦੀ ਹੈ। ਨਹੀਂ ਜੀ ਇਹ ਹਦਾਇਤਾਂ ਜਾਰੀ ਕਰਤੀਆਂ, ਉਹ ਕਹਿੰਦੇ ਲੱਖ ਰੁਪਈਆ ਇੱਥੇ ਰੱਖੋ, ਤੁਸੀਂ ਪੰਜਾਬ ਦੇ ਲੋਕਾਂ ਦੀ ਜਾਨ ਜ਼ੋਖਮ 'ਚ ਪਾਈ ਆ। ਅੱਜ ਜੇ ਇਹ ਕਹਿੰਦੇ ਆ ਕਿ ਭਾਈ ਇੰਡਸਟਰੀ ਚਲੇ ਗਈ ਹੈ, ਉਹਦੇ ਵਿੱਚ ਸਰਕਾਰਾਂ ਦਾ, ਸਰਕਾਰਾਂ ਦੇ ਪਿੱਠੂਆਂ ਦਾ, ਸਾਡੇ ਸਿਆਸਤਦਾਨਾਂ ਦਾ, ਉਹਨਾਂ ਦਾ ਸਿੱਧਾ ਯੋਗਦਾਨ ਹੈ। ਜੇ ਕੋਈ ਕਿਸਾਨ ਦੇ ਮੱਥੇ ਤੇ ਕਲੰਕ ਲਾਉਣਾ ਚਾਹੁੰਦਾ ਤਾਂ 7 ਵਾਰੀ ਆਪਣੀ ਪੀਰੀਅਡ ਸੁੱਟਾ ਫਿਰੇ। ਨਹੀਂ ਬਿਲਕੁਲ ਫੇਰਨਾ ਚਾਹੀਦਾ ਜੀ। ਇਹ ਸਵਾਲ ਅਸੀਂ ਇਸੇ ਕਰਕੇ ਆਪ ਜੀ ਦੇ ਨਾਲ ਕੀਤਾ, ਕਿਉਂਕਿ ਕਿਸੇ ਨੂੰ ਵੀ ਭੰਡਣਾ ਬੜਾ ਸੌਖਾ ਹੁੰਦਾ, ਪਰ ਜੇ ਆਪਾਂ ਜ਼ਰੂਰ ਇਸ ਚੀਜ਼ ਦਾ ਜ਼ਿਕਰ ਕਰੀਏ ਕਿ ਜੇ ਬਿਜਲੀ ਕਿਸੇ ਨੂੰ ਇੰਡਸਟਰੀਲਿਸਟ ਨੂੰ ਮਹਿੰਗੀ ਮਿਲਦੀ ਹੈ ਤੇ ਪੰਜਾਬ ਦੇ ਲੋਕ ਨਹੀਂ ਆਂਦੇ ਵੀ ਮਹਿੰਗੀ ਹੈ, ਜੇ ਕਿਸੇ ਦਾ ਕੋਈ ਹਿੱਸਾ ਪੱਤੀ ਪਾਉਣ ਨੂੰ ਕਹਿੰਦਾ ਤੇ ਪੰਜਾਬ ਦੇ ਲੋਕ ਨਹੀਂ ਆਂਦੇ ਵੀ ਸਾਡਾ ਹਿੱਸਾ ਪੱਤੀ ਪਾ ਲਾ, ਜੇ ਕਿਸੇ ਨੂੰ ਕੋਈ ਟੈਕਸ ਵੱਧ ਲੱਗਦਾ ਜਾਂ ਟੈਕਸ ਦੀ ਛੋਟ ਕੋਈ ਲਾਗਲਾ ਸਟੇਟ ਦਿੰਦਾ ਤੇ ਉਹ ਪੰਜਾਬ ਦੇ ਲੋਕ ਨਹੀਂ ਕਹਿੰਦੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਆਪਾਂ ਟਿੱਪਣੀ ਕਰਨ ਵੇਲੇ, ਡਿਬੇਟ ਕਰਨ ਵੇਲੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਬੈਲੈਂਸ ਰੱਖ ਕੇ ਬਰਾਬਰ ਦੀ ਗੱਲ ਕਰਾਂਗੇ ਤੇ ਉਹ ਲੋਕਾਂ ਤੱਕ ਪਹੁੰਚੂਗੀ ਵੀ, ਅਪੜੂਗੀ ਵੀ ਤੇ ਕਿਸੇ ਨੂੰ ਇਨਸਾਫ ਵੀ ਮਿਲੂਗਾ। ਜੀ ਜਾਣ ਦਾ ਵੇਲਾ ਹੋ ਗਿਆ ਬਾਠ ਸਾਹਿਬ। ਸੰਧਾਲੀਆ ਸਾਹਿਬ ਬਸ ਆਖਰੀ ਗੱਲ ਕਰਨੀ ਹੈ ਕਿ ਸਮੱਸਿਆਵਾਂ ਬਹੁਤ ਨੇ, ਪਰ ਪੰਜਾਬ ਦੇ ਲੋਕੋ ਜਾਂ ਵਿਦੇਸ਼ਾਂ 'ਚ ਵਸਦੇ ਪੰਜਾਬੀ ਉਹ ਨਿਰਾਸ਼ ਨਹੀਂ ਹੋਣਾ ਜੀ, ਪੂਰਾ ਨਿਰਾਸ਼ ਨਹੀਂ ਹੋਣਾ। ਚੜ੍ਹਦੀ ਕਲਾ 'ਚ ਰਿਓ, ਸ਼ਹੀਦ ਊਧਮ ਸਿੰਘ ਵਰਗਾ ਸਬਰ ਰੱਖਿਓ, ਦ੍ਰਿੜ ਇਰਾਦਾ ਰੱਖਿਓ। ਤੇ ਦੂਸਰੀ ਗੱਲ, 42 ਸਾਲਾਂ ਦੇ ਇਤਿਹਾਸ ਦੇ ਵਿੱਚ ਭਾਰਤ ਦੀਆਂ ਹਾਕੀ ਦੀਆਂ ਕੁੜੀਆਂ ਜਿਹੜੀਆਂ ਨੇ, ਉਹ ਪਹਿਲੀ ਵਾਰ
ਪਹਿਲੀ ਵਾਰ ਮੈਂ ਉੱਠ ਕੇ ਖਲੋ ਜਾਣਾ, ਪਹਿਲੀ ਵਾਰ ਹਾਕੀ ਦੇ ਕੁਆਟਰ ਫਾਈਨਲ ਚ ਪਹੁੰਚੀਆਂ, ਇੱਕ ਪ੍ਰਾਪਤੀ ਆ। ਪਹਿਲੇ 3 ਮੈਚ ਹਾਰੇ, ਮੁੜ ਕੇ 2 ਜਿੱਤ ਕੇ ਗਈਆਂ। ਇਹਦੇ ਤੋਂ ਬਾਅਦ ਪੰਜਾਬ ਦੀ ਜਿਹੜੀ ਇੱਕ ਮੁਟਿਆਰ ਹੈ ਕਮਲਪ੍ਰੀਤ ਕੌਰ, ਉਹਨੇ ਐਥਲੈਟਿਕਸ ਦੇ ਵਿੱਚ ਪਹਿਲੀ ਵਾਰ ਫਾਈਨਲ ਦੇ ਵਿੱਚ ਪ੍ਰਵੇਸ਼ ਪਾਇਆ। ਬਹੁਤ ਵੱਡੀ ਇੱਕ ਗੱਲ ਹੈ, ਸਾਡੇ ਲਈ ਮਾਣ ਵਾਲੀ ਗੱਲ ਹੈ। ਇਹਦੇ ਤੋਂ ਬਿਨਾਂ ਪੀਵੀ ਸਿੰਧੂ ਸੈਮੀਫਾਈਨਲ ਹਾਰ ਗਈ ਆ, ਪਰ ਇਹਦੇ ਬਾਵਜੂਦ ਵੀ ਕਾਂਸੀ ਦਾ ਮੈਡਲ ਜਿਹੜਾ ਉਹਦੇ ਕੋਲੇ ਆ ਸਕਦਾ। ਇੱਕ ਮੈਚ ਉਹਨੇ ਖੇਡਣਾ। ਸੋ ਚੜ੍ਹਦੀ ਕਲਾ ਦੇ ਵਿੱਚ ਰਿਓ। ਸੰਧਾਲੀਆ ਸਾਹਿਬ ਕਰੋ ਸਮਾਪਤੀ। ਲਓ ਜੀ, ਫਿਰ ਇਹਦੇ ਨਾਲ ਹੀ ਅਸੀਂ ਹੁਣ ਚੱਲੇ ਆ। ਗੱਡੀ ਸਾਡੀ ਲੱਗੀ ਆ, ਅਸੀਂ ਧੱਕਾ ਧੁੱਕਾ ਲਾ ਕੇ ਸੜਕ ਤੇ ਚੜਾਉਣ ਦੀ ਕੋਸ਼ਿਸ਼ ਕਰਦੇ ਆ। ਜੇ ਚੜ ਗਈ ਤੇ ਫਿਰ ਕੱਲ ਨੂੰ ਵੀ ਟਾਈਮ ਨਾਲ ਮਿਲਾਂਗੇ, ਨਹੀਂ ਤੇ ਫਿਰ ਕੋਈ ਟੋਚਣ ਵਾਲਾ ਬੰਦਾ ਲੱਭਦੇ ਆ। ਤੁਸੀਂ ਸੁਣਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੇ ਤੁਹਾਡੇ ਲਈ।